ਇਹ ਮੁਹੱਬਤ ਦੀ ਦੁਕਾਨ मैं तुहानूं कह रहा ਉਹਨੂੰ ਹੁਣ ਮੈਂ ਇਹ ਕਹਾਂ ਵੀ ਉਹ ਰਾਹੁਲ ਗਾਂਧੀ ਦੀ ਮੁਹੱਬਤ ਦੀ ਦੁਕਾਨ ਨਹੀਂ ਸੀ ਸੱਥ ਤੇ ਕਾਂਗਰਸ ਦਾ ਗੱਠਜੋੜ ਮੁਹੱਬਤ ਦੀ ਦੁਕਾਨ ਹੈ ਕਹਿ ਸਕਦੇ ਹੋ ਸੱਥ ਨੂੰ ਸਾਡੇ ਕਾਂਗਰਸ ਨੂੰ ਐਨਐਸਯੂ ਨੂੰ ਸੱਥ ਨਾਲ ਮੁਹੱਬਤ ਹੋਗੀ ਜਾਂ ਸੱਥ ਨੂੰ ਵੀ ਐਨਐਸਯੂ ਨਾਲ ਮੁਹੱਬਤ ਹੋਈ ਮੈਂ ਉਹਨਾਂ ਤੋਂ ਪੁੱਛੂੰਗਾ ਇਹ ਗੱਲ ਬਿਲਕੁਲ ਪੁੱਛ ਲਿਓ ਸਾਨੂੰ ਕਿਸੇ ਨਾਲ ਮੁਹੱਬਤ ਸਾਡੀ ਕਿਸੇ ਨਾਲ ਦੁਸ਼ਮਣੀ ਹੈ ਹੀ ਨਹੀਂ ਤੁਹਾਨੂੰ ਕਹਿ ਰਿਹਾ ਤੁਸੀਂ ਇਹਨੂੰ ਤੁਸੀਂ ਇਲੈਕਸ਼ਨ ਦੇ ਰਿਜ਼ਲਟ ਨੂੰ ਜਸਵੰਤ ਸਿੰਘ ਖਾਲੜਾ ਤੇ ਲਿਆ ਕੇ ਖਾਲੜਾ ਤੇ ਨਹੀਂ ਮੈਂ ਸੱਥ ਕਹਿ ਰਿਹਾ ਮੈਂ ਕਹਿ ਰਿਹਾ ਐਨਐਸਯੂਆਈ ਨੂੰ ਸੱਥ ਨਾਲ ਮੁਹੱਬਤ ਹੋਗੀ ਠੀਕ ਹੈ ਐਨਐਸਯੂਆਈ ਨੂੰ ਸਾਰਿਆਂ ਨਾਲ ਮੁਹੱਬਤ ਹੋ ਤੁਸੀਂ ਸੱਥ ਨੂੰ ਉਹਦੇ ਸਾਥੀ ਵਿੱਚ ਸੱਤ ਪਾਰਟੀ ਸੀ ਪੈਕਟ ਹੋਇਆ ਕੋਈ ਸੱਤ ਪਾਰਟੀ ਜਿਹੜੀ ਪੈਕਟ ਸੀ ਕੋਈ ਕਾਂਗਰਸ ਤੇ ਸੱਤ ਦਾ ਪੈਕਟ ਨਹੀਂ ਆ ਮੈਂ ਪੈਕਟ ਤਾਂ ਜਾਂ ਇਹ ਮਤਲਬ ਅਨਰਿਟਨ ਇੱਕ ਅਨਲਿਖਤ ਸਮਝੌਤੇ ਹੁੰਦੇ ਨੇ ਜਾਂ ਉਹ ਸਮਝੌਤੇ ਹੁੰਦੇ ਨੇ ਜਿਹੜੇ ਸਿੱਧੇ ਅੱਖਾਂ ਦੇ ਅੱਖਾਂ ਨਾਲ ਹੋ ਰਹੇ ਹੁੰਦੇ ਆ ਧਾਰਾ ਮੈਂ ਇੱਕ ਦਿਨ ਵੇਖ ਰਿਹਾ ਸੀ ਸੱਤ ਦੇ ਕੈਂਡੀਡੇਟ ਕਹਿ ਰਹੇ ਸੀ ਇਹਨਾਂ ਸਾਰਿਆਂ ਚੋਂ ਜਤਿੰਦਰ ਸਾਹਿਬ ਕਾਂਗਰਸ ਵੀ ਬੀਬੀਪੀ ਦੇ ਖਿਲਾਫ ਆ ਸੱਤ ਵੀ ਆ ਉਹਨਾਂ ਨੇ ਕਿਹਾ ਸੀ ਵੀ ਸੱਤ ਵਾਲੇ ਕੈਂਡੀਡੇਟ ਨੇ ਸ਼ਾਇਦ ਇੱਕ ਦਿਨ ਕਿਹਾ ਸੀ ਵੀ ਜਤਿੰਦਰ ਸਾਹਿਬ ਤੋਂ ਵਧੀਆ ਕੈਂਡੀਡੇਟ ਆ ਕਲਾਸਾਂ 'ਚ ਕਿਹਾ ਸੀ ਉਹ ਜਗ੍ਹਾ ਅੱਛਾ ਹਾਂ ਵੀ ਜਤਿੰਦਰ ਐਜ਼ ਅ ਕੈਂਡੀਡੇਟ ਉਹ ਵਧੀਆ ਵਾ ਤੁਸੀਂ ਵੀ ਉਹ ਕੁੜੀ ਬਾਰੇ ਕਹਿ ਰਹੇ ਹੋ ਇੱਕ ਵਾਰੀ ਮੈਂ ਅਸੀਂ ਨਹੀਂ ਸਾਡੇ ਬੰਦਿਆਂ ਦੇ ਵਿੱਚ ਕਈ ਬੰਦੇ ਮੰਨਦੇ ਸੀ ਵੀ ਯਾਰ ਇਹ ਬੰਦੇ ਜਿਹੜੇ ਆ ਇੱਕ ਨਵੀਂ ਥਾਟ ਨੂੰ ਲੈ ਕੇ ਆ ਰਹੇ ਆ ਜਿਵੇਂ ਉਹਨਾਂ ਦੀ ਗੱਲ ਕਈ ਸਾਡੇ ਬੰਦੇ ਐਨਐਸਯੂਆਈ ਦੇ ਬੰਦੇ ਉਹਨਾਂ ਨਾਲ ਬਹਿ ਕੇ ਜਦੋਂ ਡਿਸਕਸ਼ਨਾਂ ਕਰਦੇ ਆ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਸੀ ਆਪਾਂ ਖਾਲੜਾ ਸਾਹਿਬ ਬਾਰੇ ਆਈ ਜਾਂਦੇ ਤੁਹਾਡੀ ਸਰਕਾਰ ਸੀ ਜਦੋਂ ਖਾਲੜਾ ਸਾਹਿਬ ਸ਼ਹੀਦ ਹੁੰਦੇ ਹੁਣ ਮੈਂ ਥੋੜ੍ਹਾ ਜਿਹਾ ਇਹਦੇ 'ਤੇ ਖੁੱਲ੍ਹ ਕੇ ਆਪਾਂ ਆ ਗਈ ਮਤਲਬ ਇਹ ਬੜੀ ਇੰਟਰਸਟਿੰਗ ਗੱਲ ਆ ਗਈ ਕਿ ਇੱਕ ਪਾਰਟੀ ਉਹ ਜਿੱਤ ਰਹੀ ਹੈਗੀ ਨੰਬਰ 1 ਜਿਹੜੀ ਦੇ ਦੌਰ 'ਚ ਖਾਲੜਾ ਸਾਹਿਬ ਸ਼ਹੀਦ ਹੁੰਦੇ ਨੇ ਦੂਜੀ ਪਾਰਟੀ ਉਹ ਜਿੱਤ ਰਹੀ ਹੈ ਜਿਹਦਾ ਆਈਕਨ ਖਾਲੜਾ ਇਹ ਸਮਝਾਓ ਇਹ ਇੰਟੈਂਸਿਟੀ ਗ੍ਰੈਵਿਟੀ ਨੂੰ ਤੁਸੀਂ ਮਤਲਬ ਕਿਵੇਂ ਸਮਝਦੇ ਹੋਗੇ ਨਾ ਇੱਕ ਪਾਸੇ ਤੁਹਾਡਾ ਜਿੱਤਣਾ ਦੂਜੇ ਪਾਸੇ ਸਭ ਤੋਂ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਹੈ ਜਿਹੜੀ ਉਹਨਾਂ ਦਾ ਹਾਰਡ ਵਰਕ ਸੀ ਉਹਨਾਂ ਨੇ ਇਹ ਕਹਿ ਦਿੱਤਾ ਇੱਕ ਤਰ੍ਹਾਂ ਤੋਂ ਵੀ ਮਤਲਬ ਤੁਸੀਂ ਜਿਵੇਂ ਡੀਕੋਡ ਕਰ ਰਹੀਆਂ ਏਜੰਸੀਆਂ ਡੀਕੋਡ ਕਰ ਰਹੀਆਂ ਸ਼ਾਇਦ ਇਸ ਯੂਨੀਵਰਸਿਟੀ ਨੇ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਵੋਟ ਪਾ ਮੈਂ ਇਤਰਾਜ਼ ਨਹੀਂ ਮੈਂ ਤੁਹਾਨੂੰ ਇਹ ਡੀਕੋਡ ਕਰ ਰਿਹਾ ਵੀ ਇੱਥੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਨੂੰ ਵੋਟ ਨਹੀਂ ਪਈ ਉਹ ਬੱਚਿਆਂ ਦੀ ਆਪਸੀ ਇੰਡੀਵਿਜੂਅਲ ਅੰਡਰ ਗ੍ਰੈਜੂਏਟ ਪੰਜਾਬ ਦੇ ਬੱਚੇ ਹਰਿਆਣੇ ਦੇ ਬੱਚੇ ਹਿਮਾਚਲ ਦੇ ਬੱਚਿਆਂ ਨੇ ਉਹਨਾਂ ਨੂੰ ਵੋਟ ਪਾਈ 82 ਤੋਂ ਲੈ ਕੇ 92 ਤੱਕ 95 ਤੱਕ ਜਿਹੜੀ ਅਟਰੋਸਿਟੀਜ਼ ਹੋਈਆਂ ਵਾ ਜਿਹੜੇ ਨੌਜਵਾਨ ਮਰੇ ਆ ਭਾਵੇਂ ਪੁਲਿਸ ਦੇ ਹੱਥੋਂ ਮਰੇ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਹਿੰਦੂ ਮਰੇ ਚਾਹੇ ਕੁਝ ਮਿਲੀਟੈਂਟਸ ਨੇ ਕਿਸੇ ਧਰਮ ਦੇ ਨਾਮ ਤੇ ਮਰੇ ਜਿਸ ਦਿਨ ਜਾ ਕੇ ਇੱਕ ਸੁਸਾਇਟੀ ਦੇ ਵਿੱਚ ਇਸ 'ਤੇ ਓਪਨ ਡਾਇਲੋਗ ਦੇ ਵਿੱਚ ਜਾ ਕੇ ਅਗਰ ਰੀਕਨਸੀਲੀਏਸ਼ਨ ਔਰ ਜਿਸ ਦਿਨ ਜਾ ਕੇ ਜਦ ਤੱਕ ਤੁਸੀਂ ਇਹਨਾਂ ਇਸ਼ੂਜ਼ ਨੂੰ ਓਪਨਲੀ ਨਹੀਂ ਐਡਰੈਸ ਕਰ ਪਾਵਾਂਗੇ ਉਸ ਦਿਨ ਤੱਕ ਸ਼ਾਇਦ ਮੁਹੱਬਤ ਦੀ ਦੁਕਾਨ ਪੰਜਾਬ ਦੇ ਵਿੱਚ ਨਹੀਂ ਖੋਲ੍ਹੇਗੀ ਜਿਹੜਾ ਡਾਇਲੋਗ ਬੜੇ ਲੰਬੇ ਸਮੇਂ ਤੋਂ ਕੋਈ ਛੇੜਨ ਤੋਂ ਵੀ ਡਰਦਾ ਕੋਈ ਗੱਲ ਕਰਨ ਤੋਂ ਵੀ ਡਰਦਾ ਅਗਰ ਗਲਤੀ ਹੋਈ ਆ ਤੇ ਉਹਦੀ ਮਾਫੀ ਮੰਗਣ 'ਚ ਕੋਈ ਹਰਜ ਨਹੀਂ ਔਰ ਅਗਰ ਅਗਲਾ ਗਲਤ ਆ ਤੇ ਉਹਦੇ ਨਾਲ ਬਹਿ ਕੇ ਉਹਨੂੰ ਸਮਝਾਉਣ ਦੇ ਵਿੱਚ ਯਾਰ ਨਹੀਂ ਬਾਈ ਜੀ ਆਹ ਫੈਕਟਸ ਆ ਆਹ ਅਸਲੀਅਤ ਆ ਇਹਦੇ ਬਾਰੇ ਆਪਾਂ ਸੈਕੰਡ ਵਰਲਡ ਵਾਰ ਦੇ ਟਾਈਮ ਜਦੋਂ ਪੂਰੇ ਸਿਖਰ ਦੇ ਉੱਤੇ ਹਿਟਲਰ ਭੰਨਦਾ ਆ ਰਿਹਾ ਯੂਰਪ ਨੂੰ ਵਧ ਜਾਂਦਾ ਅੱਗੇ ਸਾਰੇ ਕਿਤੇ ਜਦੋਂ ਫਰਾਂਸ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ ਤਾਂ ਸਟਾਲਿਨ ਰੂਸ ਦੇ ਡਿਕਟੇਟਰ ਸੀ ਸਟਾਲਿਨ ਜਿਹੜੇ ਕਾਮਰੇਡ ਸੀ ਜਿਨ੍ਹਾਂ ਦੀ ਬਣੀ ਨਹੀਂ ਸਕਦੀ ਫਾਸਿਸਟਾਂ ਨਾਲ ਜਿਨ੍ਹਾਂ ਦੀ ਫਾਸਿਸਟਾਂ ਨਾਲ ਪੜਿਆ ਸਾਰਿਆਂ ਨੇ ਪੜਿਆ ਪਰ ਜਿਹਨੂੰ ਤੁਸੀਂ ਮੈਂ ਸਭ ਨੂੰ ਪੜਿਆ ਮੈਂ ਸਭ ਨੂੰ ਪੜਿਆ ਸਟਾਲਿਨ ਦੀ ਰਾਜਨੀਤੀ ਮੈਂ ਤੇ ਖਾਲਿਸਤਾਨੀਆਂ ਨੂੰ ਵੀ ਪੜਦਾ ਕਾਮਰੇਡਾਂ ਨੂੰ ਵੀ ਪੜਦਾ ਪਰ ਸਟਾਲਿਨ ਨੂੰ ਤੁਸੀਂ ਮਤਲਬ ਪੜਦਾ ਮੈਂ ਡਿਸਕਵਰੀ ਆਫ ਇੰਡੀਆ ਵੀ ਬਹੁਤ ਪਹਿਲੇ ਮੈਂ ਨਹਿਰੂ ਜੀ ਦੀ ਡਿਸਕਵਰੀ ਆਫ ਇੰਡੀਆ ਬਹੁਤ ਪਹਿਲੇ ਦਿਨਾਂ ਚ ਮੇਰਾ ਕਹਿੰਦਾ ਮਤਲਬ ਤੁਹਾਡਾ ਯੂਥ ਸਟਾਲਿਨ ਨੂੰ ਪੜ੍ਹ ਕੇ ਹੀ ਉਸ ਟਾਈਮ ਜਿਹੜੇ ਸਾਰਿਆਂ ਨੂੰ ਪੜਦਾ ਜਿਹੜਾ ਤੁਹਾਡੀ ਰੈਵੋਲੂਸ਼ਨ ਸੀ ਤੁਸੀਂ ਮੁੱਦੇ ਤੇ ਆਉਣੇ ਆ ਨਾ ਮੁੱਦੇ ਤੇ ਆਉਣੇ ਮੈਂ ਸਭ ਨੂੰ ਪੜਦਾ ਮੈਂ ਡਿਸਕਵਰੀ ਆਫ ਪੰਜਾਬ ਇੰਡੀਆ ਯਾਦਵਿੰਦਰ ਜੀ ਤੁਹਾਡੀ ਕਾਂਗਰਸ ਦੇ 90% ਲੋਕਾਂ ਨੇ ਡਿਸਕਵਰੀ ਆਫ ਇੰਡੀਆ ਨਹੀਂ ਪੜ੍ਹੀ ਦਾਵਾ ਕਰਦਾ ਇਹ ਗੱਲ ਬਿਲਕੁਲ ਪਤਾ ਲੱਗ ਜਾਂਦਾ ਕਾਂਗਰਸੀਆਂ ਦਾ ਸਟੇਜ ਤੋਂ ਬੋਲਦੇ ਆਂਦਾ ਮੈਨੂੰ ਪਤਾ ਲੱਗ ਜਾਂਦਾ ਵੀ ਆਈਡੀਓਲੋਜੀ ਦੀ ਰਾਜਨੀਤੀ ਬੜੀ ਲੰਬੇ ਸਮੇਂ ਤੋਂ ਖਤਮ ਹੋ ਚੁੱਕੀ ਚਲੋ ਹੁਣ ਮੈਂ ਮੁੱਦੇ ਤੇ ਆਉਂਦਾ ਔਰ ਲੇਕਿਨ ਯਾਦਵਿੰਦਰ ਨੂੰ ਡੀਕੋਡ ਕਰਨਾ ਵੀ ਬੜਾ ਜ਼ਰੂਰੀ ਹੈ ਵੀ ਯਾਦਵਿੰਦਰ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਡੀਕੋਡ ਕਰਦਾ ਯਾਦਵਿੰਦਰ ਦੀ ਸ਼ੁਰੂਆਤ ਕਿੱਥੋਂ ਹੋਈ ਚਲੋ ਮੈਂ ਮੁੱਦੇ ਤੇ ਆਉਣਾ ਹੈਗਾ ਸੈਕੰਡ ਵਰਲਡ ਵਾਰ ਦੇ ਅੰਦਰ ਜਦੋਂ ਹਿਟਲਰ ਸਾਰਾ ਭੰਨਦਾ ਆ ਰਿਹਾ ਯੂਰਪ ਫਰਾਂਸ ਦੇ ਉੱਤੇ ਕਬਜ਼ਾ ਹੋ ਜਾਂਦਾ ਫਰਾਂਸ ਜਾਨੀ ਹਿਟਲਰ ਦੇ ਕਬਜ਼ੇ 'ਚ ਆ ਜਾਂਦਾ ਜਰਮਨੀ ਦੇ ਕਬਜ਼ੇ 'ਚ ਆ ਜਾਂਦਾ ਇੱਕ ਪਾਸੇ ਲਾਈਜ਼ ਫੋਰਸਸ ਨੇ ਹਿਟਲਰ ਤੇ ਸਟਾਲਿਨ ਜਿਹੜੇ ਦੋ ਧੁਰੇ ਨੇ ਦੁਨੀਆ ਦੇ ਜਿਵੇਂ ਤੁਹਾਡੀ ਮੁਹੱਬਤ ਹੋ ਗਈ ਸਭ ਤੇ ਐਨਐਸਯੂਆਈ ਦੀ ਹਿਟਲਰ ਤੇ ਸਟਾਲਿਨ ਦੀ ਇੱਕ ਸੰਧੀ ਹੁੰਦੀ ਕਿ ਰੂਸ ਹਮਲਾ ਨਹੀਂ ਕਰੇਗਾ ਜਰਮਨੀ ਦੇ ਉੱਤੇ ਤੇ ਜਰਮਨੀ ਹਮਲਾ ਨਹੀਂ ਕਰੇਗਾ ਰੂਸ ਤੇ ਇਹਦੇ ਬਹੁਤ ਸਾਰੇ ਟੈਕਟੀਕਲ ਹੋਣੇ ਟਾਈਮ ਨਹੀਂ ਹੈਗਾ ਇਸ ਇੰਟਰਵਿਊ 'ਚ ਨਹੀਂ ਮੈਂ ਡਿਟੇਲ ਜਾਵਾਂ ਫਿਰ ਇੱਕ ਅੱਗੇ ਆਉਂਦੇ ਆ ਜਦੋਂ ਫਿਰ ਸਟਾਲਿਨ ਕਿਉਂਕਿ ਅਮਰੀਕਾ ਦੇ ਪੂਰਾ ਤੁਹਾਨੂੰ ਪਤਾ ਹੀ ਹੈ ਕਾਮਰੇਡਾਂ ਦੀ ਤਾਂ ਨਾ ਤੇ ਜਰਮਨੀ ਨਾਲ ਬਣਨੀ ਸੀ ਨਾ ਹੀ ਅਮਰੀਕਾ ਤੋਂ ਮੰਦੀ ਸੀ ਕੋਲਡ ਵਾਰ ਬਾਅਦ ਤੋਂ ਸ਼ੁਰੂ ਹੁੰਦੀ ਹੈ
ਉਸ ਤੋਂ ਬਾਅਦ ਤਿੰਨ ਵੱਡੇ ਲੀਡਰ ਜਿਹੜੇ ਆ, ਚਰਚਿਲ, ਰੂਜ਼ਵੈਲਟ ਤੇ ਸਟਾਲਿਨ। ਇਹ ਸੈਕੰਡ ਵਰਲਡ ਵਾਰ ਦੀਆਂ ਦੋ ਸਭ ਤੋਂ ਵੱਡੀਆਂ ਫੋਟੋਆਂ ਇਹ ਨੇ। ਉਹ ਤਿੰਨੇ ਇੱਕ ਫਰੇਮ 'ਚ ਬੈਠੇ ਨੇ ਜਦੋਂ ਸਟਾਲਿਨ ਦੇ ਖਿਲਾਫ ਲੜਦੇ ਨੇ, ਸੌਰੀ ਆਪਣਾ ਸਟਾਲਿਨ ਹੋਰੀ ਜਦੋਂ ਖਿਲਾਫ ਲੜਦੇ ਨੇ, ਯਾਨੀ ਕਿ ਸਟਾਲਿਨ ਹੋਰੀ ਹੀ ਜਿੱਤਦੇ ਨੇ ਬੇਸਿਕਲੀ ਜਰਮਨੀ ਜਾ ਕੇ, ਕਿ ਵਸਦਾ ਮੀਡੀਆ ਉਹਨੂੰ ਠੀਕ ਨਹੀਂ ਬਣਾਉਂਦਾ। ਤਾਂ ਮੈਂ ਇਹ ਕਹਿ ਰਿਹਾ ਇਤਿਹਾਸ 'ਚ ਇਹ ਸੰਧੀਆਂ ਹੁੰਦੀਆਂ ਨੇ ਜਿੱਥੇ ਵਿਚਾਰਧਾਰਾਵਾਂ ਵੱਖ-ਵੱਖ ਹੁੰਦੀਆਂ। ਤਾਂ ਹੀ ਕਹਿੰਦੇ ਨਾ ਰਾਜਨੀਤੀ 'ਚ ਕੋਈ ਪੱਕਾ ਦੋਸਤ ਨਹੀਂ ਹੁੰਦਾ, ਪੱਕਾ ਦੁਸ਼ਮਣ ਨਹੀਂ ਹੁੰਦਾ। ਇਹ ਹਵਾਲਿਆਂ ਨਾਲ ਹੀ ਕਿਹਾ ਜਾਂਦਾ। ਅੱਧੇ ਲੋਕ ਬੋਲਣ ਲੱਗ ਜਾਂਦੇ ਨੇ ਸੁਣ ਕੇ, ਉਹਨਾਂ ਨੂੰ ਪਤਾ ਨਹੀਂ ਕਹਾਣੀਆਂ ਕੀ ਨੇ। ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ ਹਾਂ ਕਿ ਉਸ ਤਰ੍ਹਾਂ ਦਾ, ਕਿਉਂਕਿ ਜਦੋਂ ਰਾਹੁਲ ਗਾਂਧੀ ਮੁਹੱਬਤ ਦੀ ਦੁਕਾਨ ਦੀ ਗੱਲ ਕਰ ਰਹੇ ਨੇ, ਬਿਯੋਂਡ ਪਾਰਟੀ ਲਾਈਨਸ, ਬਿਯੋਂਡ ਆਈਡੀਓਲੋਜੀਜ਼, ਅੱਜ ਦੇਸ਼ ਦੇ ਅੰਦਰ ਇਹ ਸਮਝੌਤੇ ਹੋ ਸਕਦੇ ਨੇ ਜਿਵੇਂ ਕਾਂਗਰਸ ਦੀ। ਜੇ ਇਸ ਇਲੈਕਸ਼ਨ ਦੀ ਸੋਸ਼ਲ ਇੰਜੀਨੀਅਰਿੰਗ ਨੂੰ, ਪੋਲੀਟੀਕਲ ਇੰਜੀਨੀਅਰਿੰਗ ਨੂੰ ਤੁਸੀਂ ਦੱਸ ਸਕੋ ਜਾਂ ਥਿਊਰਾਈਜ਼ ਕਰ ਸਕੋ ਕਿ ਤੁਸੀਂ ਚੋਣ ਕਿਉਂ ਜਿੱਤੇ ਹੋ, ਕਿਉਂਕਿ ਵੇਗ ਸਟੇਟਮੈਂਟ ਦੇ ਦੇਣੀ ਤਾਂ ਕੋਈ ਇਹ ਹੈਗਾ ਕਿ ਸਾਡੇ ਕੋਲ ਆਇਆ ਸੀ, ਸਾਡੇ ਕੋਲ ਆਇਆ ਸੀ, ਜਿੱਤਣ ਤੋਂ ਬਾਅਦ ਤਾਂ ਤੁਸੀਂ ਕੁਝ ਵੀ ਕਹਿ ਦਿਓ। ਦੇਖੋ, ਮੈਨੂੰ ਸਮਝਾ ਸਕਦੇ ਹੋ ਉਹਦੀ ਸੋਸ਼ਲ ਇੰਜੀਨੀਅਰਿੰਗ, ਇਹਦੀ ਪੋਲੀਟੀਕਲ ਇੰਜੀਨੀਅਰਿੰਗ? ਸਾਡੇ ਕੈਂਡੀਡੇਟ ਦਾ ਅੱਜ ਤੱਕ ਕਈਆਂ ਨੂੰ ਇਹ ਨਹੀਂ ਪਤਾ ਚੱਲਿਆ ਜਤਿੰਦਰ ਸਿੰਘ ਲਿਖਿਆ, ਇਹ ਨਹੀਂ ਲਿਖਿਆ ਗਿਆ ਜਤਿੰਦਰ ਸਿੰਘ ਦਾ, ਇਹ ਨਹੀਂ ਪਤਾ ਚੱਲਣ ਦਿੱਤਾ ਵੀ ਮਤਲਬ ਪਿਛਲੀ ਵਾਰ ਜਾਟਾਂ ਦੇ ਉੱਤੇ ਪੋਲਰਾਈਜੇਸ਼ਨ ਉਹ ਕੀਤੀ ਜਿਹੜੀ ਕਿ ਸਾਨੂੰ ਬੜੀ ਤਕਲੀਫ ਹੁੰਦੀ ਹੈ। ਬਾਅਦ ਚ ਲੋਕਾਂ ਨੇ ਬਹਿ ਕੇ ਜੱਟ ਆਗਾ ਬਿਰਕਾ ਗਾ, ਬਾਅਦ ਵਿੱਚ ਪਤਾ ਚੱਲਿਆ ਜੱਟ ਜਾਟ ਇਹ ਬਾਅਦ ਚ ਗੱਲਾਂ ਆਈਆਂ, ਨਹੀਂ ਤਾਂ ਪਿਛਲੀ ਵਾਰ ਤੁਸੀਂ ਵੇਖੋ ਸਾਰੇ ਜਾਟ ਜਿੱਤ ਗਏ ਔਰ ਮੈਸੇਜ ਕੀ ਚਲਾ ਗਿਆ, ਜਾਟਾਂ ਨੇ ਇੱਕ ਤਰਫ ਹੋ ਕੇ ਵੋਟ ਪਾਤੀ। ਉਹਦੇ ਨਾਲ ਕੀ ਹੋਇਆ, ਬਾਅਦ ਵਿੱਚ ਪੰਜਾਬ ਵਾਲਿਆਂ ਨੇ ਖੜੇ ਹੋ ਕੇ ਕਿਸੇ ਨੇ ਕਹਿ ਦਿੱਤਾ ਯਾਰ ਯੂਨੀਵਰਸਿਟੀ ਤੇ ਇਹ ਕਬਜ਼ੇ ਹੋ ਗਏ, ਪੰਜਾਬ ਦਾ ਹੱਕ ਨਹੀਂ ਰਿਹਾ। ਕਿ ਇਹ ਕੋਈ ਕਨ੍ਹਈਆ ਕੁਮਾਰ ਕਿਉਂਕਿ ਲੈਫਟ ਚੋਂ ਆਇਆ ਹੈਗਾ, ਲੈਫਟ ਕੋਲ ਇਹੋ ਜਿਹੇ ਆਈਡੀਆਜ਼ ਹੁੰਦੇ ਨੇ, ਉਧਰੋਂ ਆਇਆ ਜਾਂ ਕਾਂਗਰਸ ਦਾ ਆਈਡੀਆ ਸੀ ਜਾਂ ਲੈਫਟ ਦਾ ਸੀ? ਇਹ ਕਾਂਗਰਸ ਦਾ ਹੀ ਆਈਡੀਆ ਸੀ ਔਰ ਕਨ੍ਹਈਆ ਕੁਮਾਰ ਵੀ ਕਾਂਗਰਸੀ ਹੈ। ਔਰ ਇਹਦੇ ਵਿੱਚ ਮੈਂ ਨਾ ਕਾਮਰੇਡ ਕਦੇ ਸਾਬਕਾ ਨਹੀਂ ਹੁੰਦਾ। ਨਹੀਂ ਚਲੋ ਇਹ ਤੁਹਾਡੀ ਸੋਚ ਹੈ, ਕੋਈ ਮੇਰਾ ਗਰੁੱਪ ਹੋ ਗਿਆ, ਕੋਈ ਤੁਹਾਡਾ ਕਿਸੇ ਦਾ ਵੀ ਗਰੁੱਪ ਹੋ ਗਿਆ, ਕਿਸੇ ਸਭ ਤੋਂ ਪਹਿਲਾਂ ਇਹ ਟੈਗ ਨਹੀਂ ਹੋਣਾ ਚਾਹੀਦਾ। ਉਹਦੇ ਵਾਸਤੇ ਇੱਕ ਫਾਰਮੂਲਾ ਬਣਾਇਆ ਵੀ ਯਾਰ ਇਹਨਾਂ ਤੋਂ ਬਾਹਰੋਂ ਕੋਈ ਕੈਂਡੀਡੇਟ ਲੈ ਕੇ, ਜਿਵੇਂ ਤੁਹਾਡੀ ਪਾਰਟੀ 'ਚ ਗਰੁੱਪ ਨੇ ਕਰਾਈ ਵੜਿੰਗ ਦਾ ਗਰੁੱਪ, ਇੱਕ ਪ੍ਰਤਾਪ ਬਾਜਵਾ ਦਾ, ਇੱਕ ਨਹੀਂ ਮੈਂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਉਹ ਸਾਰਾ ਇੱਕ ਹੀ ਗਰੁੱਪ ਹੈ। ਰਾਜਨੀਤੀ 'ਚ ਦੋ ਚੀਜ਼ਾਂ ਹੁੰਦੀਆਂ, ਇੱਕ ਪ੍ਰਾਇਮਰੀ ਕੰਟਰਾਡਿਕਸ਼ਨ ਹੁੰਦੀ ਹੈ, ਇੱਕ ਸੈਕੰਡਰੀ। ਤੁਸੀਂ ਪ੍ਰਾਇਮਰੀ ਕੰਟਰਾਡਿਕਸ਼ਨ 'ਤੇ ਫੋਕਸ ਕਰਦੇ ਹੋ, ਸੈਕੰਡਰੀ ਨੂੰ ਛੱਡ ਦਿੰਦੇ ਹੋ। ਜੇ ਤੁਸੀਂ ਸੈਕੰਡਰੀ 'ਤੇ ਫੋਕਸ ਕਰ ਦੋਗੇ ਤਾਂ ਤੁਸੀਂ ਡੀਰੀਅਲ ਹੋ ਜਾਓਗੇ। ਜਿਵੇਂ ਤੁਹਾਡੀ ਰਾਜਨੀਤੀ ਦੇ ਤੁਹਾਡੀ ਪਾਰਟੀ ਦੇ ਕੁਝ ਲੀਡਰ ਅੱਜ ਕੱਲ੍ਹ ਹੈ ਨਾ ਸੈਕੰਡਰੀ ਪੋਲਿਟਿਕਲ ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਕਰ ਰਹੇ ਨੇ, ਪ੍ਰਾਇਮਰੀ 'ਤੇ ਘੱਟ ਕਰ ਰਹੇ ਨੇ। ਤਾਂ ਉਹਨਾਂ ਨੇ ਕਿਹਾ ਸੀ ਅਕਾਲੀ ਦਲ 'ਤੇ ਜੇ ਕਿਤੇ ਕਾਂਗਰਸ ਦਾ ਅਲਾਇੰਸ ਹੋ ਜਾਏ ਪੰਜਾਬ 'ਚ, ਤੁਸੀਂ ਕਦੇ, ਮੈਂ ਤਾਂ ਕਹਿੰਦਾ ਰਾਜਨੀਤੀ 'ਚ ਕੁਝ ਵੀ ਸੰਭਵ ਹੁੰਦਾ ਗਾ। ਕੋਈ ਨਹੀਂ ਕਹਿ ਰਿਹਾ ਸੀਗਾ ਸ਼ਿਵ ਸੈਨਾ ਕਦੇ ਐਂ ਹੋ ਸਕਦਾ ਗਾ, ਜਾਂ ਜਿਵੇਂ ਤੁਸੀਂ ਕਹਿੰਦੇ ਹੋ ਸਾਥ ਨੂੰ ਇੱਕ ਟੈਕਨੀਕਲ ਸਪੋਰਟ ਆ ਗਈ, ਉਹ ਵੀ ਅਕਾਲੀ ਰਾਜਨੀਤੀ ਦਾ ਹੀ ਇੱਕ ਜੇ ਕਹੀਏ ਐਕਸਟੈਂਸ਼ਨ 'ਚੋਂ ਨਿਕਲਿਆ ਹੋਇਆ ਇੱਕ ਸਾਰਾ ਮਸਲਾ ਦਾ, ਜੇ ਆਪਾਂ ਪਿੱਛੇ ਜਾਵਾਂਗੇ ਉਹਨਾਂ ਦੀ ਬੈਕਗਰਾਊਂਡ 'ਚ ਪਵਾਂਗੇ। ਦੇਖੋ ਡਾਰਵਿਨਸ ਥਿਊਰੀ ਸਰਵਾਈਵਲ ਆਫ ਦੀ ਫਿਟੈਸਟ ਆਪਾਂ ਸਾਰਿਆਂ ਨੂੰ ਪਤਾ ਹੋਵੇ। ਸਰਵਾਈਵਲ ਦੀ ਲੜਾਈ ਦੇ ਵਿੱਚ ਕਈ ਵਾਰ ਰਾਜਨੀਤੀ 'ਚ ਆਪਾਂ ਆਈਡੀਓਲੋਜੀ 'ਚ ਇੰਨਾ ਖੁੱਭ ਜਾਈਦਾ, ਕਈ ਵਾਰ ਸਰਵਾਈਵਲ ਦੀ ਲੜਾਈ ਬਣ ਜਾਂਦੀ। ਜਿਵੇਂ ਐਤਕੀ ਇੰਡੀਆ ਅਲਾਇੰਸ ਜਿਹੜਾ ਵਾ, ਉਹ ਸਰਵਾਈਵਲ ਦੀ ਲੜਾਈ ਮੇਰੇ ਹਿਸਾਬ ਨਾਲ ਉਹ ਦੇਸ਼ ਦੇ ਸਰਵਾਈਵਲ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਰਾਜਨੀਤੀ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਵਰਤਮਾਨ ਨੂੰ ਕੰਟਰੋਲ ਕਰਦਾ ਹੈ ਉਹੀ ਭਵਿੱਖ ਨੂੰ ਕੰਟਰੋਲ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਜਿਹੜਾ ਇਤਿਹਾਸ ਨੂੰ ਕੰਟਰੋਲ ਕਰਦਾ ਹੈ ਉਹੀ ਵਰਤਮਾਨ ਨੂੰ ਕੰਟਰੋਲ ਕਰਦਾ ਹੈ। ਰਾਜਨੀਤੀ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦਾ ਨਾਂ ਵੀ ਹੈ। ਰਾਜਨੀਤੀ ਸਮੇਂ ਦੇ ਨਾਲ ਸਮੇਂ ਨੂੰ ਮੇਲ ਦੇਣਾ ਵੀ ਹੈ। ਜਿਹੜਾ ਮੇਲ ਦਿੰਦਾ ਗਾ ਉਹ ਰਾਜਨੀਤੀ ਦੀਆਂ ਉਹ ਸਾਰੀਆਂ ਕੈਲਕੂਲੇਸ਼ਨਾਂ ਨੂੰ ਸਮਝਦਾ ਹੁੰਦਾ ਹੈ। ਪਰ ਰਾਜਨੀਤੀ 'ਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਰਾਜਨੀਤੀ ਦੀ ਆਰ ਵੀ ਨਹੀਂ ਆਉਂਦੀ ਹੁੰਦੀ, ਜਿਨ੍ਹਾਂ ਨੂੰ ਪੋਲੀਟਿਕਸ ਦੀ ਪੀ ਵੀ ਨਹੀਂ ਆਉਂਦੀ ਹੁੰਦੀ। ਉਹ ਖੁਦ ਚੋਣ ਜਿੱਤ ਸਕਦੇ ਨੇ, ਪਰ ਉਹਨਾਂ ਨੂੰ ਥਿਊਰਾਈਜ਼ ਕਰਨਾ ਰਾਜਨੀਤੀ ਨੂੰ, ਯਾਨੀ ਜਿਹੜੇ ਵੱਡੇ ਲੋਕ ਹੋਏ ਨੇ ਰਾਜਨੀਤੀ ਦੇ ਅੰਦਰ, ਜਿਹੜੇ ਹਵਾ 'ਚੋਂ ਗੱਲਾਂ ਫੜ ਲੈਂਦੇ ਨੇ ਕਿ ਅਗਲੇ ਸਮੇਂ 'ਚ ਹੋਣ ਕੀ ਜਾ ਰਿਹਾ ਜਾਂ ਇਹਨਾਂ ਚੋਣਾਂ 'ਚ ਕੀ ਹੋਣ ਜਾ ਰਿਹਾ। ਪੰਜਾਬ ਯੂਨੀਵਰਸਿਟੀ ਦੀ ਚੋਣ ਹੋਈ ਹੈ, NSUI ਜਿੱਤੀ ਹੈ। ਸਾਡੇ ਨਾਲ ਬਰਿੰਦਰ ਢਿੱਲੋਂ ਨੇ, ਗੱਲਬਾਤ ਕਰਾਂਗੇ। ਕਾਂਗਰਸ ਕੋਲ ਕੋਈ ਕੈਲਕੂਲੇਸ਼ਨ ਸੀ ਜਾਂ ਕਾਂਗਰਸ ਦਾ ਦਾਅ ਲੱਗ ਗਿਆ? ਬਹੁਤ ਸਾਰੇ ਲੋਕ ਕਹਿ ਰਹੇ ਆ ਇਸ ਇਲੈਕਸ਼ਨ 'ਚ ਸਭ ਦਾ ਦਾਅ ਲੱਗਿਆਗਾ। ਗੱਲਬਾਤ ਕਰਦੇ ਹਾਂ ਬਰਿੰਦਰ ਢਿੱਲੋਂ ਦੇ ਨਾਲ। ਸਵਾਗਤ ਹੈ ਬਾਈ ਜੀ, ਬਹੁਤ ਬਹੁਤ ਪ੍ਰੋ ਪੰਜਾਬ ਟੀਵੀ। ਧੰਨਵਾਦ ਯਾਦਵਿੰਦਰ ਜੀ। ਕੀ ਹੈ ਚੋਣ ਰਾਜਨੀਤੀ, ਕੀ ਹੁੰਦੀ ਹੈ? ਹਰੇਕ ਦੀ ਆਪਦੀ ਪਰਿਭਾਸ਼ਾ। ਜਿਵੇਂ ਹੁਣ ਤੁਸੀਂ ਉਸ ਚੀਜ਼ ਨੂੰ, ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਸ਼ਾਇਦ ਕਿਤੇ ਨਾ ਕਿਤੇ ਅੱਜ ਕੱਲ੍ਹ ਕਾਂਗਰਸ ਤੋਂ ਖਫਾ ਹੋ ਅਤੇ ਤੁਸੀਂ ਉਹਨੂੰ ਬਣਾ ਦਿੱਤਾ ਵੀ ਕੀ ਕਾਂਗਰਸ ਦਾ ਦਾਅ ਲੱਗ ਗਿਆ।
ਤੁਸੀਂ ਇਹ ਕੀ ਕਿਹਾ ਮੈਂ ਨਹੀਂ ਕਿਹਾ ਲੱਗ ਗਿਆ, ਮੈਂ ਉਹੀ ਕਹਿ ਰਿਹਾ ਨਾ। ਮੈਂ ਕਿਹਾ ਕੀ ਲੱਗ ਗਿਆ ਲੇਕਿਨ ਜਾਂ ਕੀ ਤੁਹਾਡੇ ਕੋਲ ਬਾਕੀ ਕੈਲਕੂਲੇਸ਼ਨਾਂ ਸੀ ਉਹ? ਹਾਂਜੀ, ਤੁਹਾਡੇ ਦਰਸ਼ਕਾਂ ਨੇ ਤੁਹਾਨੂੰ ਵੇਖਦੇ ਆ, ਸੁਣਦੇ ਆ, ਤੁਸੀਂ ਪੰਜਾਬ ਦੇ ਵਿੱਚ ਮੰਨੇ ਪ੍ਰਮੰਨੇ ਜਰਨਲਿਸਟ ਹੋ ਔਰ ਤੁਹਾਡੀਆਂ ਗੱਲਾਂ ਕਹੀਆਂ ਹੋਈਆਂ ਬੜੀਆਂ ਅੱਗੇ ਤੱਕ ਜਾਂਦੀਆਂ ਔਰ ਤੁਸੀਂ ਦਿਮਾਗ ਨੂੰ ਮੈਂ ਤੁਹਾਨੂੰ ਸਾਹਮਣੇ ਤਾਂ ਹੀ ਬਿਠਾਇਆ ਵਰਿੰਦਰ, ਮੈਂ ਸਾਹਮਣੇ ਤੁਹਾਨੂੰ ਤਾਂ ਬਿਠਾਇਆ, ਤੁਸੀਂ ਦੱਸੋ। ਮੈਂ ਸਿਰਫ ਉਹ ਜਿਹੜੇ ਲੋਕਾਂ 'ਚ ਧਾਰਨਾਵਾਂ ਨੇ, ਮੈਂ ਕਿਹਾ ਲੋਕਾਂ ਦੀਆਂ ਧਾਰਨਾਵਾਂ ਨੇ। ਹਾਂ, ਜਿਹੜੀ ਦਿਮਾਗ ਨੂੰ ਪਲਟਣ ਦੀ ਗੱਲ ਹੁੰਦੀ ਆ, ਦਿਮਾਗ ਨੂੰ ਸੋਚਣ ਦੇ ਉੱਤੇ ਮਜਬੂਰ ਕਰਨ ਦੀ ਗੱਲ ਹੁੰਦੀ ਆ, ਉਹ ਰਾਜਨੀਤੀ ਹੁੰਦੀ ਆ। ਜਿਹੜੀ ਤੁਸੀਂ ਹੁਣੇ ਆਪਣੀ ਸ਼ੁਰੂ ਦੀ ਲਾਈਨਾਂ 'ਚ ਰਾਜਨੀਤੀ ਕੀਤੀ, ਇਹਨੂੰ ਵੀ ਅਸੀਂ ਤੁਹਾਡੇ ਕੋਲ ਮੰਚ ਆ, ਤੁਸੀਂ ਰਾਜਨੀਤੀ ਕਰੋ। ਮੈਂ ਆਪਣੇ ਤੁਹਾਨੂੰ ਪੁੱਛਿਆ ਗਿਆ ਕਿ ਰਾਜਨੀਤੀ ਕੀ ਹੁੰਦੀ ਆ, ਤੁਸੀਂ ਬੋਲੋ, ਜਿੰਨੀ ਮਰਜ਼ੀ ਰਾਜਨੀਤੀ ਕਰੋ ਤੁਸੀਂ। ਮੈਂ ਤਾਂ ਵਿਦ ਐਗਜ਼ਾਮਪਲ ਦੇਤੀ ਵੀ ਹੁਣੇ ਜਿਹੜੀ ਤੁਸੀਂ ਪਹਿਲੀ ਲਾਈਨਾਂ 'ਚ 2 ਸ਼ਬਦਾਂ 'ਚ ਕੀਤੀ ਆ, ਉਹੀ ਰਾਜਨੀਤੀ ਆ। ਲੋਕਾਂ ਦੇ ਸਵਾਲ ਖੜੇ ਕਰਨੇ ਔਰ ਉਹਨਾਂ ਸਵਾਲਾਂ ਦੇ ਖੁਦ ਜਵਾਬ ਦੇ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅਸੀਂ ਜਿਹੜੇ ਆ ਸਵਾਲ ਆ, ਇਹਨਾਂ ਦਾ ਹੱਲ ਅਸੀਂ ਕਰ ਸਕਦੇ ਹਾਂ। ਇੱਕ ਮੋਟੀ ਰਾਜਨੀਤੀ ਜਿਹੜੀ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹ ਚੱਲਦੀ ਆ। ਔਰ ਇੱਕ ਜਿਹੜੀ ਆਪਾਂ ਜਿਹਨੂੰ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੰਦੀ, ਜਿਹੜੀ ਆਪਾਂ ਸਟੇਟਸਮੈਨਸ਼ਿਪ, ਹਾਂ, ਜਿਵੇਂ ਤੁਸੀਂ ਪਹਿਲੀ ਲਾਈਨਸ 'ਚ ਉਹ ਕਿਹਾ ਵੀ ਇਤਿਹਾਸ ਨੂੰ ਪੁੱਠਾ ਗੇੜਾ ਦੇ ਦੇਣਾ, ਜਾਂ ਜੋ ਅੱਜ ਦੇ ਸਮੇਂ 'ਚ ਕਿਤੇ ਬੀਜੇਪੀ ਵੀ ਕਰ ਰਹੀ ਆ। ਸੋ ਇਹਨੂੰ ਰਾਜਨੀਤੀ ਨੂੰ ਕਿਸੇ ਪਰਿਭਾਸ਼ਾ 'ਚ ਡਿਫਾਈਨ ਕਰਨਾ ਰਾਜਨੀਤੀ ਦੀ ਇੱਕ ਤੋਹਰੀਨ ਹੋਊਗੀ। ਰਾਜਨੀਤੀ, ਅੱਛਾ ਚਲੋ ਮੈਂ ਹੁਣ ਸਿੱਧਾ ਤੁਹਾਡੀ ਇਲੈਕਸ਼ਨ ਦੇ ਉੱਤੇ ਜਿਹੜੇ ਮੈਂ ਇੱਕ ਸ਼ਬਦ ਵਰਤਿਆ ਕਿ ਰਾਜਨੀਤੀ 'ਚ ਬਹੁਤੇ ਲੋਕ, ਮੈਂ ਇਸ ਕਰਕੇ ਤੁਹਾਡੇ ਤੋਂ ਪੁੱਛਿਆਗਾ, ਰਾਜਨੀਤੀ 'ਚ ਬਹੁਤੇ ਲੋਕ ਉਹ ਹੁੰਦੇ ਨੇਗੇ ਜਿਨ੍ਹਾਂ ਨੂੰ ਰਾਜਨੀਤੀ ਦੀ ਆਰ ਨਹੀਂ, ਬਹੁਤੇ ਲੋਕ ਨਹੀਂ, ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਥਿਊਰਾਈਜ਼ ਕਰਨਾ ਕਿ ਰਾਜਨੀਤੀ ਹੁੰਦੀ ਕੀ ਹੈਗੀ, ਰਾਜਨੀਤੀ 'ਚ ਕਿੱਥੋਂ ਪੂਛ ਦੱਬੋਗੇ, ਕਿੱਥੇ ਕੰਨ ਖੜੇ ਹੋਣਗੇ, ਕਿੱਥੋਂ ਕੰਨ ਦੱਬੋਗੇ, ਕਿੱਥੇ ਪੂਛ ਖੜੀ ਹੋਊਗੀ। ਇਹ ਥੋੜ੍ਹੇ ਲੋਕ ਹੁੰਦੇ ਨੇ। ਪੰਜਾਬ ਯੂਨੀਵਰਸਿਟੀ ਦੀ ਚੋਣ 'ਚ ਉਹ ਰਾਜਨੀਤੀ ਤੇ ਤੁਹਾਡੀ ਸਮਝ ਸੀ ਜਿਹਨੂੰ ਲੋਕ ਪੜ੍ਹ ਰਹੇ ਨੇ ਕਿ ਐਡਾ ਵੱਡਾ ਯਾਰ 700 ਵੋਟਾਂ ਦਾ ਫਰਕ ਕਿਵੇਂ ਆ ਸਕਦਾ, ਏਜੰਸੀਆਂ ਹੈਰਾਨ ਨੇ। ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ। ਹੁਣ ਜਿਵੇਂ ਤੁਸੀਂ ਕਿਉਂਕਿ ਕਿਹਾ ਜਾ ਰਿਹਾ ਤੁਹਾਡੀਆਂ ਕੈਲਕੂਲੇਸ਼ਨਾਂ 'ਚ ਵੀ ਨਹੀਂ ਸੀ ਇਹ। ਹਾਂਜੀ, ਨਹੀਂ, ਸਾਡੀਆਂ ਕੈਲਕੂਲੇਸ਼ਨਾਂ ਸਾਡੇ ਤੱਕ ਸੀ, ਅਸੀਂ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਨਹੀਂ ਸੀ ਕੋਈ ਕੈਲਕੂਲੇਸ਼ਨ। ਸਾਨੂੰ ਇਹ ਪਤਾ ਸੀ ਵੀ ਐਤਕੀ ਮੌਕਾ ਹੈਗਾ NSUI ਕੋ ਜਿੱਤਣ ਦਾ। ਸਾਨੂੰ ਇਹ ਸਮਝ ਆ ਗਈ ਸੀ ਕਿਉਂਕਿ ਪਿਛਲੀ ਵਾਰ ਜਦੋਂ CYSS ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ ਉੱਥੇ ਜਿੱਤਿਆ, ਇਹਨਾਂ ਨੇ ਬਹੁਤ ਪ੍ਰਚਾਰ ਕੀਤਾ ਹਰਿਆਣਾ ਹਿਮਾਚਲ ਤੱਕ ਜਾ ਕੇ ਵੀ ਸ਼ਾਇਦ ਪੰਜਾਬ ਦਾ ਸਾਰਾ ਨੌਜਵਾਨ ਇਹਨਾਂ ਨਾਲ ਤੁਰ ਪਿਆ, ਹਰਿਆਣੇ ਦਾ ਨੌਜਵਾਨ ਇਹਨਾਂ ਨਾਲ ਤੁਰ ਪਿਆ। ਅਸੀਂ ਉਹ ਬੜੇ ਲੰਬੇ ਸਮੇਂ ਤੋਂ ਉੱਥੇ ਪਾਰਟੀਸਪੇਟ ਵੀ ਨਹੀਂ ਕੀਤਾ ਸੀ ਔਰ ਅਸੀਂ ਕਰਨਾ ਵੀ ਨਹੀਂ, ਸਾਡਾ ਫਰਜ਼ ਬਣਦਾ। ਕਿਉਂਕਿ ਜਦੋਂ ਤੁਸੀਂ ਯੂਨੀਵਰਸਿਟੀ 'ਚ ਇੱਕ ਲੰਬੇ ਸਮੇਂ 'ਚ ਰਾਜਨੀਤੀ ਕੀਤੀ ਹੋਵੇ, ਬਾਰ-ਬਾਰ ਉੱਥੇ ਵਾਪਸ ਜਾ ਕੇ ਸ਼ਾਇਦ ਉਹੀ ਲੋਕ ਜਾਂਦੇ ਆ ਜਿਨ੍ਹਾਂ ਦਾ ਸ਼ਾਇਦ ਬਾਹਰ ਕੁਛ ਨਹੀਂ ਹੁੰਦਾ। ਲੇਕਿਨ ਇੱਕ ਜਿਹੜੀ ਤੁਸੀਂ ਗੱਲ ਕੀਤੀ, ਰਾਜਨੀਤੀ ਯੂਨੀਵਰਸਿਟੀ ਦੀ ਪੋਲਿਟਿਕਸ 'ਚੋਂ ਵੀ ਕਿਤੇ ਨਾ ਕਿਤੇ ਉੱਭਰਦੀ ਆ। ਇੱਕ ਮੈਸੇਜ ਦੀ ਰਾਜਨੀਤੀ ਹੁੰਦੀ ਆ, ਇੱਕ ਨੈਰੇਟਿਵ ਦੀ ਰਾਜਨੀਤੀ ਹੁੰਦੀ ਆ। ਔਰ ਸਾਨੂੰ ਦੁੱਖ ਲੱਗਦਾ ਸੀ ਵੀ ਯਾਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਕਰਕੇ ਥੋੜ੍ਹਾ ਯੂਨੀਵਰਸਿਟੀ ਜਿੱਤ ਗਿਆ, ਜਾਂ ਐਤਕੀ ਵੀ ਅਗਰ ਅਸੀਂ ਕਹੀਏ ਵੀ ਲੋਕਾਂ ਨੇ ਮਤਲਬ ਰਾਹੁਲ ਗਾਂਧੀ ਦੇ ਨਾਂ ਤੇ ਵੀ ਇਸ ਕਰਕੇ ਵੀ ਹਾਂ ਸਾਡੇ ਕਿਸੇ ਲੀਡਰ ਦੇ ਨਾਮ ਦੇ ਉੱਤੇ ਉੱਥੇ ਵੋਟ ਦੇ ਦਿੱਤੀ ਆ। ਰਾਜਨੀਤੀ ਵਿੱਚ ਤੁਹਾਨੂੰ ਇੱਕ ਉਸ ਲੋਕਲ ਇਲੈਕਸ਼ਨ ਦੇ ਵਿੱਚ ਇੱਕ ਮੈਸੇਜ ਲੇਕਿਨ ਸਟੂਡੈਂਟਸ ਨੇ ਜ਼ਰੂਰ ਦਿੱਤਾ ਵੀ ਯਾਰ ਅਸੀਂ ਸਰਕਾਰਾਂ ਦੇ ਉਲਟ ਆ। ਪਰ ਤੁਸੀਂ ਵੀ ਤਾਂ ਇਹ ਗੱਲ ਕਿਹਾ ਜਦੋਂ ਜਿੱਤੇ, ਤੁਹਾਡੀ ਸਟੇਟਮੈਂਟ ਵੀ ਇਹ ਆਈ ਕਿ ਮੈਸੇਜ ਚਲਾ ਗਿਆ ਹੈਗਾ, ਪਤਾ ਲੱਗ ਗਿਆ ਕੀ ਹੈ, ਝਾੜੂ ਤੀਲਾ ਹੋ ਗਿਆ। ਦੇਖੋ ਇੱਕ ਗੱਲ ਪੱਕੀ ਆ ਵੀ ਜਿਸ ਤਰੀਕੇ ਦਾ ਉਹਨਾਂ ਦਾ ਕੈਂਪੇਨ ਸੀ, ਫਿਰ ਜੇ ਤੁਸੀਂ ਇਹ ਕਹੋਗੇ ਉਹ ਕਿਉਂ ਨਾ ਕਹਿਣ। ਮੈਂ ਤੁਹਾਨੂੰ ਦੱਸਦਾ ਨਾ, ਕਿਉਂਕਿ ਉਹਨਾਂ ਦਾ ਕੈਂਪੇਨ, ਉਹਨਾਂ ਦੇ ਮੰਤਰੀ ਉੱਥੇ ਝੋਕਤੇ। ਭਗਵੰਤ ਮਾਨ 2 ਵਾਰ ਯੂਨੀਵਰਸਿਟੀ ਚਲੇ ਗਏ, ਉਹਨਾਂ ਦੀ ਜੁਆਇਨਿੰਗ ਆ ਉਹਨਾਂ ਦੇ ਮੰਤਰੀਆਂ ਕੋਲ ਹੁੰਦੀ ਸੀ। ਉਹਨਾਂ ਨੇ ਸਾਰਾ ਕੈਂਪੇਨ ਆਪਣਾ ਆਮ ਆਦਮੀ ਤੇ ਲਿਆ ਕੇ ਖੜਾ ਕਰਤਾ ਵੀ ਦੇਖੋ ਸਾਡੀ ਪਾਰਟੀ ਜਿਹੜੀ ਆ 3-4 ਮੰਤਰੀ 2-3 MLA ਇਹਨਾਂ ਦੇ ਨਾਲ ਖੜੀ ਆ। ਵਰਿੰਦਰ, ਕੀ ਤੁਸੀਂ ਇਹ ਨਹੀਂ ਕਰਦੇ ਸੀ? ਮੈਂ ਪੁੱਛ ਰਿਹਾ, ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਸਾਰਾ ਤਾਮ ਝਾਮਲਾ ਹਰ ਪਾਰਟੀ ਲਾਉਂਦੀ ਹੈਗੀ, ਹਰ ਪਾਰਟੀ ਇਹ ਜ਼ੋਰ ਲਾਉਂਦੀ ਹੈ। ਫਿਰ ਮੈਂ ਜੇ ਤਾਂ ਪਹਿਲੀ ਵਾਰ ਹੋਇਆ ਫਿਰ ਤਾਂ ਦੱਸੋ। ਦੇਖੋ ਯਾਦਵਿੰਦਰ ਜੀ, ਫੈਕਚੁਅਲ ਗੱਲਾਂ ਦੇ ਉੱਤੇ ਆਈਏ। ਐਕਚੁਅਲੀ ਜਿਵੇਂ ਤੁਸੀਂ ਕਿਹਾ 700 ਵੋਟਾਂ ਦੀ ਜਿੱਤ ਆ, ਹੁਣ ਯੂਨੀਵਰਸਿਟੀ 'ਚ 1000 ਵੋਟਾਂ ਦੀ ਵੀ ਜਿੱਤ ਹੋਈ ਆ, ਯੂਨੀਵਰਸਿਟੀ 200 ਵੋਟਾਂ ਦੀ ਵੀ ਜਿੱਤ ਹੋਈ ਆ। ਸੋ ਇਹ ਮਾਰਜਨ ਜਿਹੜੇ ਆ ਨਾ, ਹੁਣ ਡੈਮੋਕ੍ਰੇਸੀ ਨੂੰ ਆਪਾਂ ਇਕੱਲੀ ਇਸ ਤਰੀਕੇ ਨਾਲ, ਕਈ ਵਾਰ ਆਪਾਂ ਜਿਵੇਂ ਕਈ ਵਾਰ ਕੋਈ ਹਾਰ ਜੇ, ਪਰ ਸ਼ਾਇਦ ਕਿਸੇ ਦੀ ਹਾਰ ਦੇ ਚਰਚਾ ਵੱਧ ਹੁੰਦੇ ਰਹੇ ਆ ਔਰ ਕਿਸੇ ਦੀ ਜਿੱਤ ਦੇ ਉਹਨਾਂ ਚਰਚਾ ਨਹੀਂ ਹੁੰਦਾ। ਸੋ ਇਹਨੂੰ ਕਿਸੇ ਪਰਿਭਾਸ਼ਾ 'ਚ ਨਾ ਡਿਫਾਈਨ ਕਰੋ। ਯੂਨੀਵਰਸਿਟੀ ਦਾ ਜੋ ਮੈਸੇਜ ਅਗਰ ਉਹਨੂੰ ਡਿਫਾਈਨ ਕਰਨਾ ਚਾਹੀਏ, ਜ਼ੋਰ ਜ਼ਬਰ ਨੂੰ ਯੂਨੀਵਰਸਿਟੀ ਦੇ ਬੱਚਿਆਂ ਨੇ ਨਕਾਰਿਆ। ਜਿਹੜਾ ਉੱਥੇ ਆਮ ਆਦਮੀ ਦੇ ਮੰਤਰੀਆਂ ਦਾ ਉੱਥੇ ਪਹੁੰਚਣਾ, ਆਮ ਆਦਮੀ ਦੇ MLAਆਂ ਦਾ ਉੱਥੇ ਪਹੁੰਚਣਾ, BJP ਦਾ ਪ੍ਰਸ਼ਾਸਨ ਥਰੂ, ਟੀਚਰਸ ਥਰੂ, ਪ੍ਰੋਫੈਸਰਸ ਥਰੂ, ਕਿਉਂਕਿ ਸੈਂਟਰ ਨਾਲ ਬਹੁਤ ਲੈਣ ਦੇਣਾ, ਉਹਨਾਂ ਦਾ ਕੰਟਰੋਲ ਕਰਨਾ। ਇਹ ਜਿਹੜਾ ਕੰਟਰੋਲ ਕਰਨ ਦੀ ਰਾਜਨੀਤੀ ਸੀ ਨਾ, ਵੀ ਟੀਚਰਾਂ ਨੂੰ ਫੜ ਕੇ ਕੰਟਰੋਲ ਕਰ ਲਓ, ਵੋਟਾਂ ਬੈਲਟ ਬਾਕਸ 'ਚ ਪਈਆਂ ਔਰ ਉਹਦੇ ਜਵਾਬ ਆਇਆ। ਸ਼ਾਇਦ ਤਾਂ ਹੀ ਕੋਈ ਅਨੁਮਾਨ ਨਹੀਂ ਲਾ ਸਕਿਆ ਸੀ। ਲੋਕਾਂ ਨੇ ਸੋਚਿਆ ਯਾਰ ਸਰਕਾਰਾਂ, ਪੈਸਾ, ਪਾਵਰ, ਇਹਦੇ ਨਾਲ ਸ਼ਾਇਦ ਰਾਜਨੀਤੀ ਚੱਲ ਪੈਂਦੀ ਹੈ। ਲੇਕਿਨ ਸਟੂਡੈਂਟਸ ਨੇ ਮੈਸੇਜ ਦਿੱਤਾ। ਜਦੋਂ ਤੁਹਾਡੀ ਸਰਕਾਰ ਦੇ ਟਾਈਮ ਤੁਹਾਨੂੰ ਹਰਾਉਂਦੇ ਰਹੇ, ਉਦੋਂ ਵੀ ਸੇਮ ਮੈਸੇਜ ਇਹ ਹੁੰਦਾ ਨਹੀਂ, ਅਸੀਂ ਆਪਣੀ ਸਰਕਾਰ ਟਾਈਮ ਜਿੱਤਦੇ ਵੀ ਰਹੇ ਹਾਂ,
ਜਿੱਦਣ ਅਸੀਂ ਪਹਿਲੀ ਵਾਰ ਹਾਰੇ ਵੀ ਹੋ ਜਿੰਨੀ ਨਹੀਂ, ਮੈਂ ਤੁਹਾਨੂੰ ਦੱਸ ਰਿਹਾ, ਅਸੀਂ ਬਹੁਤ ਘੱਟ ਹੋਇਆ ਵੀ ਅਸੀਂ ਉਸ ਟਾਈਮ ਹਾਰੇ ਹੋਈਏ। ਜਦੋਂ ਘੱਟ ਹਾਰੇ ਹੋਈਏ ਮੈਂ ਉਹੀ ਪੁੱਛ ਰਿਹਾ। ਨਹੀਂ ਉਦੋਂ ਫਿਰ ਇਹੀ ਫਾਰਮੂਲਾ ਲੱਗਦਾ ਹੋ ਤੁਹਾਡੇ ਤੇ ਨਹੀਂ, ਮੈਂ ਜਾਂ ਬਦਲ ਜਾਂਦਾ? ਨਹੀਂ ਦੇਖੋ, ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਅਗਰ ਅਸੀਂ ਸਰਕਾਰ ਦਾ ਉੱਥੇ ਜ਼ਿਆਦਾ ਯੂਜ਼ ਕਰੀਏ, 2013 ਚ ਅਸੀਂ ਸਭ ਤੋਂ ਪਹਿਲਾਂ NSUI ਇੱਥੇ ਲਾਂਚ ਕੀਤੀ ਸੀ, ਜਿਸ ਦਿਨ ਮੈਂ ਪਹਿਲੀ ਵਾਰ ਅਸੀਂ ਜਿੱਤੇ ਸੀ। ਉਦੋਂ ਸੈਂਟਰ 'ਚ ਜ਼ਰੂਰ ਸਰਕਾਰ ਸੀਗੀ, ਲੇਕਿਨ ਉਦੋਂ ਕਾਂਗਰਸ ਦੀ ਇੰਨੀ ਇੰਟਰਫੇਰੈਂਸ ਵੀ ਨਹੀਂ ਹੁੰਦੀ ਸੀ, ਲੇਕਿਨ ਇੱਥੇ ਸਟੇਟ ਸਾਡੀ ਸਰਕਾਰ ਨਹੀਂ ਸੀ, ਉਦੋਂ ਅਕਾਲੀ ਦਲ ਦੀ ਸਰਕਾਰ ਸੀ। ਅਸੀਂ ਲਗਾਤਾਰ 2 ਸਾਲ ਰਹੇ। ਉਸ ਤੋਂ ਬਾਅਦ ਸਾਡੀ ਜਦੋਂ 17 ਸਰਕਾਰ ਬਣਦੀ ਆ, ਉਦੋਂ NSUI ਜਿਹੜੀ ਸੀ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਕੰਸਿਸਟੈਂਟਲੀ ਜਿੱਤਦੀ ਆਈ ਹੈ। ਪ੍ਰੈਜ਼ੀਡੈਂਟ ਸੀਟ ਨਹੀਂ ਜਿੱਤੀ ਸੀ। 17 ਚ ਅਸੀਂ ਲਾਸਟ ਵਾਰ ਪ੍ਰੈਜ਼ੀਡੈਂਟ ਜਿੱਤੇ, 18 ਚ ਅਸੀਂ ਹਾਰੇ, 19 ਚ ਹਾਰੇ, ਆਪਣਾ ਕੀ ਕਹਿੰਦੇ 21 ਚ ਹਾਰੇ, 22 ਚ ਹਾਰੇ। 6 ਸਾਲਾਂ ਬਾਅਦ ਜ਼ਰੂਰ ਜਿੱਤੇ, 1 ਸਾਲ ਚੋਣ ਵੀ ਨਹੀਂ ਹੋਈ ਸੀ, ਲੇਕਿਨ NSUI ਕਿਸੇ ਨਾ ਕਿਸੇ ਸੀਟ ਤੇ ਜਿੱਤਦੀ ਸੀ। ਇਹਨਾਂ ਨੂੰ ਤਾਂ ਕੋਈ ਵੀ ਸੀਟ ਨਹੀਂ ਮਿਲੀ। ਮੇਰਾ ਕਹਿਣ ਦਾ ਮਤਲਬ ਆ, ਇੱਕ ਜਿਹੜੀ ਕਾਂਗਰਸ ਵਿਚਾਰਧਾਰਾ ਵਾ ਨਾ, ਉਹ ਕੋਈ ਬਹੁਤੀ ਨਾ ਰਾਈਟ ਆ ਨਾ ਲੈਫਟ ਆ, ਨਾ ਕੋਈ ਉਹ ਸੈਂਟਰਿਸਟ ਜੀ ਹੈਗੀ। ਉਹਦੇ ਅੰਦਰ ਬਹੁਤੀ ਫਲੈਕਸੀਬਿਲਿਟੀਜ਼ ਹੈਗੀਆਂ, ਉਹਦੇ ਅੰਦਰ ਕੋਈ ਬਹੁਤਾ ਜ਼ੋਰ ਜ਼ਬਰ ਨਹੀਂ ਆ, ਉਹ ਕੋਈ ਰਿਜਿਡਨੈਸ ਨਹੀਂ ਆ, ਉਹ ਕੋਈ ਕੱਟੜਪੰਥੀ ਨਹੀਂ ਆ। ਸੋ ਇਸ ਕਰਕੇ ਸਟੂਡੈਂਟਸ ਵਿੱਚ ਇਹ ਚੀਜ਼ਾਂ, ਅਗਰ ਲੈਫਟ ਵੀ ਵੇਖੋ ਤੁਸੀਂ, ਵਿੱਚ SFS ਵੀ ਜਿੱਤੀ ਸੀ ਇੱਕ ਵਾਰ ਅੱਜ, ਔਰ ਉਹਨੂੰ ਅਗਰ ਡੀਕੋਡ ਕਰੋਗੇ ਤਾਂ ਮੇਰੇ ਹਿਸਾਬ ਨਾਲ ਜਿਹੜੇ ਸਟੂਡੈਂਟਸ ਆ ਨਾ, ਉਹ ਕੱਟੜ ਨਹੀਂ ਹੁੰਦੇ। ਹੌਲੀ ਹੌਲੀ ਜ਼ਿੰਦਗੀ 'ਚ ਆਪਾਂ ਅੱਗੇ ਹੋਣਾ, ਕੱਟੜਪੰਥੀ ਜ਼ਰੂਰ ਆਉਂਦੀ ਆ। ਔਰ ਅਗਰ ਪੰਜਾਬ ਯੂਨੀਵਰਸਿਟੀ ਦੀ ਖਾਸ ਤੌਰ 'ਤੇ ਗੱਲ ਕਰੋ, ਇੱਥੇ ਪੰਜਾਬ ਵੀ ਆ, ਇੱਥੇ ਹਰਿਆਣਾ ਵੀ ਆ, ਇੱਥੇ ਹਿਮਾਚਲ ਵੀ ਆ, ਇੱਥੇ ਰਾਜਸਥਾਨ ਵੀ ਆ, ਇੱਥੇ ਬਿਹਾਰ UP ਵੀ ਆ। ਤੁਹਾਨੂੰ ਇੱਥੋਂ ਫੋਰਨ ਅਫਗਾਨੀ ਸਟੂਡੈਂਟ ਵੀ ਮਿਲ ਜਾਣਗੇ, ਤੁਹਾਨੂੰ ਜੰਮੂ ਕਸ਼ਮੀਰ ਦੇ ਸਟੂਡੈਂਟ ਵੀ ਮਿਲ ਜਾਣਗੇ। ਸੋ ਇੱਕ ਬੜਾ ਖੂਬਸੂਰਤ ਗੁਲਦਸਤਾ ਵਾ। ਤਾਂ ਹੀ ਇੱਥੇ ਸ਼ਾਇਦ BJP ਅੱਜ ਤੱਕ ਕਦੀ ਨਹੀਂ ਜਿੱਤ ਸਕੀ, ਔਰ ਨਾ ਕਦੀ ਜਿੱਤੂਗੀ। ਉਹ ਆਪਣੀ 2200 ਜਿਹੜੀ ਆ ਉੱਤੇ ਸੀਮਿਤ ਹੋ ਕੇ ਰਹਿ ਜਾਂਦੇ ਆ। ਔਰ ਆਮ ਆਦਮੀ ਪਿਛਲੀ ਵਾਰ ਜਿੱਤਣ ਦੇ ਕਾਰਨ, ਉਹ ਭਗਵੰਤ ਮਾਨ ਨਹੀਂ ਸੀ, ਉਹਨਾਂ ਨੇ ਭਗਵੰਤ ਮਾਨ ਨੂੰ ਐਟਰੀਬਿਊਟ ਕਰਤਾ। ਤੁਸੀਂ ਵੇਖੋ ਐਤਕੀ ਕਾਂਗਰਸ ਜਿੱਤੀ ਆ, ਤੁਸੀਂ ਵੇਖਿਆ ਕਿਤੇ ਕਾਂਗਰਸ ਨੇ? ਵਰਿੰਦਰ, ਜਦੋਂ ਤੁਸੀਂ ਜਿੱਤਦੇ ਹੁੰਦੇ ਸੀਗੇ, ਕੈਪਟਨ ਸਾਹਿਬ ਕੋਲ ਸਭ ਤੋਂ ਪਹਿਲਾਂ ਪਹੁੰਚਦੇ ਸੀ, ਜਿੰਨੇ ਤੁਹਾਡੇ ਬੰਦੇ ਹੁੰਦੇ ਸੀ, ਮੇਰੇ ਯਾਦ ਆ। ਤਾਂ ਫਿਰ ਮਤਲਬ ਮੈਂ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਡਬਲ, ਮੈਂ ਤਾਂ ਕਹਿਣਾ ਜਿਹੜੀ ਗੱਲ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ, ਉਹਨਾਂ ਤੇ ਇਹਨਾਂ 'ਚ ਫਰਕ ਕੀ ਹੈ? ਤੁਸੀਂ ਵੀ ਤਾਂ ਇਹੀ ਮੈਸੇਜ ਦਿੰਦੇ ਸੀ, ਅਸੀਂ ਜਿੱਤ ਗਏ, ਦੇਖੋ ਅਸੀਂ ਯੂਨੀਵਰਸਿਟੀ ਜਿੱਤ ਲਈ, ਪੰਜਾਬ ਯਾਨੀ ਆਪਾਂ ਜਿੱਤ ਲਿਆ, ਹਿਮਾਚਲ ਆਪਾਂ ਜਿੱਤ ਲਿਆ, ਹਰਿਆਣਾ ਯਾਨੀ ਆਪਾਂ ਮੈਸੇਜ ਦਿੰਦੇ ਸੀਗੇ। ਇਹ ਮੈਸੇਜ ਤਾਂ ਹੁੰਦਾ ਹੀ ਆ ਯਾਦਵਿੰਦਰ ਜੀ, ਮੈਂ ਇਹਨੂੰ ਡਿਨਾਈ ਤਾਂ ਨਹੀਂ ਕਰ ਰਿਹਾ। ਫਿਰ ਉਹਨਾਂ ਨਾਲ ਕੀ ਸਮੱਸਿਆ ਤੁਹਾਨੂੰ? ਉਹ ਵੀ ਅਗਲੇ ਕਰਨਗੇ, ਉਹ ਵੀ ਤੁਹਾਡੇ ਬੰਦੇ ਵੀ ਜਾਂਦੇ ਰਹੇ ਨੇ ਉਹ ਜਿਤਾਉਣ। ਉਹਨਾਂ ਦਾ ਕੈਂਪੇਨ ਜਿਹੜਾ ਸੀ, ਉਹ ਮੰਤਰੀ MLA ਚਲਾ ਰਹੀ ਸੀ। ਇੱਕ ਵਾਰ ਸਾਡੀ ਯੂਨੀਵਰਸਿਟੀ 'ਚ NSUI ਵੀ ਹਾਰੀ ਸੀ, ਜਦੋਂ ਸਾਡੇ MLA ਮੰਤਰੀ ਉੱਥੇ ਪਹੁੰਚੇ ਸੀ। ਉਦੋਂ ਇੰਡੀਪੈਂਡੈਂਟ ਫਰੰਟ ਜਿੱਤਿਆ ਸੀ। ਡਾਇਰੈਕਟ ਇੰਟਰਵੈਂਸ਼ਨ ਸੀ ਇੱਕ ਅੱਧੀ ਵਾਰ ਡਾਇਰੈਕਟ ਇੰਟਰਵੈਂਸ਼ਨ ਇੱਕ ਵਾਰੀ ਹੋਇਆ, ਉਹਦੇ ਤਾਂ ਵਿਰੋਧ ਹੋਇਆ, ਤੁਹਾਨੂੰ ਪਤਾ ਹੀ ਹੈ। ਉਦੋਂ ਨਹੀਂ, ਉਹਨਾਂ ਦਾ ਜਦੋਂ ਕਾਂਗਰਸ ਦਾ ਵੀ ਮੈਂ ਤੁਹਾਨੂੰ ਦੱਸ ਰਿਹਾ, ਜਦੋਂ ਡਾਇਰੈਕਟ, ਫਿਰ ਹੌਲੀ ਹੌਲੀ, ਔਰ ਤੁਸੀਂ ਵੇਖੋਗੇ ਦਿੱਲੀ ਯੂਨੀਵਰਸਿਟੀ 'ਚ ਐਡੀ ਵੱਡੀ ਯੂਨੀਵਰਸਿਟੀ ਆ। ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਇਹ ਆ, ਇੱਥੇ ਸੋਪੂ ਪੂਸੂ ਦਾ ਜ਼ਮਾਨਾ ਸੀ, ਜਦੋਂ ਸਟੂਡੈਂਟ ਐਕਟਿਵਿਜ਼ਮ ਵਾਕਈ ਜਿੰਦਾ ਸੀ। ਉਦੋਂ ਇੱਕ ਲੋਕਲ ਇਸ਼ੂਜ਼ ਦੇ ਉੱਤੇ ਇਲੈਕਸ਼ਨ ਹੁੰਦੀ ਸੀ, ਉਦੋਂ ਇਸ ਮੈਸੇਜ ਦੀ ਰਾਜਨੀਤੀ ਬਾਹਰ ਨਹੀਂ ਆਉਂਦੀ ਸੀ। ਜਦੋਂ ਤੋਂ NSUI, SOE, ABVP ਇਹ ਪਾਰਟੀਆਂ ਆਈਆਂ, ਉਦੋਂ ਬਾਹਰਲੇ ਲੀਡਰਾਂ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਵਧੀ ਆ। ਇੱਕ ਇਨਵੋਲਵਮੈਂਟ ਕੈਂਪੇਨ ਵਿੱਚ ਆ, ਔਰ ਇੱਕ ਜਿੱਤਣ ਤੋਂ ਬਾਅਦ ਹਰ ਇੱਕ ਕੋਲ ਹੱਕ ਆਪਣੇ ਲੀਡਰ ਕੋਲ ਜਾਂਦਾ। ਉਦੋਂ ਤਾਂ ਕੋਈ ਮਾੜੀ ਗੱਲ ਨਹੀਂ ਆ, ਉਹਨਾਂ ਦਾ ਧੰਨਵਾਦ ਕਰਨ ਜਾਂਦੇ ਆ, ਉਹਨਾਂ ਨੂੰ ਗੱਲ ਕਰਨ ਜਾਂਦੇ। ਲੇਕਿਨ ਤੁਸੀਂ ਅਗਰ ਡਾਇਰੈਕਟ ਕੈਂਪੇਨ ਵਿੱਚ ਹੀ ਮੰਤਰੀਆਂ ਨੂੰ ਇਨਵੋਲਵ ਕਰ ਲਓ, ਔਰ MLA ਤੋਂ ਫੋਨ ਕਰਾਣੇ ਸ਼ੁਰੂ ਕਰ ਦਿਓ ਉਹਨਾਂ ਦੇ ਘਰਾਂ ਵਿੱਚ। ਅਕਾਲੀ ਦਲ ਨੇ ਵੀ ਇੱਕ ਵਾਰ ਐਂ ਕੀਤਾ ਸੀ। ਅਕਾਲੀ ਦਲ ਜਦੋਂ ਸਰਕਾਰ 'ਚ ਨਹੀਂ ਸੀ, ਉਦੋਂ ਕਦੀ ਨਹੀਂ ਜਿੱਤ ਸਕੇ। ਜਦੋਂ ਸਰਕਾਰ ਤੋਂ ਬਾਹਰ ਸੀ, ਉਦੋਂ ਇਸ ਯੂਨੀਵਰਸਿਟੀ ਜਿੱਤੇ। ਤੁਹਾਡੀ ਕੈਲਕੂਲੇਸ਼ਨ ਪੂਰੀ ਸੀ, ਤੁਸੀਂ ਜਿੱਤੋਗੇ? ਸਾਨੂੰ ਪੂਰਾ ਵਿਸ਼ਵਾਸ ਸੀਗਾ ਅਸੀਂ ਜਿੱਤਾਂਗੇ। ਸਾਨੂੰ ਕੋਈ ਉਹਦੇ ਅੰਦਰ, ਦੇਖੋ ਮੈਂ ਤੁਹਾਨੂੰ ਕਹਾਂ ਵੀ ਕੈਲਕੂਲੇਸ਼ਨਾਂ ਹਰ ਵਾਰ ਠੀਕ ਪੈਂਦੀਆਂ ਤੇ ਉਹ ਕੋਈ ਸਹੀ ਗੱਲ ਵੀ ਨਹੀਂ ਹੁੰਦੀ। ਕੈਲਕੂਲੇਸ਼ਨਾਂ ਕਈ ਵਾਰ ਗੜਬੜ ਵੀ ਹੋ ਜਾਂਦੀਆਂ, ਲੇਕਿਨ ਸਾਨੂੰ ਇੱਕ ਮਾਹੌਲ ਦਿਖ ਰਿਹਾ ਸੀ ਉੱਥੇ। ਉਸ ਤੋਂ ਬਾਅਦ ਅਸੀਂ ਜਿਹੜੇ ਸਾਡੇ ਸਟੈਪ ਚੱਕੇ ਗਏ, ਕੈਂਡੀਡੇਟ ਨੂੰ ਲੈ ਕੇ, ਕੈਂਪੇਨ ਨੂੰ ਲੈ ਕੇ, ਮੈਸੇਜ ਨੂੰ ਦੇਣ ਨੂੰ ਲੈ ਕੇ, ਗਰੁੱਪਾਂ ਨੂੰ ਇਕੱਠੇ ਕਰਨ ਨੂੰ ਲੈ ਕੇ, ਯੂਨਿਟੀ ਨੂੰ ਲੈ ਕੇ, ਉਹ ਸਾਰੀ ਚੀਜ਼ਾਂ ਇੱਕ ਪਰਫੈਕਟ ਕੈਂਪੇਨ ਰਿਹਾ। ਅਗਰ ਇਸ ਕੈਂਪੇਨ 'ਚ ਕਿਤੇ ਗੜਬੜ ਹੋ ਜਾਂਦੀ, ਮੰਨ ਲਓ ਸਟੂਡੈਂਟਸ ਕੋਈ ਗਰੁੱਪ ਨਾ ਅਸੀਂ ਇਕੱਠੇ ਕਰ ਪਾਉਂਦੇ, ਜਾਂ ਅਸੀਂ ਕੋਈ ਮੈਸੇਜ ਚੰਗਾ ਨਾ ਦੇ ਪਾਉਂਦੇ, ਕੈਂਡੀਡੇਟ ਵੀ ਬਹੁਤ ਵਧੀਆ ਸੀ। ਇਹ ਬਹੁਤ ਜ਼ਿਆਦਾ ਫੈਕਟਰਸ ਨੇ ਇਕੱਠੇ ਹੋ ਕੇ, ਪੁਰਾਣਿਆਂ ਨੇ, ਨਵਿਆਂ ਨੇ, ਪ੍ਰੈਜ਼ੈਂਟ ਨੇ, ਬੜਾ ਕੁਛ ਲੱਗਾ। ਇਲੈਕਸ਼ਨ 'ਚ ਉੱਪਰ ਨੀਚੇ ਹੋ ਜਾਂਦਾ ਬਾਈ ਜੀ। ਇਲੈਕਸ਼ਨ 'ਚ ਕੋਈ ਸ਼ੋਰ ਸ਼ਾਟ ਵਿਕਟਰੀ ਥੋੜਾ ਵਾ। ਮੈਂ ਵੀ ਖੁਦ ਵੀ ਇਲੈਕਸ਼ਨ ਆ ਰਿਹਾ। ਗੱਲ ਕਹੀ ਕਿ ਜਿਹੜੇ ਬੰਦਿਆਂ ਕੋਲ ਕੰਮ ਨਹੀਂ ਹੁੰਦਾ, ਉਹ ਫਿਰ ਯੂਨੀਵਰਸਿਟੀ ਮਤਲਬ ਇਸ ਤਰ੍ਹਾਂ ਦੀ ਤੁਸੀਂ ਕਿਹਾ ਕਿ ਅਸੀਂ ਦੂਰ ਹੋਏ, ਜਿਹੜੇ ਬੰਦੇ ਫਿਰਦੇ ਰਹੇ ਯੂਨੀਵਰਸਿਟੀ ਦੇ ਨੇੜੇ ਹੀ, ਹੈ ਨਾ। ਤੁਸੀਂ ਰੋਪੜ ਤੋਂ ਇਲੈਕਸ਼ਨ ਲੜਦੇ ਹੋਗੇ, ਤੁਸੀਂ ਇਸ ਵਾਰ ਇੱਕ ਫਿਲਾਸਫੀਕਲ ਟਰਮ ਆ ਗਈ ਰਾਜਨੀਤੀ ਦੀ ਹੀ, ਰੀਵਿਜ਼ਿਟਿੰਗ ਹਿਸਟਰੀ ਜੀ। ਤੁਸੀਂ ਉਸ ਇਤਿਹਾਸ ਨੂੰ ਜਾ ਕੇ ਇਸ ਵਾਰ ਫਿਰ ਰੀਵਿਜ਼ਿਟ ਕੀਤਾ, ਯਾਨੀ ਜਿਸ ਇਤਿਹਾਸ ਦੇ ਇੱਕ ਪੰਨੇ 'ਚੋਂ ਤੁਸੀਂ ਪੈਦਾ ਹੋਏ ਹੋ, ਉਸੇ ਇਤਿਹਾਸ ਨੂੰ ਜਾ ਕੇ ਰੀਵਿਜ਼ਿਟ ਕਰਕੇ ਤੁਹਾਨੂੰ ਇਹ ਮਿਲਿਆ। ਫਿਰ ਜੇ ਤੁਹਾਨੂੰ ਐਂ ਲੱਗਦਾ ਗਾ ਕਿ ਨਹੀਂ, ਇਹ ਲੀਡਰਾਂ ਨੂੰ ਨੇੜੇ ਨਹੀਂ ਰਹਿਣਾ ਚਾਹੀਦਾ ਗਾ, ਇਹਨਾਂ ਨੂੰ ਦੂਰ ਹੋ ਜਾਣਾ ਚਾਹੀਦਾ ਉਸ ਪੋਲੀਟਿਕਸ ਤੋਂ, ਫਿਰ ਤੁਸੀਂ ਕਿਉਂ ਗਏ? ਦੇਖੋ, ਮੈਂ ਕੋਈ ਕੈਂਪਸ ਵਿੱਚ ਅੱਜ ਤੱਕ, ਜਿਸ ਦਿਨ ਤੋਂ ਮੈਂ
ਯੂਨੀਵਰਸਿਟੀ ਛੱਡੀ ਆ। ਨਹੀਂ, ਪਰ ਇਹ ਸਭ ਨੂੰ ਪਤਾ ਕਿ ਬਰਿੰਦਰ ਢਿੱਲੋਂ ਇਸ ਇਲੈਕਸ਼ਨ ਦੇ ਪਿਛਲਾ ਦਿਮਾਗ ਸੀਗਾ। ਬਰਿੰਦਰ ਢਿੱਲੋਂ ਇਲੈਕਸ਼ਨ ਲੜਵਾ ਰਿਹਾ ਸੀਗਾ। ਕਨ੍ਹਈਆ ਕੁਮਾਰ, ਬਰਿੰਦਰ ਢਿੱਲੋਂ ਦੀਆਂ ਮੀਟਿੰਗਾਂ ਹੋ ਰਹੀਆਂ ਸੀਗੀਆਂ। ਇੰਟੈਲੀਜੈਂਸ ਕੋਲ, CID ਕੋਲ, ਸਭ ਕੋਲ ਰਿਪੋਰਟ ਆ ਤੁਹਾਡੀ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ, ਇਹ ਸਾਰੀਆਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਬਾਹਰ ਰਹਿ ਕੇ ਕੈਂਪਸ ਤੋਂ ਹੋ ਸਕਦੀਆਂ। ਅਸੀਂ ਕੈਂਪਸ ਵਿੱਚ ਜਾ ਕੇ ਸਾਡੀ ਜਿਹੜੀ ਮੌਜੂਦਾ ਉੱਥੋਂ ਦੀ ਲੀਡਰਸ਼ਿਪ ਸੀ, ਜਿਹੜੇ ਬੱਚੇ ਉੱਥੇ ਲੜਦੇ ਸੀ, ਅਸੀਂ ਉਹਨਾਂ ਨੂੰ ਫੋਰਫਰੰਟ ਤੇ ਲਿਆਂਦਾ। ਪਿੱਛੋਂ ਆਰਗੇਨਾਈਜ਼ ਕਰਨਾ, ਪਿੱਛੋਂ ਕਰਨਾ, ਉਹ ਹਰ ਪਾਰਟੀ ਕਰਦੀ ਆ। ਉਹ ਜਿਹੜੀਆਂ ਸੋਪੂ ਪੂਸੂ ਸੀ, ਜਦੋਂ ਸੋਪੂ ਸੀ ਉਦੋਂ ਦਿਆਲ ਪ੍ਰਤਾਪ ਰੰਧਾਵਾ ਸਾਡੇ ਫਾਊਂਡਰ ਮੈਂਬਰ ਸੀ, ਉਹਨਾਂ ਦੇ ਵੀ ਕਿਤੇ ਐਡਵਾਈਸ ਹੁੰਦੀ ਸੀ, ਉਹ ਕਿਤੇ ਨਾ ਕਿਤੇ ਵਿੱਚ ਆਉਂਦੇ ਸੀ। ਪੂਸੂ ਦੇ ਕੁਲਜੀਤ ਸਿੰਘ ਨਾਗਰਾ ਸੀ। ਅੱਜ ਵੀ ਅਗਰ ਉਹਨਾਂ ਦਾ ਦਿਲ ਕਰੇ ਭਾਵੇਂ ਕਾਂਗਰਸੀ, ਉਹ ਜਾ ਕੇ ਪੂਸੂ ਦੀ ਮਦਦ ਕਰਨਗੇ ਕਿਉਂਕਿ ਸਾਡੇ ਵਿੱਚੋਂ ਸ਼ਾਇਦ ਸੋਪੂ, ਮੇਰੇ ਵਿੱਚੋਂ ਸੋਪੂ ਨਹੀਂ ਨਿਕਲਦੀ। ਮੈਨੂੰ ਅੱਜ ਕੀ ਬੜੀ ਖੁਸ਼ੀ ਹੋਈ, ਸੋਪੂ 2000 ਵੋਟ ਲੈ ਕੇ ਗਈ। ਬੜਾ ਮੈਨੂੰ ਮਤਲਬ ਮੇਰੇ ਵਿੱਚੋਂ ਨਹੀਂ ਨਿਕਲਦੀ ਚੀਜ਼ਾਂ, ਕਿਉਂਕਿ ਜਿਹੜਾ ਇੱਕ ਵਾਰ ਯੂਨੀਵਰਸਿਟੀ ਦੀ ਰਾਜਨੀਤੀ 'ਚ ਵੜ ਗਿਆ ਉਹ ਆਪਣੇ ਆਪ ਨੂੰ ਵੱਖਰਾ ਨਹੀਂ ਕਰ ਸਕਦਾ। ਲੇਕਿਨ ਫਰਕ ਆ ਦੋ ਚੀਜ਼ਾਂ ਵਿੱਚ। ਇੱਕ, ਤੁਹਾਡੇ ਕੋਲ ਮੰਨ ਲਓ ਬਾਹਰ ਅਸੀਂ ਕਦੀ ਯੂਨੀਵਰਸਿਟੀ ਜਿੱਤਣ ਤੋਂ ਬਾਅਦ ਵੀ, ਮੈਂ 2013 'ਚ ਜ਼ਰੂਰ ਜਿੱਤੇ ਸੀ, 2014 'ਚ ਵੀ ਅਸੀਂ ਜਿੱਤੇ, ਜਦੋਂ NSU 2 ਵਾਰ, ਉਦੋਂ ਮੈਂ ਜ਼ਰੂਰ ਕੈਂਪਸ, ਮੇਰੀ ਫੁੱਲ ਟਾਈਮ ਜਿਹੜੀ ਮੈਂ ਆਖਰੀ ਵਾਰ ਸਪੀਚਾਂ ਦਿੱਤੀਆਂ ਸੀ ਮੈਂ ਉਦੋਂ ਦਿੱਤੀਆਂ ਸੀ, ਜਾਂ ਮੈਂ ਸੈਂਟਰ ਤੇ ਜਾਂਦਾ ਸੀ ਉਦੋਂ ਦਿੱਤਾ ਸੀ। 2016 'ਚ ਵੀ ਅਸੀਂ ਜਿੱਤੇ ਦੁਬਾਰਾ, ਉਦੋਂ ਮੈਂ ਜਾ ਕੇ ਡਾਇਰੈਕਟ ਇਨਵੋਲਵਮੈਂਟ ਮੈਂ ਕਦੀ ਕੈਂਪਸ ਤੇ ਨਹੀਂ ਕੀਤੀ। ਉਦੋਂ ਜਿਹੜੀ ਉੱਥੋਂ ਦੀ ਲੋਕਲ ਲੀਡਰਸ਼ਿਪ ਸੀ, ਉਹਨਾਂ ਨੂੰ ਵੀ ਉਭਾਰਨਾ ਸਾਡਾ ਕੰਮ ਆ। ਐਤਕੀ ਵੀ ਉੱਥੇ ਆਪਣਾ ਕੀ ਕਹਿੰਦੇ ਮਨੋਜ ਲਵਾਣਾ ਮੁੰਡਾ ਹੈਗਾ, ਯੂਥ ਕਾਂਗਰਸ ਦਾ ਪ੍ਰਧਾਨ ਆ, ਹਾਲੇ ਕਿ ਉਹ ਵੀ ਸਾਬਕਾ ਵਾ, ਬੜਾ ਲੰਬਾ ਸਮਾਂ ਹੋ ਗਿਆ, ਉਹਦਾ ਇੰਪੋਰਟੈਂਟ ਰੋਲ ਰਿਹਾ। ਸਿਕੰਦਰ ਬੂਰਾ ਵਾ ਮੁੰਡਾ ਹਰਿਆਣੇ ਤੋਂ, ਉਹਦਾ ਇੰਪੋਰਟੈਂਟ ਰੋਲ ਰਿਹਾ। ਕਰਨ ਰੰਧਾਵਾ ਹੋਣੀ ਹੈਗੇ ਆ ਮੁੰਡੇ, ਉਹਨਾਂ ਦਾ ਇੰਪੋਰਟੈਂਟ ਰੋਲ ਰਿਹਾ। ਕੁਝ ਸਾਡੇ ਸਾਥੀ ਸੀ ਜਿਹੜੇ ਸਾਡੇ ਤੋਂ ਨਾਰਾਜ਼ ਹੋ ਕੇ ਦੂਜੀ ਪਾਰਟੀਆਂ 'ਚ ਵੀ ਚਲੇ ਗਏ। ਤਕਲੀਫ ਵੀ ਹੁੰਦੀ ਉਹਨਾਂ ਦੀ ਵੀ, ਉਹ ਯਾਰ ਦੂਜੀ ਪਾਰਟੀਆਂ 'ਚ ਕਿਉਂ ਚਲੇ ਗਏ। ਰਿਸ਼ਤੇ ਟੁੱਟੇ ਵੀ ਬਹੁਤ। ਅਗਰ ਮੈਂ ਕਹਾਂ ਵੀ ਅਗਰ ਇਸ ਯੂਨੀਵਰਸਿਟੀ ਤੋਂ ਵਿੱਚ ਗਵਾਇਆ ਹੀ ਜਾਂਦਾ ਬੜਾ ਕੁਛ ਬਹੁਤਾ ਕੱਢਣ ਪਾਉਣ ਨੂੰ ਨਹੀਂ ਮਿਲਦਾ। ਕਈ ਰਿਸ਼ਤੇ ਗਵਾਏ ਅੱਜ ਤੱਕ ਇਸ ਯੂਨੀਵਰਸਿਟੀ ਦੇ ਵਿੱਚ ਰਹਿ ਕੇ। ਕਈ ਵਾਰ ਕੋਈ ਬਹੁਤ ਖੂਬਸੂਰਤ ਰਿਸ਼ਤੇ ਜਿਹੜੇ ਲੰਬੇ ਚੱਲ ਸਕਦੇ ਸੀ, ਉਹ ਖਤਮ ਹੋਏ। ਦੁਸ਼ਮਣੀਆਂ ਪਈਆਂ ਇਸ ਯੂਨੀਵਰਸਿਟੀ ਦੇ ਵਿੱਚ। ਇਸ ਕਰਕੇ ਸ਼ਾਇਦ ਮੈਂ ਕੈਂਪਸ ਜਾਣਾ ਵੀ ਪਸੰਦ ਨਹੀਂ ਕਰਦਾ। ਲੇਕਿਨ ਆਰਗੇਨਾਈਜ਼ ਕਰਨਾ ਬਾਹਰੋਂ ਬੈਠ ਕੇ, ਉਹ ਸਾਡਾ ਫਰਜ਼ ਬਣਦਾ। ਅਸੀਂ ਇਸ ਯੂਨੀਵਰਸਿਟੀ ਦੀ ਪ੍ਰੋਡਕਟ ਆ, ਅਗਰ ਸਾਨੂੰ ਕੋਈ ਸਲਾਹ ਲੈਣ ਆਊਗਾ, ਕੋਈ ਗੱਲ ਕਰਨ ਆਊਗਾ, ਅਸੀਂ ਉਹਨਾਂ ਨੂੰ ਆਰਗੇਨਾਈਜ਼ ਤਾਂ ਕਰਾਂਗੇ। ਫਿਰ ਜਮੀਤ ਹੇਰ ਬਾਹਰੋਂ ਬੈ ਕੇ ਆਰਗੇਨਾਈਜ਼ ਕਰ ਰਿਹਾ, ਬਾਹਰੋਂ ਨਹੀਂ ਬੈਠਾ ਸੀ ਨਾ ਉਹ ਬੱਚਿਆਂ ਨੂੰ ਫੋਨ ਕਰਦਾ ਸੀ ਡਾਇਰੈਕਟ। ਮੀਤ ਹੇਰ, ਤੁਹਾਡੇ ਕੋਲ ਸਬੂਤ ਆ? ਤੁਸੀਂ ਮੀਤ ਹੇਰ ਤੋਂ ਪੁੱਛ ਲਓ। ਅਗਰ ਮੈਂ ਝੂਠ ਬੋਲਦਾ ਹੋਊਗਾ ਤਾਂ ਮੀਤ ਹੇਰ ਮੈਨੂੰ ਕੰਟਰਡਿਕਟ ਕਰਦੇ। ਟੀਚਰਾਂ ਤੱਕ ਨੂੰ, ਪ੍ਰੋਫੈਸਰਾਂ ਤੱਕ ਨੂੰ ਫੋਨ ਗਏ, ਬੱਚਿਆਂ ਨੂੰ ਜਾ ਕੇ ਜੁਆਇਨਿੰਗਾਂ ਕਰਵਾ ਰਿਹਾ। ਅਸੀਂ ਕਿਸੇ ਜੁਆਇਨਿੰਗ ਦੀ ਫੋਟੋ 'ਚ ਵਿਖੇ, ਅਸੀਂ ਕਿਤੇ ਪ੍ਰੈਸ ਕਾਨਫਰੰਸ 'ਚ ਵਿਖੇ। ਇੱਕ ਆਰਗੇਨਾਈਜ਼ ਕਰਾਉਣਾ ਔਰ ਇੱਕ ਫੋਰਫਰੰਟ ਤੇ ਤੁਹਾਡਾ ਚਿਹਰਾ ਬਣ ਕੇ ਲੜਨਾ। ਪਿੱਛੋਂ ਲੜਨ ਦੇ ਵਿੱਚ ਔਰ ਸਾਹਮਣੇ ਲੜਨ ਦੇ ਵਿੱਚ, ਕੋਈ ਲੜਨ 'ਚ ਅਸੀਂ ਕੋਈ ਲੜਾਈ 'ਚ ਕਮੀ ਨਹੀਂ ਛੱਡੀ। ਅਸੀਂ ਕੋਈ ਬੰਦਿਆਂ ਨਾਲ ਕਿਤੇ ਉੱਥੇ ਜਾਣ 'ਚ ਕਮੀ ਨਹੀਂ ਛੱਡੀ। ਅਸੀਂ ਕੋਸ਼ਿਸ਼ ਕੀਤੀ ਸਾਡੀ ਲੋਕਲ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਵੇ। ਸਟੂਡੈਂਟ ਲੀਡਰਸ਼ਿਪ ਹੈ ਕੀ ਯਾਦਵਿੰਦਰ ਜੀ, ਤੁਸੀਂ ਵੀ ਪਟਿਆਲਾ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਹੋ, ਅਸੀਂ ਵੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ। ਨਵੀਂ ਲੀਡਰਸ਼ਿਪ ਬਾਰ-ਬਾਰ ਆਉਣੀ ਚਾਹੀਦੀ। ਅੱਜ 15-16 ਸਾਲ ਬਾਅਦ ਵੀ ਅਗਰ ਮੈਨੂੰ ਪੰਜਾਬ ਯੂਨੀਵਰਸਿਟੀ ਜਾ ਕੇ ਸਾਹਮਣੇ ਜਾ ਕੇ ਲੜਨਾ ਪਵੇ ਤੇ ਸਾਡੀ ਬਹੁਤ ਵੱਡੀ ਨਲਾਇਕੀਅਤ ਹੋਊਗੀ ਵੀ ਅਸੀਂ ਉੱਥੇ ਆਪਣੇ ਤੋਂ ਬਾਅਦ ਕੋਈ ਲੀਡਰਸ਼ਿਪ ਹੀ ਨਹੀਂ ਪੈਦਾ ਕਰ ਸਕੇ। ਅੱਜ ਦੇ ਸਮੇਂ 'ਚ ਜਿਹੜੇ ਮੁੰਡੇ ਵੀ ਲੜ ਰਹੇ ਆ, ਤੁਸੀਂ ਮੈਨੂੰ ਪਿਛਲੇ 6-7 ਸਾਲਾਂ ਦੇ ਪ੍ਰਧਾਨਾਂ ਦੇ ਨਾਮ ਦੱਸ ਦਿਓ। ਸਵਾਏ ਸ਼ਾਇਦ ਕੰਨੂ ਤੋਂ ਤੁਸੀਂ ਨਾਮ ਨਹੀਂ ਦੱਸ ਸਕੋਗੇ, ਕਿਉਂਕਿ ਕੰਨੂ ਇੱਕ ਤਾਂ ਬ੍ਰੇਕ ਥਰੂ ਸੀਗਾ। ਲੇਕਿਨ ਉਸ ਤੋਂ ਇਲਾਵਾ ਤੁਸੀਂ ਪ੍ਰਧਾਨਾਂ ਦੇ ਨਾਮ ਸ਼ੁਰੂ ਕਰੋ। ਸ਼ਾਇਦ 1-2 ਦੇ ਨਾਮ ਹੋਣਗੇ, ਜਿਹੜੇ ਹਾਰੇ ਆ ਉਹਨਾਂ ਦਾ ਵੀ ਕਿਤੇ ਨਾਮ ਨਹੀਂ ਆ। ਲੇਕਿਨ ਪੁਰਾਣੇ ਟਾਈਮ ਦੇ ਵਿੱਚ ਅਗਰ ਤੁਸੀਂ ਪੁਰਾਣਾ ਟਾਈਮ ਕਰੋ, ਸਾਰਿਆਂ ਦੇ ਨਾਮ ਤੁਹਾਨੂੰ ਵੀ ਯਾਦ ਆ, ਮੈਨੂੰ ਵੀ ਯਾਦ ਆ, ਕਿਉਂਕਿ ਲਿੰਗਦੋ ਨੇ ਸਟੂਡੈਂਟ ਲੀਡਰਸ਼ਿਪ ਕਿਤੇ ਨਾ ਕਿਤੇ ਖਤਮ ਵੀ ਕਰਤੀ। ਆਪਾਂ ਲਿੰਗਦੋ ਲਿਆਂਦੀ ਜ਼ਰੂਰ ਆ, ਲੇਕਿਨ ਉਹਨੇ ਖਤਮ ਕੀਤੀ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਸਟੂਡੈਂਟ ਲੀਡਰਸ਼ਿਪ ਨੂੰ ਉਭਾਰਨਾ ਸਾਡਾ ਫਰਜ਼ ਆ, ਕਿਉਂਕਿ ਅਸੀਂ ਇਸ ਜਮਾਤ 'ਚੋਂ ਨਿਕਲੇ ਹਾਂ ਔਰ ਅਸੀਂ ਚਾਹੁੰਦੇ ਹਾਂ ਵੀ ਚੰਗੇ ਨੌਜਵਾਨ, ਕਿਉਂਕਿ ਲਿੰਗਦੋ ਨੇ ਵੀ ਸਟੂਡੈਂਟ ਲੀਡਰਸ਼ਿਪ ਖਤਮ ਕੀਤੀ। ਪਾਰਟੀਆਂ ਵੀ ਕਿਤੇ ਨਾ ਕਿਤੇ ਆਮ ਘਰਾਂ ਦੇ ਮੁੰਡਿਆਂ ਨੂੰ ਮੌਕਾ ਨਹੀਂ ਦਿੰਦੀਆਂ। ਆਮ ਆਦਮੀ ਪਾਰਟੀ ਆ ਜ਼ਰੂਰ ਗਈ, ਲੇਕਿਨ ਮੈਨੂੰ ਦੱਸੋ ਇਹਨਾਂ ਨੇ ਕਿਹੜਾ ਸਟੂਡੈਂਟ ਯੂਨੀਵਰਸਿਟੀਆਂ 'ਚੋਂ ਅੱਜ ਤੱਕ ਲੀਡਰ ਚੱਕਿਆ? ਕਾਂਗਰਸ ਪਾਰਟੀ ਇਕੱਲੀ ਜਮਾਤ ਆ ਜਿਨ੍ਹਾਂ ਨੇ ਸਾਨੂੰ, ਨਹੀਂ ਤਾਂ ਅਸੀਂ ਵੀ ਅੱਜ ਡਿਫੰਕਟ ਹੋ ਜਾਂਦੇ ਅਗਰ ਮੰਨ ਲਓ ਸਾਨੂੰ ਕਾਂਗਰਸ ਟਿਕਟਾਂ ਨਾ ਦਿੰਦੀ। ਯੂਨੀਵਰਸਿਟੀ ਤੱਕ ਸਾਡੇ ਅੰਦਰ ਇੱਕ ਗੱਲ ਸੀ, ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ। ਅਸੀਂ ਮੇਨ ਸਟਰੀਮ ਪੋਲਿਟਿਕਸ ਚਾਹੇ, ਮੇਰੇ ਨਾਲ ਹੋਰ ਵੀ ਬੜੇ ਆਏ, ਖੁਸ਼ਬਾਜ਼ ਜਟਾਣਾ ਇੱਥੋਂ ਨਿਕਲੇ ਆ, ਗੋਲਡੀ ਇੱਥੋਂ ਨਿਕਲਿਆ ਵਾ, ਕੁਛ ਦੂਜੀ ਪਾਰਟੀਆਂ ਚਲੇ ਗਏ ਉਹ ਇੱਥੋਂ ਨਿਕਲੇ ਆ, ਕੁਲਜੀਤ ਨਾਗਰਾ ਇੱਥੋਂ ਨਿਕਲਿਆ। ਮੈਂ ਤੈਨੂੰ ਕਾਂਗਰਸ ਪਾਰਟੀ ਦੇ ਇਕੱਲੇ ਲੀਡਰ ਦੱਸ ਰਿਹਾ। ਜਗਮੋਹਨ ਕੰਗ ਪੁਰਾਣੇ ਲੀਡਰ ਰਹੇ ਆ, ਪ੍ਰਤਾਪ ਬਾਜਵਾ ਵੀ ਇਸ ਯੂਨੀਵਰਸਿਟੀ 'ਚੋਂ ਪੜ੍ਹੇ ਹੋਏ ਆ, ਲੇਕਿਨ ਸ਼ਾਇਦ ਉਹ ਇਲੈਕਟਿਵ ਪੋਲਿਟਿਕਸ ਨਹੀਂ ਸੀਗੇ। ਮੇਰਾ ਕਹਿਣ ਦਾ ਮਤਲਬ ਉਹ ਪੁਰਾਣਿਆਂ ਤੋਂ ਛੱਡ ਕੇ ਜਿਹੜੀ ਨਵੀਂ ਲੋਟ ਵਿੱਚੋਂ ਅਗਰ ਕਿਸੇ ਨੇ ਯੂਨੀਵਰਸਿਟੀਜ਼ ਨੂੰ ਪ੍ਰੈਫਰੈਂਸ ਦਿੱਤੀ ਆ ਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੇਨ ਸਟਰੀਮ 'ਚ ਲੈ ਕੇ ਆਉਣਾ ਸ਼ੁਰੂ ਕੀਤਾ। ਹੁਣ ਇਸ ਚੀਜ਼ 'ਚ ਫਰਕ ਕੀ ਆ? ਮੀਤ ਹੇਰ ਅੱਜ ਮਿਨਿਸਟਰ ਆ। ਮੀਤ ਹੇਰ ਦਾ ਕੋਈ ਸਟੂਡੈਂਟ ਪੋਲਿਟਿਕਸ ਦਾ ਬੈਕਗਰਾਊਂਡ ਰਿਹਾ? ਮੀਤ ਹੇਰ ਦਾ ਕੋਈ ਯੂਥ ਪੋਲਿਟਿਕਸ ਦਾ ਬੈਕਗਰਾਊਂਡ ਰਿਹਾ? ਮੇਰਾ ਕੋਈ ਮੀਤ ਹੇਰ, ਮੈਨੂੰ ਖੁਸ਼ੀ ਹੁੰਦੀ ਹੈ ਇੱਕ ਯੰਗ ਨੌਜਵਾਨ ਮੁੰਡਾ ਮੰਤਰੀ ਆ, ਹਰਜੋਤ ਬੈਂਸ ਮੰਤਰੀ ਆ, ਯੰਗਸਟਰ ਅਨਮੋਲ ਗਗਨ ਮਾਨ ਮੰਤਰੀ ਆ, ਲੇਕਿਨ ਇਹ ਮੰਤਰੀ ਨਾਟ ਬਿਕੋਜ਼ ਆਫ ਦੇਅਰ ਪੋਲੀਟੀਕਲ ਬੈਕਗਰਾਊਂਡਸ ਆ। ਇਹਨਾਂ ਦੀ ਕੋਈ ਸਟੂਡੈਂਟ ਐਕਟਿਵਿਜ਼ਮ ਵਿੱਚ, ਯੂਥ ਵਿੱਚ ਲੈ ਕੇ ਕੋਈ ਬਹੁਤੀ ਲੰਬੀ ਦੇਣ ਨਹੀਂ ਆ, ਕੋਈ ਮੋਰਚੇ ਨਹੀਂ ਲਾਏ। ਮੈਂ 2002 ਵਿੱਚ ਪਹਿਲਾ ਧਰਨਾ ਲਾਇਆ ਸੀ। ਅੱਜ 21-22 ਸਾਲਾਂ ਹੋ ਗਏ। ਤੁਸੀਂ ਸਾਰਿਆਂ ਨੂੰ ਲੱਗਦਾ ਹੋਊਗਾ ਅਸੀਂ ਨੌਜਵਾਨ ਆ। ਮੇਰੇ ਪਹਿਲੋਂ 2013 'ਚ ਮੈਂ NSU 'ਚ ਆਇਆ ਸੀਗਾ।
10 ਸਾਲ ਉਸ ਤੋਂ ਪਹਿਲਾਂ ਮੈਂ ਸੋਪੂ ਪੁੱਸੂ ਦੀ ਰਾਜਨੀਤੀ ਕੀਤੀ ਸੀ, ਜਿਹਦੇ 'ਚ ਸ਼ਾਇਦ ਲੀਡਰਾਂ ਦੇ ਉੱਤੇ ਕਦੀ ਕੋਈ ਸਾਡਾ ਤਾਲਮੇਲ ਹੀ ਨਹੀਂ ਹੋਇਆ ਸੀ। ਕੋਈ ਘਰੋਂ ਜੰਮੇ ਥੋੜ੍ਹਾ ਸੀ, ਘਰੋਂ ਕੋਈ ਸਪੋਰਟ ਥੋੜ੍ਹਾ ਸੀ, ਘਰੋਂ ਗਾਲਾਂ ਪੈਂਦੀਆਂ ਹੁੰਦੀਆਂ ਸੀ। ਮਾਤਾ ਪਿਤਾ ਹਰ ਵਾਰ ਲੜਦੇ ਸੀ ਵੀ ਕਿਹੜੇ, ਹਰ ਵਾਰ 1 ਸਾਲ ਦੀ ਪਰਮਿਸ਼ਨ ਲੈ ਕੇ ਜਾਈਦਾ ਸੀ, ਮਾਤਾ ਜੀ ਐਤਕੀ ਲੜ ਲੈਂਦੋ। ਮੇਰੇ ਫਾਦਰ ਬੈਂਕ ਮੈਨੇਜਰ ਸੀ, ਸਾਨੂੰ ਰਾਜਨੀਤੀ ਨੂੰ ਗਾਲ ਮੰਨਦੇ ਹੁੰਦੇ ਸੀ, ਜੇਲ੍ਹਾਂ ਵੀ ਕੱਟਣੀਆਂ ਪਈਆਂ। ਉਹ ਮੁਸ਼ਕਲਾਂ ਜਿਹੜੀਆਂ 'ਚੋਂ ਰਹੇ ਆ, ਜਿਹੜਾ ਸਭ ਨੂੰ ਲੱਗਦਾ ਵੀ ਕਾਂਗਰਸ ਵਿੱਚ ਅੱਜ ਅਸੀਂ ਹੈਗੇ ਆ ਜਾਂ ਜੇ ਅੱਜ ਇਸ ਚੀਜ਼ ਦੇ ਵਿੱਚ, ਇਹਦੇ ਪਿੱਛੇ ਜੇ 20 ਸਾਲਾਂ ਦੀ ਰਾਜਨੀਤੀ, ਜੇ ਸ਼ਾਇਦ ਤੁਸੀਂ, ਕਿਉਂਕਿ ਅਸੀਂ ਕਾਂਗਰਸ 'ਚ ਆ ਜਾਂਦੇ, ਤੁਸੀਂ ਲੋਕ ਵੀ ਸ਼ਾਇਦ ਸਾਨੂੰ ਸਮਝਦੇ ਯਾਰ ਇਹ ਥੋੜ੍ਹੇ ਜਿਹੇ ਪ੍ਰਿਵਿਲੇਜਡ ਆ, ਵੀ ਕਾਂਗਰਸ ਪਾਰਟੀ ਨੂੰ ਪ੍ਰਿਵਿਲੇਜ ਮੰਨਿਆ ਜਾਂਦਾ। ਲੇਕਿਨ ਜੋ ਸਾਡੇ ਸਾਰਿਆਂ ਦਾ ਸੰਘਰਸ਼ ਰਿਹਾ, ਮੈਂ ਬਾਕੀ ਹੋਰ ਵੀ ਬਹੁਤ, ਮੈਂ ਤਾਂ ਇੱਕ ਅੱਛਾ, ਮੈਂ ਹੁਣ ਚਲੋ ਗੱਲਾਂ ਹੋਰ ਪਾਸੇ ਚਲੇ ਜਾਣਗੀਆਂ। ਜੇ ਇਸ ਇਲੈਕਸ਼ਨ ਦੀ ਸੋਸ਼ਲ ਇੰਜੀਨੀਅਰਿੰਗ ਨੂੰ, ਪੋਲੀਟੀਕਲ ਇੰਜੀਨੀਅਰਿੰਗ ਨੂੰ ਤੁਸੀਂ ਦੱਸ ਸਕੋ ਜਾਂ ਥਿਊਰਾਈਜ਼ ਕਰ ਸਕੋ ਕਿ ਤੁਸੀਂ ਚੋਣ ਕਿਉਂ ਜਿੱਤੇ ਹੋਗੇ, ਕਿਉਂਕਿ ਵੇਗ ਸਟੇਟਮੈਂਟ ਦੇ ਦੇਣੀ ਤਾਂ ਕੋਈ ਹੈਗਾ ਕਿ ਸਾਡੇ ਕੋਲ ਆਏ ਸੀ, ਸਾਡੇ ਕੋਲ ਆਏ ਸੀ, ਜਿੱਤਣ ਤੋਂ ਬਾਅਦ ਤਾਂ ਤੁਸੀਂ ਕੁਝ ਵੀ ਕਹਿ ਦਿਓ। ਦੇਖੋ, ਮੈਨੂੰ ਸਮਝਾ ਸਕਦੇ ਹੋ ਇਹਦੀ ਸੋਸ਼ਲ ਇੰਜੀਨੀਅਰਿੰਗ, ਇਹਦੀ ਪੋਲੀਟੀਕਲ ਇੰਜੀਨੀਅਰਿੰਗ? ਦੇਖੋ, 7 ਪਾਰਟੀ ਇੱਕ ਜਿੱਤੀ, ਤੁਸੀਂ ਉਹ ਵੀ ਵੇਖਿਆ ਹੋਣਾ, ਉਹਨਾਂ ਨੇ ਜਸਵੰਤ ਸਿੰਘ ਖਾਲੜਾ ਜੀ ਦਾ ਉਦੋਂ ਬੈਨਰ ਲਾਤਾ। ਉਵੇਂ ਇੰਸੋ ਜਿੱਤ ਗਈ, ਉਹ ਚੌਟਾਲਿਆਂ ਦੀ ਪਾਰਟੀ ਆ। ਔਰ ਇੱਕ PUHH ਪੰਜਾਬ ਯੂਨੀਵਰਸਿਟੀ ਹੈਲਪਿੰਗ ਹੈਂਡਸ ਕਰਕੇ ਚੌਥੀ ਪਾਰਟੀ ਜੁਆਇੰਟ ਸੈਕਟਰੀ ਦੀ ਸੀਟ ਤੇ ਜਿੱਤ ਗਈ। ਹੁਣ ਤੁਸੀਂ ਇਹਨੂੰ ਡੀਕੋਡ ਕਰਨ ਜਾਓ, ਉੱਪਰ ਸਭ ਤੋਂ NSUI ਜਿੱਤ ਗਈ। NSUI ਜੋ ਕਾਂਗਰਸ ਦੀ ਆਈਡੀਓਲੋਜੀ ਆਪਾਂ ਨੂੰ ਪਤਾ, ਜੋ ਸੱਥ ਦੀ ਆਈਡੀਓਲੋਜੀ ਆ ਉਹ ਤੁਹਾਡੇ ਸਾਹਮਣੇ ਆ। ਇੰਸੋ ਦੀ ਆਈਡੀਓਲੋਜੀ ਤੁਹਾਨੂੰ ਪਤਾ, ਇੱਕ ਨੈਸ਼ਨਲ ਪਾਰਟੀ, ਇੱਕ ਥੋੜਾ ਰਾਈਟ ਵਿੰਗ ਨਾਲ ਨਾਤਾ ਰੱਖਣ ਵਾਲੀ ਪਾਰਟੀ, ਜਨਰਲ ਸੈਕਟਰੀ ਸਟੇਟ ਗਰੋਨ ਪਾਰਟੀ, ਔਰ PUHH ਜਿਹੜੀ ਮੇਰੇ ਹਿਸਾਬ ਨਾਲ ਅੱਜ ਤੱਕ ਕਦੀ ਕੋਈ ਚੁਣਾਵ ਦੇ ਵਿੱਚ ਥੋੜ੍ਹੀ ਬਹੁਤੀ ਵੀ ਵੋਟਾਂ ਨਹੀਂ ਲੈ ਸਕੀ। ਸੋ ਅਗਰ ਤੁਸੀਂ ਇਹਨੂੰ ਜਿਹੜੀ ਪੋਲੀਟੀਕਲ ਨੈਰੇਟਿਵ ਦੇ ਵਿੱਚ ਲੈ ਕੇ ਜਾਓ ਤੇ ਉਹ ਜਸਟਿਸ ਨਹੀਂ ਹੋਊਗਾ। ਉਹਨੂੰ ਮੈਂ ਇਹੀ ਕਹਿ ਰਿਹਾ, ਇਹਦੀ ਪੋਲੀਟੀਕਲ ਇੰਜੀਨੀਅਰਿੰਗ, ਇਹਦੀ ਸੋਸ਼ਲ ਇੰਜੀਨੀਅਰ, ਇਹਦੀ ਕਲਚਰਲ ਇੰਜੀਨੀਅਰਿੰਗ, ਇਹਦੀ ਸਟੇਟ ਇੰਜੀਨੀਅਰਿੰਗ ਵੀ ਹੋਊਗੀ ਨਾ ਵੱਖ-ਵੱਖ ਸਟੇਟਾਂ ਦੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿਰਫ ਪ੍ਰੈਜ਼ੀਡੈਂਟ ਦੀ ਸੀਟ ਬਹੁਤ ਅਹਿਮ ਹੁੰਦੀ ਆ, ਔਰ ਪ੍ਰੈਜ਼ੀਡੈਂਟ ਦੀ ਸੀਟ ਦੇ ਹਿਸਾਬ ਨਾਲ ਸਾਰੀ ਇਲੈਕਸ਼ਨ ਲੜੀ ਜਾਂਦੀ। ਜਿਹੜੀ ਥੱਲੜੀਆਂ ਸੀਟਾਂ ਵਾ, ਉਹ ਉੱਪਰ ਵਾਲਾ ਥੱਲੇ ਨੂੰ ਦੇ ਦਿੰਦਾ, ਥੱਲੇ ਵਾਲਾ ਉੱਪਰ ਨੂੰ ਦੇ ਦਿੰਦਾ, ਉਹ ਆਪਸ 'ਚ ਕ੍ਰਾਸ ਵੋਟਿੰਗ ਹੋ ਜਾਂਦੀ। ਉਹਦੇ ਵਿੱਚ ਕੋਈ ਬਹੁਤਾ ਲੰਬਾ ਚੌੜਾ ਸੋਚਿਆ ਨਹੀਂ। ਹੁਣ ਪ੍ਰੈਜ਼ੀਡੈਂਟ ਦੀ ਸੀਟ ਜਿਹੜੀ ਖਾਸ ਤੌਰ 'ਤੇ ਮੈਂ ਤੁਹਾਨੂੰ ਕਹਿੰਦਾ, ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਮੈਸੇਜ ਅਗਰ ਕੋਈ ਗਿਆ ਵਾ, ਮੇਰੇ ਹਿਸਾਬ ਨਾਲ ਐਸਟੈਬਲਿਸ਼ਮੈਂਟ ਦੇ ਖਿਲਾਫ। ਹੁਣ ਅਸੀਂ ਕਈ ਡਿਪਾਰਟਮੈਂਟ, ਹੁਣ ਜਿਹੜੇ ਅੰਡਰ ਗ੍ਰੈਜੂਏਟ ਕੋਰਸਿਸ ਸੀ, ਅਗਰ ਤੁਸੀਂ ਇਹਨੂੰ ਵਾਕਈ ਸਮਝਣਾ ਚਾਹੁੰਦੇ ਆ ਜਾਂ ਕੋਈ ਯੂਨੀਵਰਸਿਟੀ, ਬਿਲਕੁਲ ਅੰਡਰ ਗ੍ਰੈਜੂਏਟ, ਬਹੁਤੇ ਲੋਕ ਇਹ ਕਹਿ ਰਹੇ ਆ ਕਿ ਜਿਹੜੀ ਮੈਂ ਤਾਂ ਹੀ ਕਹਿ ਰਿਹਾ, ਬਹੁਤੇ ਲੋਕਾਂ ਨੂੰ ਐ ਲੱਗਦਾ ਵੀ ਸਭ ਦੇ ਦਾ ਲੱਗੇ, ਤਾਂ ਕੋਈ ਮਤਲਬ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਨਹੀਂ ਸੀ। ਤੁਸੀਂ ਸਮਝਾਓ, ਤੁਸੀਂ ਕਿਵੇਂ ਜਿੱਤੇ ਹੋਗੇ ਜਾਂ ਬਾਕੀ ਕਿਵੇਂ ਜਿੱਤੇ ਨੇ? ਦੇਖੋ, ਸਾਡਾ ਅਗਰ ਜਿਹੜਾ ਕੈਂਪੇਨ ਪਲਾਨ ਸੀ, ਸਭ ਤੋਂ ਪਹਿਲਾਂ ਸੀ ਵੀ ਗਰੁੱਪਿਜ਼ਮ ਖਤਮ ਕਰੋ, ਵੀ ਹਰ ਹਾਲ ਵਿੱਚ ਗਰੁੱਪਿਜ਼ਮ ਨਹੀਂ ਰਹਿਣਾ ਚਾਹੀਦਾ। ਕੋਈ ਮੇਰਾ ਗਰੁੱਪ ਹੋ ਗਿਆ, ਕੋਈ ਤੁਹਾਡਾ, ਕਿਸੇ ਦਾ ਵੀ ਗਰੁੱਪ ਹੋ ਗਿਆ, ਕਿਸੇ ਵੀ ਸਭ ਤੋਂ ਪਹਿਲਾਂ ਇਹ ਟੈਗ ਨਹੀਂ ਹੋਣਾ ਚਾਹੀਦਾ। ਉਹਦੇ ਵਾਸਤੇ ਇੱਕ ਫਾਰਮੂਲਾ ਬਣਾਇਆ ਵੀ ਯਾਰ ਇਹਨਾਂ ਤੋਂ ਬਾਹਰੋਂ ਕੋਈ ਕੈਂਡੀਡੇਟ ਲੈ ਕੇ ਆਓ। ਜਿਵੇਂ ਤੁਹਾਡੀ ਪਾਰਟੀ 'ਚ ਗਰੁੱਪ ਨੇ ਕਰਾਈ, ਵੜਿੰਗ ਦਾ ਗਰੁੱਪ, ਇੱਕ ਪ੍ਰਤਾਪ ਬਾਜਵਾ ਦਾ, ਇੱਕ ਕੋਈ ਨਹੀਂ, ਮੈਂ ਯੂਨੀਵਰਸਿਟੀ ਦੀ ਗੱਲ ਕਰਦੇ ਆ, ਉਹ ਸਾਰਾ ਇੱਕ ਹੀ ਗਰੁੱਪ ਆ। ਰਾਜਿੰਦਰ, ਤੁਸੀਂ ਹਟ ਜਾਇਆ ਕਰੋ, ਤੁਸੀਂ ਠੀਕ ਗੱਲ ਕਰੋ, ਤੁਸੀਂ ਗੱਲ ਕੰਟੀਨਿਊ ਕਰੋ। ਮੇਰਾ ਇਹ ਕਹਿਣ ਦਾ ਮਤਲਬ ਆ, ਯੂਨੀਵਰਸਿਟੀ ਦੇ ਵਿੱਚ ਸਭ ਤੋਂ ਪਹਿਲਾਂ ਗਰੁੱਪਿਜ਼ਮ ਖਤਮ ਕੀਤਾ ਗਿਆ। NSUI ਪਿਛਲੇ ਸਾਲਾਂ ਤੋਂ ਹਰ ਸੀਟ ਇੱਕ ਵਾਰ 3 ਸੀਟਾਂ ਜਿੱਤ ਗਈ, ਕਦੀ 2 ਸੀਟਾਂ ਜਿੱਤ ਗਈ, ਲੇਕਿਨ ਪ੍ਰਧਾਨ ਦੀ ਸੀਟ ਨਹੀਂ ਜਿੱਤ ਪਾਉਂਦੀ ਸੀ। ਕਨਈਆ ਜਦੋਂ ਇੰਚਾਰਜ ਬਣਦੇ ਆ, ਬੜਾ ਵੱਡਾ ਰੋਲ ਰਹਿੰਦਾ। ਇੱਕ ਸਟੂਡੈਂਟ ਮੈਸਕਟ ਆ ਕਨਈਆ ਕੁਮਾਰ, ਆਪਣੇ ਆਪ ਦੇ ਵਿੱਚ ਇੱਕ ਨਾਮ ਹੈਗਾ ਸਟੂਡੈਂਟਸ ਦੇ ਵਿੱਚ ਔਰ ਦੇਸ਼ ਦੀ ਰਾਜਨੀਤੀ ਵਿੱਚ। ਸੋ ਜਦੋਂ ਉਹਨਾਂ ਨੇ ਗੱਲ ਆਈ ਤੇ ਉਹਨਾਂ ਦੇ ਵੀ ਜ਼ਿੰਮੇਵਾਰੀ ਪਾਈ, ਉਹਨਾਂ ਦੀ ਵੀ ਪਹਿਲੀ ਇਲੈਕਸ਼ਨ ਸੀ। ਸੋ ਉਹਨਾਂ ਨੇ ਇੱਕ ਇੰਟੈਲੀਜੈਂਟ ਬੰਦਾ, ਉਹਨੇ ਵੀ ਆ ਕੇ ਚੀਜ਼ਾਂ ਨੂੰ ਸਮਝਿਆ, ਪੁਰਾਣੀਆਂ ਚੀਜ਼ਾਂ ਸਟੱਡੀ ਕੀਤੀਆਂ, ਲੋਕਾਂ ਨਾਲ ਗੱਲਬਾਤ ਕੀਤੀ। ਇੱਕ ਸਭ ਤੋਂ ਅੱਗੇ ਨਿਕਲ ਕੇ ਆਈ ਵੀ ਗਰੁੱਪਿਜ਼ਮ ਕਿਵੇਂ ਖਤਮ ਹੋਊਗਾ। ਉਹਦੇ ਵਾਸਤੇ ਅਸੀਂ ਕੈਂਡੀਡੇਟ ਦੂਜੀ ਪਾਰਟੀ ਤੋਂ ਵੀ ਲੈ ਕੇ ਆਉਣ ਨੂੰ ਇੱਕ ਆਪਸ਼ਨ ਸੀ, ਜਿਹਨੂੰ ਅਸੀਂ ਤਿਆਰ ਹੋ ਗਏ ਵੀ ਯਾਰ ਅਗਰ ਦੂਜੀ ਪਾਰਟੀ ਤੋਂ ਵੀ ਕੈਂਡੀਡੇਟ ਆਉਂਦਾ ਵਾ, ਫਿਰ ਸਾਰੇ ਬੰਦੇ ਜਿਨ੍ਹਾਂ ਨੇ ਜੋ ਕੈਂਡੀਡੇਟ ਦਿੱਤੇ ਸੀ ਉਹ ਵਿਡਰਾਅ ਕਰਨੇ ਪੈਣਗੇ। ਸਾਰਿਆਂ ਦੀ ਇੱਕ ਪ੍ਰਿੰਸੀਪਲੀ ਐਗਰੀ ਹੋ ਗਈ ਗੱਲ ਵੀ ਠੀਕ ਹੈ ਯਾਰ, ਇਸ ਚੀਜ਼ ਦੇ ਵਿੱਚ ਅਸੀਂ ਐਗਰੀ। ਹੁਣ ਉਹ ਜਿਹੜਾ ਕੈਂਡੀਡੇਟ ਆਇਆ ਉਹ ਫਰੈਸ਼ ਫੇਸ ਆਇਆ, ਕਿਸੇ ਦੀ ਉਹਦੇ ਨਾਲ ਪ੍ਰੋਬਲਮ ਨਹੀਂ ਸੀ। ਔਰ ਅਸੀਂ ਇਹ ਵੀ ਡਿਸਾਈਡ ਕਰ ਲਿਆ ਵੀ ਹਰ ਵਾਰ ਅਸੀਂ 4 ਸੀਟਾਂ ਲੜਦੇ ਹਾਂ, 3 ਜਿੱਤ ਜਾਂਦੇ, 2 ਜਿੱਤ ਜਾਂਦੇ, ਪ੍ਰੈਜ਼ੀਡੈਂਟ ਹਾਰ ਜਾਂਦੇ ਹਾਂ। ਐਤਕੀ 1 ਹੀ ਸੀਟ ਲੜਾਂਗੇ, ਸਿੰਗਲ ਸੀਟ, ਕੋਈ ਕਿੰਤੂ ਪਰੰਤੂ ਨਹੀਂ। ਜਿੰਨੇ ਅਪੋਜ਼ ਕਰਨ ਵਾਸਤੇ ਕੋਈ ਬਾਰਗੇਨ ਹੀ ਨਹੀਂ ਰਹੂਗਾ। ਨਹੀਂ ਤਾਂ ਵਾਈਸ ਪ੍ਰੈਜ਼ੀਡੈਂਟ ਇੱਕ ਲੜਦਾ, ਉਹ ਦੂਜੇ ਪਾਸੇ ਸੈਟਿੰਗ ਕਰ ਲੈਂਦਾ। ਸਾਡੇ ਤੇ ਇੱਕ ਅਗਰ ਤੁਸੀਂ ਵੇਖੋਗੇ ਬਹੁਤ ਮਜ਼ਾਕ ਉੜਦਾ ਵੀ ਕ੍ਰਾਸ ਵੋਟਿੰਗ ਸਪੈਸ਼ਲਿਸਟ ਸਾਡੇ ਬੰਦਿਆਂ ਨੂੰ ਕਿਹਾ ਜਾਂਦਾ ਸੀ, ਜਦ ਕਿ ਉਹ ਵੀ ਸੱਚਾਈ ਗੱਲ ਨਹੀਂ ਸੀ। ਲੇਕਿਨ ਉਹ ਖਤਮ ਕੀਤਾ। ਉਸ ਤੋਂ ਬਾਅਦ ਆ ਗਿਆ ਕੈਂਪੇਨ ਦੀ ਗੱਲ। ਉਸ ਤੋਂ ਬਾਅਦ ਫਿਰ ਕੈਂਪੇਨ ਵੇਖਿਆ ਵੀ ਯਾਰ ਆਪਾਂ ਕਿਹੜੇ ਡਿਪਾਰਟਮੈਂਟਾਂ 'ਚ ਕਮਜ਼ੋਰ ਹਾਂ। ਪਿਛਲੀਆਂ ਵੋਟਾਂ ਕੱਢੀਆਂ ਗਈਆਂ, ਪਿਛਲੀ ਵਾਰ ਉੱਥੋਂ ਕਿੰਨੀਆਂ ਵੋਟਾਂ ਪਈਆਂ, ਉਹ ਵੋਟਾਂ ਨੂੰ ਕੈਲਕੂਲੇਟ ਕੀਤਾ ਗਿਆ ਵੀ ਯਾਰ ਐਤਕੀ ਉੱਥੇ ਹਾਲਾਤ ਕੀ, ਕਿਉਂਕਿ ਇੱਕ ਈਅਰ ਪਾਸ ਆਊਟ ਵੀ ਹੋ ਜਾਂਦਾ। ਫਿਰ ਰਿਸਰਚ ਸਕਾਲਰਸ ਬਹੁਤ ਇੰਪੋਰਟੈਂਟ ਚੀਜ਼ ਸੀ, ਔਰ ਉਹ ਬੜੇ ਯੂਨੀਵਰਸਿਟੀ 'ਚ ਮਹੱਤਵਪੂਰਨ
ਇੱਕ ਜਿਹੜੀ ਮੈਂ ਕਹੂੰਗਾ ਇੰਟੈਲੈਕਚੁਅਲ ਕਲਾਸ ਆਪਾਂ ਕਹਿ ਸਕਦੇ ਹਾਂ। ਅੰਡਰ ਗ੍ਰੈਜੂਏਟ ਕੋਰਸਿਸ ਦਾ ਇੱਕ ਡਿਫਰੈਂਟ ਮਾਈਂਡਸੈਟ ਆ। ਉੱਥੇ ਅਫਸੋਸ ਦੀ ਗੱਲ ਪੈਸਾ ਵੀ ਚੱਲ ਪੈਂਦਾ, ਕਈ ਹੋਰ ਚੀਜ਼ਾਂ ਵੀ ਚੱਲ ਜਾਂਦੀਆਂ, ਔਰ ਯੂਨੀਵਰਸਿਟੀ 'ਚ ਓਪਨ ਚੀਜ਼ ਆ। ਮਤਲਬ ਉੱਥੇ ਇਲੈਕਸ਼ਨਸ ਦੇ ਵਿੱਚ ਲਿੰਗਦੋ ਦੇ 5000 ਦੇ ਨੋਰਮਸ ਆ, ਉਹਦੀਆਂ ਧੱਜੀਆਂ ਉੱਡਦੀਆਂ, ਜਿਹੜੀਆਂ ਪਾਰਟੀਆਂ ਉਡਾਉਂਦੀਆਂ ਜੋ ਆਉਂਦੀਆਂ ਉਹ ਆਪਾਂ ਨਹੀਂ ਕਰ ਸਕਦੇ ਗੱਲਾਂ, ਕਿਉਂਕਿ ਜਿਹੜੀਆਂ ਤੁਸੀਂ ਨਹੀਂ ਉਡਾਉਂਦੇ। ਨਹੀਂ ਚਲੋ ਛੱਡੋ ਇਸ ਗੱਲ ਨੂੰ, ਅਸੀਂ ਨਹੀਂ ਉਡਾਉਂਦੇ ਹੋਵਾਂਗੇ ਤਾਂ ਹੀ ਅਸੀਂ ਜਿੱਤੇ ਹੋਵਾਂਗੇ ਸ਼ਾਇਦ। ਸੋ ਮੇਰਾ ਕਹਿਣ ਦਾ ਮਤਲਬ ਆ ਵੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਅੰਡਰ ਗ੍ਰੈਜੂਏਟ ਕੋਰਸਿਸ ਦੀ ਇੱਕ ਡਿਫਰੈਂਟ ਸੋਚ ਹੁੰਦੀ ਆ, ਗ੍ਰੈਜੂਏਟ ਕੋਰਸ ਸਾਇੰਸ ਡਿਪਾਰਟਮੈਂਟ ਦੀ ਇੱਕ ਡਿਫਰੈਂਟ ਸੋਚ ਆ। ਉਹਨਾਂ ਨੇ ਜਿਵੇਂ ਦੂਜੀ ਪਾਰਟੀ ਨੇ ਸੋਚਿਆ ਸੀ ਹਿਮਾਚਲ ਦਾ ਕੈਂਡੀਡੇਟ ਦੇਵਾਂਗੇ, ਸ਼ਾਇਦ ਸਾਰੀ ਹਿਮਾਚਲ ਦੀ ਵੋਟ ਸਾਨੂੰ ਪੈ ਜੂਗੀ। ਸਾਡੇ ਕੈਂਡੀਡੇਟ ਦਾ ਅੱਜ ਤੱਕ ਕਈਆਂ ਨੂੰ ਇਹ ਨਹੀਂ ਪਤਾ ਚੱਲਿਆ ਜਤਿੰਦਰ ਸਿੰਘ ਲਿਖਿਆ ਗਿਆ, ਇਹ ਨਹੀਂ ਲਿਖਿਆ ਗਿਆ ਜਤਿੰਦਰ ਸਿੰਘ ਦਾ, ਇਹ ਨਹੀਂ ਪਤਾ ਚੱਲਣ ਦਿੱਤਾ ਵੀ ਮਤਲਬ ਪਿਛਲੀ ਵਾਰ ਜਾਟਾਂ ਦੇ ਉੱਤੇ ਪੋਲਰਾਈਜੇਸ਼ਨ ਉਹ ਕੀਤੀ ਗਈ, ਜਿਹੜੀ ਕਿ ਸਾਨੂੰ ਬੜੀ ਤਕਲੀਫ ਦਿੰਦੀ ਹੈ। ਬਾਅਦ ਚ ਲੋਕਾਂ ਨੇ ਪੈ ਕੇ ਜੱਟ ਆਗਾ ਵਿਰਕਾ ਗਾ, ਬਾਅਦ ਵਿੱਚ ਪਤਾ ਚੱਲਿਆ ਜੱਟ ਜਾਟ ਇਹ ਬਾਅਦ ਚ ਗੱਲਾਂ ਆਈਆਂ, ਨਹੀਂ ਤਾਂ ਪਿਛਲੀ ਵਾਰ ਤੁਸੀਂ ਵੇਖੋ ਸਾਰੇ ਜਾਟ ਜਿੱਤ ਗਏ, ਔਰ ਮੈਸੇਜ ਕੀ ਚਲਾ ਗਿਆ, ਜਾਟਾਂ ਨੇ ਇੱਕ ਤਰਫ ਹੋ ਕੇ ਵੋਟ ਪਾਤੀ। ਉਹਦੇ ਨਾਲ ਕੀ ਹੋਇਆ, ਬਾਅਦ ਵਿੱਚ ਪੰਜਾਬ ਵਾਲਿਆਂ ਨੇ ਖੜੇ ਹੋ ਕੇ ਕਿਸੇ ਨੇ ਕਹਿਤਾ ਯਾਰ ਯੂਨੀਵਰਸਿਟੀ ਤੇ ਇਹ ਕਬਜ਼ੇ ਹੋ ਗਏ, ਪੰਜਾਬ ਦਾ ਹੱਕ ਨਹੀਂ ਰਿਹਾ। ਮਤਲਬ ਇਹੋ ਜਿਹੀਆਂ ਬਾਅਦ ਵਿੱਚ ਚੀਜ਼ਾਂ ਨਿਕਲੀਆਂ। ਸੋ ਅਸੀਂ ਇਹ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਅਸੀਂ ਆਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਬੈਠ ਕੇ ਜੋ ਵੀ ਇਹਦੇ ਸਲਾਹ ਮਸ਼ਵਰੇ ਹੋਏ, ਇੱਕ ਚੰਗਾ ਕੈਂਪੇਨ ਬਣਾਇਆ, ਔਰ ਲਾਸਟ ਟੈਗ ਲਾਈਨ ਸਟੂਡੈਂਟਸ ਵਰਸਸ ਸਰਕਾਰ। ਔਰ ਉਸ ਤੋਂ ਵੀ ਜਿਹੜੀ ਸਭ ਤੋਂ ਜ਼ਬਰਦਸਤ ਚੀਜ਼ ਜਿਹੜੀ ਐਤਕੀ ਯੂਨੀਵਰਸਿਟੀ 'ਚ ਆਈ, ਇੱਕ ਮੈਨੀਫੈਸਟੋ ਲਾਂਚ ਕੀਤਾ ਗਿਆ ਜਿਹਦੇ ਵਿੱਚ ਮੈਂਸੂਰੇਸ਼ਨ ਲੀਵ ਤੱਕ ਦੀ ਗੱਲ ਕੀਤੀ ਗਈ। ਆਰਥੋਡਾਕਸ ਗੱਲਾਂ ਜਿਹੜੀਆਂ ਸ਼ਾਇਦ ਟੈਬੂ ਮੰਨਿਆ ਜਾਂਦਾ ਸੀ ਇੱਕ ਟਾਈਮ ਡਿਸਕਸ਼ਨ ਕਰਨ ਨੂੰ, ਅੱਜ ਕੋਈ ਸਟੇਜਾਂ ਤੋਂ ਕੋਈ ਸਾਡਾ ਸਟੇਟ ਦਾ ਲੀਡਰ ਹੋਵੇ ਉਹ ਕਹਿ ਸਕਦਾ ਵੀ ਜਿੰਨੀਆਂ ਸਾਡੀ ਲੇਡੀਜ਼ ਹੋਣਗੀਆਂ ਸਰਕਾਰੀ ਦਫ਼ਤਰਾਂ 'ਚ, ਉਹਨਾਂ ਦੇ ਪੀਰੀਅਡਸ ਦੇ ਦੌਰਾਨ ਅਸੀਂ ਉਹਨਾਂ ਨੂੰ ਛੁੱਟੀ ਦੇਵਾਂਗੇ 2 ਦਿਨ ਦੀ, ਕਿਉਂਕਿ ਇੱਕ ਔਰਤ ਨੂੰ ਉਸ ਚੀਜ਼ਾਂ ਦੀ ਸਮਝ ਆ, ਉਹਨਾਂ ਦਾ ਹੱਕ ਆ, ਕੋਈ ਅਸੀਂ ਉਹਨਾਂ 'ਤੇ ਅਹਿਸਾਨ ਨਹੀਂ ਕਰ ਰਹੇ। ਲੇਕਿਨ ਯੂਨੀਵਰਸਿਟੀ ਵਿੱਚ ਆਹ ਚੀਜ਼ ਬੋਲਣ ਦੇ ਨਾਲ, ਕਿਉਂਕਿ ਪੜ੍ਹੀ ਲਿਖੀ ਯੂਨੀਵਰਸਿਟੀ ਆ, ਪੜ੍ਹੇ ਲਿਖੇ ਬੱਚੇ ਆ, ਇਸ ਚੀਜ਼ ਨੂੰ ਬੜਾ ਓਪਨਲੀ ਐਕਸੈਪਟ ਕੀਤਾ ਗਿਆ, ਔਰ ਇਹ ਓਪਨਲੀ ਇਹ ਚਰਚਾ ਹੋਈ। ਇਹ ਕੋਈ ਕਨ੍ਹਈਆ ਕੁਮਾਰ ਕਿਉਂਕਿ ਲੈਫਟ 'ਚੋਂ ਆਇਆ ਹੈਗਾ, ਲੈਫਟ ਕੋਲ ਇਹੋ ਜਿਹੇ ਆਈਡੀਆਜ਼ ਹੁੰਦੇ ਨੇ, ਉੱਧਰੋਂ ਆਇਆ ਜਾਂ ਕਾਂਗਰਸ ਦਾ ਆਈਡੀਆ ਸੀ ਜਾਂ ਲੈਫਟ ਦਾ ਸੀਗਾ? ਇਹ ਕਾਂਗਰਸ ਦਾ ਹੀ ਆਈਡੀਆ ਸੀ, ਔਰ ਕਨ੍ਹਈਆ ਕੁਮਾਰ ਵੀ ਕਾਂਗਰਸੀ ਆ। ਔਰ ਇਹਦੇ ਵਿੱਚ ਮੈਂ ਨਾ ਕਾਮਰੇਡ ਕਦੇ ਸਾਬਕਾ ਨਹੀਂ ਹੁੰਦਾ। ਨਹੀਂ ਚਲੋ ਇਹ ਤੁਹਾਡੀ ਸੋਚ ਹੋ ਸਕਦੀ, ਤੁਸੀਂ ਫਸਟ ਟ੍ਰੇਨਿੰਗ ਨਹੀਂ ਇਹਦੀ ਫਸਟ ਟ੍ਰੇਨਿੰਗ ਤਾਂ ਕਨ੍ਹਈਆ ਕੁਮਾਰ ਦੀ ਜੇਐਨਯੂ ਤੋਂ ਹੋਈ ਹੈ ਨਾ, ਫਿਰ ਤੁਸੀਂ ਵੀ ਤਾਂ ਜੇਐਨਯੂ ਤੇ ਕਾਮਰੇਡ ਵੈਸੇ ਗੱਲ ਕਰਦਾ ਨਾ, ਤੁਸੀਂ ਅੱਜ ਵੀ ਮੈਂ ਤਾਂ ਚਲੋ ਜਰਨਲਿਸਟ ਹਾਂ, ਤੁਸੀਂ ਪੋਲਿਟਿਕਸ ਕਰਦੇ ਤਾਂ ਹੀ ਤੁਸੀਂ ਕਾਂਗਰਸ ਦੇ ਉਲਟ ਚੱਲਦੇ ਹੋ। ਨਹੀਂ ਮੇਰਾ ਕਹਿੰਦਾ ਮੈਂ ਤਾਂ ਹੀ ਸ਼ਾਇਦ ਤੁਸੀਂ ਕਾਂਗਰਸ ਦੇ ਉਲਟ ਰਹਿੰਦੇ ਜੀ। ਕਨ੍ਹਈਆ ਕੁਮਾਰ ਤੁਹਾਨੂੰ ਪਤਾ ਕਿੱਥੋਂ ਆਇਆ, ਉਹਦੀ ਬੜੀ ਲੌਂਗ ਸਟੈਂਡਿੰਗ ਕਿੱਥੇ, ਮੈਂ ਬਿਲਕੁਲ ਮੰਨਦਾ, ਉਹਦੇ ਕੋਲ ਆਈਡੀਆਜ਼ ਹੋਣਗੇ। ਕਨ੍ਹਈਆ ਕੁਮਾਰ ਦੇ ਬਹੁਤ ਵਧੀਆ ਆਈਡੀਆ ਸੀ, ਲੇਕਿਨ ਮੈਂ ਕਨ੍ਹਈਆ ਦੀ ਇੱਕ ਦਾਤ ਦੇਣਾ ਚਾਹੁੰਦਾ। ਕਨ੍ਹਈਆ ਨੇ ਲੋਕਲ ਆਈਡੀਆਜ਼ ਚੋਂ ਲੈ ਕੇ ਉਹਨੇ ਲੋਕਲ ਆਈਡੀਆਜ਼ ਚੋਂ ਆਈਡੀਆਜ਼ ਪਿਕ ਕੀਤੇ, ਉਹਨੇ ਸਭ ਦੀ ਗੱਲ ਸੁਣੀ, ਔਰ ਉਹਨੂੰ ਜੋ ਉਹਦੇ ਦਿਮਾਗ ਦੇ ਹਿਸਾਬ ਨਾਲ ਉਹਨੂੰ ਸਹੀ ਲੱਗੀ ਲਾਸਟ ਵਿੱਚ ਉਹਨੇ ਉਹਦੇ ਤੇ ਫੈਸਲਾ ਕੀਤਾ। ਉਹਨੇ ਇੱਕ ਜਿਹੜੀ ਓਪਨਨੈਸ ਦੀ ਗੱਲ ਸੀ, ਉਹਨੇ ਸਭ ਨੂੰ ਇਕੁਅਲ ਓਪਰਚੁਨਿਟੀ ਦਿੱਤੀ। ਸੋ ਇਹ ਜਿਹੜੇ ਜਿਵੇਂ ਮੈਂ ਸੋਸ਼ਲ ਇੰਜੀਨੀਅਰਿੰਗ ਪੁੱਛ ਰਿਹਾ ਹਾਂ, ਸਭ ਤੋਂ ਪਹਿਲਾ ਵਰਡ ਇਹ ਮਾਇਆਵਤੀ ਜੀ ਦੇ ਟਾਈਮ ਆਇਆ, ਮਤਲਬ ਹੈ ਨਾ। ਹੁਣ ਮੈਂ ਕਿਹਾ ਕੋਈ ਕਾਸਟ ਵਾਈਜ਼ ਤੁਸੀਂ ਇੰਜੀਨੀਅਰਿੰਗ ਵੀ ਕੀਤੀ ਜਾਂ ਕੋਈ ਸਟੇਟ ਵਾਈਜ਼ ਸੋਸ਼ਲ ਇੰਜੀਨੀਅਰਿੰਗ ਵੀ ਕੀਤੀ? ਇਸ ਯੂਨੀਵਰਸਿਟੀ ਦੀ ਖੂਬਸੂਰਤੀ ਪਤਾ ਯਾਦਵਿੰਦਰ ਜੀ ਕੀ ਆ, ਜਦ ਤੋਂ ਅਸੀਂ ਵੀ ਯੂਨੀਵਰਸਿਟੀ, ਅਸੀਂ ਕਦੀ ਇਹ ਨਹੀਂ ਸੋਚਦੇ ਸੀ ਇੱਥੇ ਜਿਵੇਂ ਰਾਜਸਥਾਨ ਯੂਨੀਵਰਸਿਟੀ ਜਾਟ ਔਰ ਗੁੱਜਰਾਂ ਵਿੱਚ ਪੱਕੀ ਡਿਵਾਈਡ ਆ, ਜਾਟ ਗੁੱਜਰ ਰਾਜਪੂਤ, ਜਿੱਥੇ ਇਲੈਕਸ਼ਨ ਹੁੰਦੇ ਉੱਥੇ ਜਾਟ ਹੋਸਟਲ ਆ, ਗੁੱਜਰ ਹੋਸਟਲ ਆ, ਜਾਟ ਰਾਜਪੂਤਾਂ ਦੇ ਹੋਸਟਲ 'ਚ ਨਹੀਂ ਜਾ ਸਕਦੇ, ਰਾਜਪੂਤ ਜਾਟਾਂ ਦੇ ਹੋਸਟਲ 'ਚ ਨਹੀਂ ਜਾ ਸਕਦੇ। ਦਿੱਲੀ ਯੂਨੀਵਰਸਿਟੀ 'ਚ ਹਮੇਸ਼ਾ ਇਹ ਹੁੰਦਾ 2 ਸੀਟਾਂ ਜਾਟਾਂ ਨੂੰ ਦੇ ਦਿਓ, 1 ਸੀਟ ਗੁੱਜਰਾਂ ਨੂੰ ਦੇ ਦਿਓ, 1 ਸੀਟ ਆਪਣਾ ਕੀ ਕਹਿੰਦੇ ਦਿੱਲੀ ਵਾਲਿਆਂ ਨੂੰ ਦੇ ਦਿਓ, 1 ਸੀਟ ਪ੍ਰਵਾਸੀਆਂ ਨੂੰ ਦੇ ਦਿਓ। ਇਸ ਯੂਨੀਵਰਸਿਟੀ ਦੀ ਖੂਬਸੂਰਤੀ ਅੱਜ ਤੋਂ ਇਹ ਰਹੀ ਆ, ਇਹ ਅੱਜ ਤੱਕ ਉਸ ਕਲਚਰ ਨੂੰ ਅਡੋਪਟ ਨਹੀਂ ਕਰ ਸਕੀ ਕਦੀ ਵੀ, ਔਰ ਇਹਦੀ ਖੂਬਸੂਰਤੀ ਇਸ ਯੂਨੀਵਰਸਿਟੀ ਨੇ, ਪੰਜਾਬ ਯੂਨੀਵਰਸਿਟੀ ਨੇ ਕਦੀ ਜਾਤ ਦੇ ਉੱਤੇ ਸੋਸ਼ਲ ਇੰਜੀਨੀਅਰਿੰਗ ਦੇ, ਹਾਂ ਹਾਲੇ ਕੀ ਆ ਜਿਹੜੀ PUHH ਪਾਰਟੀ ਸੀ, ਮੈਂ ਤੁਹਾਨੂੰ ਕਹਿ ਰਿਹਾ ਸੀ, ਇਹ ਕੁਛ ਦਲਿਤ ਬੱਚਿਆਂ ਨੇ ਬਣਾਈ ਸੀ। ਇੱਕ ਅੰਬੇਦਕਰ ਸੁਸਾਇਟੀ ਵੀ ਹੈਗੀ ਆ, ਉਹ ਸੁਸਾਇਟੀਆਂ ਦੇ ਵਿੱਚ ਉਹ ਵੋਟਾਂ ਨਹੀਂ ਮੰਗੀਆਂ ਜਾਂਦੀਆਂ, ਵੋਟਾਂ ਇਸ ਯੂਨੀਵਰਸਿਟੀ ਦੀ ਖੂਬਸੂਰਤ। ਹੁਣ ਬਿਹਾਰ ਵਾਲੇ ਬੱਚੇ ਆਉਂਦੇ ਆ, ਹੁਣ ਮੈਂ ਇੱਕ ਮਤਲਬ ਜਿਹੜੀ ਖਤਰਨਾਕ ਟ੍ਰੈਂਡ ਆਇਆ ਪਿੱਛੋਂ, ਯੂਪੀ ਬਿਹਾਰ ਦੇ ਬੱਚੇ ਕਿਤੇ ਨਾ ਕਿਤੇ ਜਦੋਂ ਆ ਕੇ ਫਸਟ ਈਅਰ 'ਚ ਬੱਚਾ ਜੈ ਸ਼੍ਰੀ ਰਾਮ ਦਾ ਨਾਰਾ ਦੇ ਕੇ ਸੋਚਦਾ ਵੀ ਯਾਰ ਮੈਂ BJP ਦੇ ਨਾਲ ਜੁੜ ਜਾ, ਉਹ ਸਾਨੂੰ ਕਿਤੇ ਡੇਂਜਰਸ ਟ੍ਰੈਂਡ ਲੱਗਿਆ ਕਦੀ ਵੀ ਯਾਰ ਇਹ ਤਾਂ ਇਸ ਯੂਨੀਵਰਸਿਟੀ ਦਾ ਕਲਚਰ ਨਹੀਂ ਹੈਗਾ। ਸੋ ਇਹੋ ਜਿਹੀਆਂ ਬੜੇ, ਅਗਰ ਤੁਸੀਂ ਉਹਦੇ ਵਿੱਚ ਡਿਵਾਈਡ ਕਰੋਗੇ ਤੇ ਇਹ ਯੂਨੀਵਰਸਿਟੀ ਦੀ ਖੂਬਸੂਰਤੀ ਜਿਹੜੀ ਹੈ ਨਾ, ਇਹਦੀ ਡਾਇਵਰਸਿਟੀ ਆ। ਹੁਣ ਮੈਂ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ, ਹੁਣ ਆਪਾਂ ਖਾਲੜਾ ਸਾਹਿਬ ਬਾਰੇ ਆਈ ਜਾਂਦੇ ਹਾਂ, ਤੁਹਾਡੀ ਸਰਕਾਰ ਸੀ ਜਦੋਂ ਖਾਲੜਾ ਸਾਹਿਬ ਸ਼ਹੀਦ ਹੁੰਦੇ ਨੇ। ਹੁਣ ਮੈਂ ਥੋੜ੍ਹਾ ਜਿਹਾ ਇਹਦੇ 'ਤੇ ਖੁੱਲ੍ਹ ਕੇ ਆਪਾਂ ਆ ਜਾਈਏ, ਮਤਲਬ ਇਹ ਬੜੀ ਇੰਟਰਸਟਿੰਗ ਗੱਲ ਆ ਗਈ ਕਿ ਇੱਕ ਪਾਰਟੀ ਉਹ ਜਿੱਤ ਰਹੀ ਹੈਗੀ ਨੰਬਰ 1, ਹੈ ਨਾ, ਜਿਹੜੀ ਦੇ ਦੌਰ 'ਚ ਖਾਲੜਾ ਸਾਹਿਬ ਸ਼ਹੀਦ ਹੁੰਦੇ ਨੇ। ਦੂਜੀ ਪਾਰਟੀ ਉਹ ਜਿੱਤ ਰਹੀ ਹੈ ਜਿਹਦਾ ਆਈਕਨ ਖਾਲੜਾ ਹੈਗਾ। ਇੱਕ
ਕਾਂਗਰਸ ਨੂੰ ਹਮੇਸ਼ਾ ਤੁਸੀਂ ਕਿਹਾ ਸੈਂਟਰ, ਕਾਂਗਰਸ ਰਹੀ ਹੈ ਹਮੇਸ਼ਾ ਸੈਂਟਰ ਟੂ ਲੈਫਟ ਕਿਹਾ ਜਾਂਦਾ ਕਾਂਗਰਸ ਨੂੰ ਇਸ ਦੇਸ਼ ਦੇ ਅੰਦਰ। ਵਿੱਚ ਜੇ ਕੋਈ ਸੈਂਟਰ ਟੂ ਰਾਈਟ ਵੀ ਆ ਗਏ ਸੀ, ਸੈਂਟਰ ਟੂ ਲੈਫਟ ਕਿਹਾ ਜਾਂਦਾ। ਚਲੋ ਰਾਈਟ ਵਾਲਾ ਤਾਂ ਸ਼ੁਰੂ ਤੋਂ ਚੱਲਦਾ ਰਿਹਾ ਗਾ, ਜਦੋਂ ਕਨਸਟੀਟਿਊਸ਼ਨ ਅਸੈਂਬਲੀ ਬਣੀ ਰਾਮ ਜਨਮ ਭੂਮੀ ਦੇ ਟਾਈਮ ਦੇ ਉੱਤੇ ਬੜਾ ਕੁਛ ਹਾਂ, ਪਰ ਮੋਸਟਲੀ ਕਾਂਗਰਸ ਸੈਂਟਰ ਟੂ ਲੈਫਟ ਰਹੀ ਹੈ। ਹੁਣ ਤੇ ਰਾਹੁਲ ਗਾਂਧੀ ਜਿਸ ਤਰ੍ਹਾਂ ਦੀਆਂ ਕ੍ਰੋਨੀ ਕੈਪੀਟਲਿਜ਼ਮ ਤੋਂ ਵੀ ਅੱਗੇ ਵੱਧ ਕੇ ਟਾਰਗੇਟ ਕਰਦੇ ਨੇ ਬਾਨੀ ਡਾਨੀ ਨੂੰ, ਤਾਂ ਉਹ ਸੈਂਟਰ ਟੂ ਲੈਫਟ ਵਾਲੀ ਰਾਜਨੀਤੀ ਕਰ ਰਹੀ ਹੈ। ਸੈਂਟਰ ਵੀ ਲੈਫਟ, ਸੈਂਟਰ ਟੂ ਲੈਫਟ ਛੱਡੋ, ਲੱਗਦਾ ਲੈਫਟ ਵਾਲੀ ਰਾਜਨੀਤੀ ਕਰ ਰਹੇ ਨੇ, ਹੈ ਨਾ। ਉਹ ਬਿਲਕੁਲ ਉਹਨਾਂ ਦੀ ਰਾਜਨੀਤੀ ਨੂੰ ਮੈਂ ਹੁਣ ਉਹ ਰਾਈਟ ਦੇ ਖਾਤੇ ਪਾਉਂਦੇ ਆ ਜਾਂ ਕਿਹੜੇ, ਪਰ ਉਹਨਾਂ ਦੀ ਕਬਦੀ ਰਾਜਨੀਤੀ ਹੈ ਜਿਹੜੀ ਬਿਲਕੁਲ ਇੱਕ ਵੱਖਰੀ ਸਟੈਂਡਿੰਗ ਦੀ ਰਾਜਨੀਤੀ ਹੈ, ਜਿਹੜੀ ਕਹਿੰਦੀ ਹੈਗੀ ਕਿ ਹਾਂ ਇੱਥੇ ਸਾਡਾ ਇੱਕ ਕਲੇਮ ਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਆਹ ਜਿਹੜੀ ਬੁਰਜੂਆ ਪਾਰਟੀਆਂ ਆਈਆਂ ਨੇ ਜਾਂ ਜਿਹੜਾ ਸਾਰਾ ਤੁਹਾਡਾ ਤਾਮ ਝਾਮ ਆਗਾ, ਇਹਨਾਂ ਨੇ ਸਾਰਾ ਬੇੜਾ ਗਰਕ ਕੀਤਾ ਪੰਜਾਬ ਦਾ। ਇਹ ਸਮਝਾਓ, ਇਹ ਇੰਟੈਂਸਿਟੀ ਗ੍ਰੈਵਿਟੀ ਨੂੰ ਤੁਸੀਂ ਮਤਲਬ ਕਿਵੇਂ ਸਮਝਦੇ ਹੋਗੇ ਨਾ, ਇੱਕ ਪਾਸੇ ਤੁਹਾਡਾ ਜਿੱਤਣਾ, ਦੂਜੇ ਪਾਸੇ ਸੱਤ ਦਾ ਜਿੱਤ ਜਾਣਾ। ਕੀ ਪਤਾ ਇੱਕ ਦੂਜੀ ਪਾਰਟੀ ਇੱਕ ਦੂਜੇ ਦੀ ਮਦਦ ਕੀਤੀ ਹੋਵੇ, ਦੋਵਾਂ ਨੇ ਵੋਟਾਂ ਵਿੱਚ। ਕਿਹਨੇ ਮਦਦ ਕੀਤੀ ਹੈਗੀ? NSUI ਨੇ 7 ਦੀ ਕਰਤੀ ਹੋਵੇ, 7 ਨੇ NSUI ਦੀ ਕਰਤੀ ਹੋਵੇ। ਮੇਰਾ ਇਹ ਕਹਿਣ ਦਾ ਮਤਲਬ ਹੈ ਇਹ ਦੋਵੇਂ ਚੀਜ਼ਾਂ ਦੇ ਵਿੱਚ ਜਿਹੜੀ ਮਦਦ ਆ ਵੋਟਾਂ ਦੀ, ਉਹ ਉਸ ਸਮੇਂ ਏਜੰਡੇ, ਆਈਡੀਓਲੋਜੀਜ਼, ਜਦੋਂ ਇਲੈਕਸ਼ਨ ਸੀਗੀ, ਉਹ ਥੋੜ੍ਹੀ ਜਿਹੀ ਕਿਤੇ ਬੈਕ ਸਟੇਜ ਲੈ ਲੈਂਦੇ। ਹਾਂ, ਕੁਛ ਕੈਂਪੇਨ ਜ਼ਰੂਰ ਚੱਲਦਾ ਰਹਿੰਦਾ, ਲੇਕਿਨ ਆਖਰੀ 2 ਦਿਨਾਂ ਵਿੱਚ ਜਿਹੜੇ ਉਲਟ ਪੁਲਟ ਹੁੰਦੇ ਆ ਔਰ ਜਿਹੜਾ ਇੱਕ ਮਿਕਸਚਰ ਸਾਹਮਣੇ ਆ ਜਾਂਦਾ ਵਾ, ਇਸ ਚੀਜ਼ ਨੂੰ ਸ਼ਾਇਦ ਮਤਲਬ ਜਿੰਨੀ ਤੁਸੀਂ ਸੀਰੀਅਸਲੀ ਡਿਕੋਡ ਕਰਨਾ ਚਾਹੁੰਦੇ ਜੇ, ਇੰਨਾ ਸੀਰੀਅਸ ਉੱਥੇ ਬੱਚਿਆਂ ਨੇ ਐ ਨਹੀਂ ਲਿਆ ਸੀਗਾ ਵੀ ਜਿਹੜੀ 7 ਪਾਰਟੀ ਸੀ ਪੈਕਟ ਹੋਇਆ, ਕੋਈ 7 ਪਾਰਟੀ ਜਿਹੜੀ ਪੈਕਟ ਸੀ ਕੋਈ ਕਾਂਗਰਸ ਤੇ 7 ਦਾ। ਇਹ ਪੈਕਟ ਨਹੀਂ ਆ, ਮੈਂ ਪੈਕਟ ਤਾਂ ਜਾਂ ਇਹ ਮਤਲਬ ਅਨਰਿਟਨ ਇੱਕ ਅਣਲਿਖਤ ਸਮਝੌਤੇ ਹੁੰਦੇ ਨੇ, ਜਾਂ ਉਹ ਸਮਝੌਤੇ ਹੁੰਦੇ ਨੇ ਜਿਹੜੇ ਸਿੱਧੇ ਅੱਖਾਂ ਦੇ ਅੱਖਾਂ ਨਾਲ ਹੋ ਰਹੇ ਹੁੰਦੇ ਆ। ਮੈਂ ਇੱਕ ਦਿਨ ਵੇਖ ਰਿਹਾ ਸੀ 7 ਦੇ ਕੈਂਡੀਡੇਟ ਕਹਿ ਰਹੇ ਸੀ ਇਹਨਾਂ ਸਾਰਿਆਂ ਚੋਂ ਜਤਿੰਦਰ ਸਾਹਿਬ, ਕਾਂਗਰਸ ਵੀ BBP ਦੇ ਖਿਲਾਫ ਆ, 7 ਵੀ ਆ। ਉਹਨਾਂ ਨੇ ਕਿਹਾ ਸੀ ਵੀ 7 ਵਾਲੇ ਕੈਂਡੀਡੇਟ ਨੇ ਸ਼ਾਇਦ ਇੱਕ ਦਿਨ ਕਿਹਾ ਸੀ ਵੀ ਜਤਿੰਦਰ ਸਾਹਿਬ ਤੋਂ ਵਧੀਆ ਕੈਂਡੀਡੇਟ ਆ ਕਲਾਸਾਂ 'ਚ, ਕਿਹਾ 1-2 ਜਗ੍ਹਾ। ਅੱਛਾ, ਹਾਂ, ਵੀ ਜਤਿੰਦਰ ਵਧੀਆ ਐਜ਼ ਅ ਕੈਂਡੀਡੇਟ ਉਹ ਵਧੀਆ ਵਾ। ਤੁਸੀਂ ਵੀ ਉਹ ਕੁੜੀ ਬਾਰੇ ਕਹਿ ਰਹੇ ਹੋ? ਵੀਕ ਬਾਰੇ ਮੈਂ ਅਸੀਂ ਨਹੀਂ, ਸਾਡੇ ਬੰਦਿਆਂ ਦੇ ਵਿੱਚ ਕਈ ਬੰਦੇ ਮੰਨਦੇ ਸੀ ਵੀ ਯਾਰ ਇਹ ਬੰਦੇ ਜਿਹੜੇ ਆ ਇੱਕ ਨਵੀਂ ਥਾਟ ਨੂੰ ਲੈ ਕੇ ਆ ਰਹੇ ਆ। ਜਿਵੇਂ ਉਹਨਾਂ ਦੀ ਗੱਲ, ਕਈ ਸਾਡੇ ਬੰਦੇ NSUI ਦੇ ਬੰਦੇ ਉਹਨਾਂ ਨਾਲ ਬਹਿ ਕੇ ਜਦੋਂ ਡਿਸਕਸ਼ਨਾਂ ਕਰਦੇ ਆ, ਉਹਨਾਂ ਤੋਂ ਪ੍ਰਭਾਵਿਤ ਹੁੰਦੇ ਸੀਗੇ। ਸੋ ਮੈਂ ਤੁਹਾਨੂੰ ਕਹਿ ਰਿਹਾ, ਇਹ ਯੂਨੀਵਰਸਿਟੀ ਦੀ ਖੂਬਸੂਰਤੀ ਕੀ ਆ, ਇੱਥੇ ਕੋਈ ਮੈਂ ਥੋੜਾ ਜਿਹਾ ਫਿਰ ਇਹਨੂੰ ਹੋਰ ਅੱਜ ਦੇ ਸਮੇਂ 'ਚ ਕੋਈ ਆਈਡੀਓਲੋਜੀਜ਼ ਕੋਈ ਫਿਕਸ ਨਹੀਂ ਹੋ ਗਈਆਂ। ਅੱਜ ਜਿਹੜੇ 7 ਦੀ ਗੱਲ ਕਰਦੇ ਆ, ਹਾਲੇ ਉਹ ਵੀ ਇੱਕ ਡਿਵੈਲਪਿੰਗ ਫੇਜ਼ 'ਚ ਆ। ਸ਼ਾਇਦ ਉਹਨਾਂ ਨੂੰ ਮਾਇਨੇ ਅੱਜ ਦੇ ਸਮੇਂ 'ਚ ਪਤਾ ਨਹੀਂ ਹੋਣਗੇ। ਚੰਗਾ ਲੱਗਿਆ ਜਦੋਂ ਖਾਲੜਾ ਸਾਹਿਬ ਨੂੰ ਯਾਦ ਕੀਤਾ ਗਿਆ, ਕੋਈ ਹਿਊਮਨ ਰਾਈਟਸ ਲਈ ਉਹ ਬੋਲਦੇ ਰਹੇ ਹਮੇਸ਼ਾ। ਉਹਨਾਂ ਦਾ ਹੱਕ ਸੀਗਾ, ਉਹਨਾਂ ਨੇ ਆਪਣੀ ਗੱਲ ਕੀਤੀ, ਲੇਕਿਨ ਮੈਨੂੰ ਇਹ ਲੱਗਾ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਮੁੱਦੇ ਨੂੰ ਲਿਆ ਕੇ, ਮਤਲਬ ਤੁਸੀਂ ਜੋ ਮੈਸੇਜ ਦੇਣਾ ਚਾਹੁੰਦੇ ਹੋ, ਉਹ ਇਹ ਪਲੇਟਫਾਰਮ ਨਹੀਂ ਹੈਗਾ। ਅਗਰ ਮੈਂ ਇੱਥੇ ਆ ਕੇ ਮੈਂ ਇੱਥੋਂ ਕੋਈ ਕਾਂਗਰਸ ਪਾਰਟੀ ਦੇ ਏਜੰਡੇ ਨੂੰ ਇਸ ਤਰੀਕੇ ਨਾਲ ਹਾਈਲਾਈਟ ਕਰਾਂ, ਫਿਰ ਯੂਨੀਵਰਸਿਟੀਜ਼ ਦੇ ਵਿੱਚ ਉਹੀ ਇੰਟਰਫੇਰੈਂਸ। ਕਾਂਗਰਸ ਨੇ NSUI ਕਿਉਂ ਬਣਾਈ? ਨਹੀਂ, ਮੇਰੀ ਗੱਲ ਸੁਣੋ, ਮੇਨ ਚੀਜ਼ ਆਈਡੀਓਲੋਜੀ ਹੈ। ਹੁਣ ਮੈਂ ਕਾਂਗਰਸ ਦਾ ਨਾਮ ਬਣਾਉਂਦੀ NSUI, ਅਸੀਂ NSUI ਦੇ ਇੰਡੀਪੈਂਡੈਂਟ ਲੜਦੇ ਰਹਿੰਦੇ, ਤੁਹਾਨੂੰ ਕੀ ਲੋੜ ਸੀ ਸੋਪੂ ਤੋਂ NSUI ਚੋਂ? ਅਸੀਂ NSUI ਜੁਆਇਨ ਕੀਤੀ, ਅਸੀਂ ਸੋਪੂ ਚੋਂ ਆਏ। ਲੇਕਿਨ ਮੈਂ ਤੁਹਾਨੂੰ ਜਿਹੜੀ ਗੱਲ ਕਹਿੰਦੇ, ਉਹ ਪਲੇਟਫਾਰਮਸ ਇਸ ਕੈਂਪਸ ਤੋਂ ਅਗਰ ਬਾਹਰ ਰੱਖੇ ਜਾਣ, ਤੁਸੀਂ ਡਿਸਕਸ਼ਨਸ, ਮੈਂ ਕਹਿੰਦਾ ਪੋਲੀਟੀਕਲ ਪਾਰਟੀਆਂ ਨੇ ਆਪਣੇ ਸਟੂਡੈਂਟ ਵਿੰਗ ਕਿਉਂ ਬਣਾਇਆ? ਫਿਰ ਮੈਂ ਤੁਹਾਨੂੰ ਫਿਰ ਉਹੀ ਗੱਲ ਕਰਦਾ, ਮੈਂ ਤੁਹਾਨੂੰ ਇਸ ਗੱਲ ਦੇ ਉੱਤੇ ਉਹਨਾਂ ਨਾਲ ਇਤਰਾਜ਼ ਆ, ਤੁਹਾਨੂੰ ਆਪਣੀ ਪਾਰਟੀ ਨਾਲ ਇਤਰਾਜ਼ ਨਹੀਂ। ਮੈਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ। ਮੈਨੂੰ ਉਹਨਾਂ ਦੇ ਨਾਲ ਡਿਸਕਸ਼ਨਸ ਵਿੱਚ, ਡਿਬੇਟਸ ਵਿੱਚ ਬੜਾ ਵਧੀਆ ਲੱਗਦਾ। ਉਹਨਾਂ ਦੀ ਇਸ ਯੂਨੀਵਰਸਿਟੀ ਵਿੱਚ ਆਉਣ ਨਾਲ ਇਸ ਯੂਨੀਵਰਸਿਟੀ ਦਾ ਗੁਲਦਸਤਾ ਹੋਰ ਖੂਬਸੂਰਤ ਹੁੰਦਾ। ਇਸ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ ਇੱਕ ਆਪਸ਼ਨਸ ਮਿਲਦੀਆਂ ਵਾ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਹੈ, ਜਿਹੜੀ ਉਹਨਾਂ ਦਾ ਹਾਰਡ ਵਰਕ ਸੀ, ਉਹਨਾਂ ਨੇ ਇਹ ਕਹਿ ਦਿੱਤਾ ਇੱਕ ਤਰ੍ਹਾਂ ਤੋਂ ਵੀ ਮਤਲਬ ਤੁਸੀਂ ਜਿਵੇਂ ਡੀਕੋਡ ਕਰ ਰਹੀਆਂ, ਏਜੰਸੀਆਂ ਡੀਕੋਡ ਕਰ ਰਹੀਆਂ, ਸ਼ਾਇਦ ਇਸ ਯੂਨੀਵਰਸਿਟੀ ਨੇ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਵੋਟ ਪਾਤੀ। ਮੈਂ ਇਤਰਾਜ਼ ਨਹੀਂ, ਮੈਂ ਤੁਹਾਨੂੰ ਇਹ ਡੀਕੋਡ ਕਰ ਰਿਹਾ ਵੀ ਇੱਥੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਨੂੰ ਵੋਟ ਨਹੀਂ ਪਈ। ਉਹ ਬੱਚਿਆਂ ਦੀ ਆਪਸੀ ਇੰਡੀਵਿਜੂਅਲ ਅੰਡਰ ਗ੍ਰੈਜੂਏਟ, ਪੰਜਾਬ ਦੇ ਬੱਚੇ, ਹਰਿਆਣੇ ਦੇ ਬੱਚੇ, ਹਿਮਾਚਲ ਦੇ ਬੱਚਿਆਂ ਨੇ ਉਹਨਾਂ ਨੂੰ ਵੋਟ ਪਾਈ, ਉਹਨਾਂ ਨੂੰ ਹਰਿਆਣੇ ਦੇ ਬੱਚਿਆਂ ਨੇ ਵੋਟ ਪਾਈ। ਤੁਹਾਨੂੰ ਇਤਰਾਜ਼ ਆ ਜੇ ਖਾਲੜਾ ਜੀ ਦੇ ਨਾਂ ਤੇ ਵੋਟ ਪੈ ਜੇ? ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਤੁਹਾਡੀ ਪਰਿਭਾਸ਼ਾ ਇਸ ਚੀਜ਼ ਨੂੰ ਇਸ ਪਰਿਭਾਸ਼ਾ 'ਚ ਵਰਤ ਦੇਣਾ ਵੀ ਇਹਨੂੰ, ਏਜੰਸੀਆਂ ਦਾ ਵੀ ਇਹੀ ਕੰਮ ਹੈ ਨਾ। ਉਹਨਾਂ ਨੇ ਸੋਚਣਾ ਲਿਆ ਜੀ ਇੱਥੇ ਜਸਵੰਤ ਸਿੰਘ ਖਾਲੜਾ, ਉਹਨਾਂ ਦੇ ਦਿਮਾਗ 'ਚ ਇਹ ਆਊਗਾ ਨਾ। ਮੈਂ ਤਾਂ ਤੁਹਾਨੂੰ ਗੱਲ ਕਰ ਰਿਹਾ ਇਸ ਗੱਲ ਨੂੰ, ਜਸਵੰਤ ਸਿੰਘ ਖਾਲੜਾ ਨੂੰ ਸਹੀ ਗਲਤ ਤੁਸੀਂ, ਮੈਂ ਕੌਣ ਹੁੰਦਾ ਕਹਿਣ ਵਾਲਾ? ਇੱਕ ਮਿੰਟ, ਉਹ ਇੱਕ ਬੰਦਿਆਂ ਦੀ ਸੋਚ ਆ, ਉਹਨਾਂ ਨੇ ਆਪਣੀ ਸੋਚ ਨੂੰ ਅੱਗੇ ਰੱਖਿਆ, ਚੰਗੀ ਗੱਲ ਆ। ਮੈਂ ਤੁਹਾਨੂੰ ਫਿਰ ਬਾਰ-ਬਾਰ ਕਲੀਅਰਲੀ ਕਹਿ ਰਿਹਾ। ਅੱਛਾ, ਹੁਣ ਮੈਂ ਥੋੜਾ ਮੇਰੀ ਇੱਕ ਮਿੰਟ ਗੱਲ, ਇਲੈਕਸ਼ਨਸ ਨੂੰ ਮੈਂ ਤੁਹਾਨੂੰ ਖੁਦ ਕਹਿ ਰਿਹਾ ਵੀ ਵੋਟ ਬੱਚਿਆਂ ਨੇ ਕਿਸੇ ਸਾਡੇ ਪੋਲੀਟੀਕਲ ਲੀਡਰ ਨੂੰ ਵੋਟ ਨਹੀਂ ਪਾਈ। ਅਗਰ ਤੁਸੀਂ ਕਹੋ ਵੀ ਇਹਨਾਂ ਸਾਰਿਆਂ ਨੇ ਕਿਸੇ
ਪੰਜਾਬ ਦੇ ਲੀਡਰ ਦੇ ਕਰਕੇ ਵੋਟ ਪਾਤੀ, ਹਰਿਆਣੇ ਦੇ ਲੀਡਰ ਕਰਕੇ ਵੋਟ ਪਾਤੀ। ਉੱਥੇ ਤਾਂ ਇੱਕ ਮਿਕਸਚਰ ਆ, ਪੰਜਾਬ, ਹਰਿਆਣਾ, ਹਿਮਾਚਲ, ਬਿਹਾਰ, ਯੂਪੀ ਸਭ ਨੇ ਵੋਟ ਪਾਈ। ਲੇਕਿਨ ਜਿਹੜਾ ਇੱਕ ਮੂਲ ਗੱਲ ਸੀਗੀ ਜਿੱਥੇ ਸਾਰੇ ਐਸੋਸੀਏਟ ਕਰਦੇ ਸੀ, ਉਹ ਇਹ ਸੀ ਵੀ ਡਰਨਾ ਨਹੀਂ ਯਾਰ ਸਰਕਾਰਾਂ ਤੋਂ, ਡਰੋ ਮਤ। ਅੱਛਾ, ਜਿਹੜੀ ਰਾਹੁਲ ਗਾਂਧੀ ਦੀ ਗੱਲ ਸੀ, ਹੁਣ ਮੈਂ ਉਹਨੂੰ ਕਹਿੰਦਾ ਮੁਹੱਬਤ ਦੀ ਦੁਕਾਨ, ਇਹ ਮੁਹੱਬਤ ਦੀ ਦੁਕਾਨ ਮੈਂ ਤੁਹਾਨੂੰ ਇਹ ਕਹਿ ਰਿਹਾ ਉਹਨੂੰ। ਹੁਣ ਮੈਂ ਇਹ ਕਹਾਂ ਵੀ ਉਹ ਰਾਹੁਲ ਗਾਂਧੀ ਦੀ ਮੁਹੱਬਤ ਦੀ ਦੁਕਾਨ ਨਹੀਂ ਸੀ। ਸੱਥ ਤੇ ਕਾਂਗਰਸ ਦਾ ਗੱਠਜੋੜ ਮੁਹੱਬਤ ਦੀ ਦੁਕਾਨ ਆ। ਹਾਂ ਬਿਲਕੁਲ ਕਹਿ ਸਕਦੇ ਹੋ। ਇਹਦੇ ਅੰਦਰ ਸੱਥ ਨੂੰ ਸਾਡੇ ਕਾਂਗਰਸ ਨੂੰ ਐਨਐਸਯੂਆਈ ਨੂੰ ਸੱਥ ਨਾਲ ਮੁਹੱਬਤ ਹੋਗੀ ਜਾਂ ਸੱਥ ਨੂੰ ਵੀ ਐਨਐਸਯੂਆਈ ਨਾਲ ਮੁਹੱਬਤ ਹੋਈ? ਮੈਂ ਉਹਨਾਂ ਤੋਂ ਪੁੱਛੂੰਗਾ ਇਹ ਗੱਲ। ਬਿਲਕੁਲ ਪੁੱਛ ਲਿਓ। ਸਾਨੂੰ ਕਿਸੇ ਨਾਲ ਮੁਹੱਬਤ, ਸਾਡੀ ਕਿਸੇ ਨਾਲ ਦੁਸ਼ਮਣੀ ਹੈ ਹੀ ਨਹੀਂ। ਥੋੜਾ ਸਭ ਨਾਲ ਪਿਆਰ। ਸਾਡੀ ਰਾਹੁਲ ਗਾਂਧੀ ਤਾਂ ਇਹੀ ਕਹਿ ਰਹੇ ਨੇ। ਮੈਂ ਤਾਂ ਕਹਿ ਰਿਹਾ ਤੁਹਾਨੂੰ, ਸਾਡੀ ਕਿਹੜਾ ਕਿਸੇ ਨਾਲ ਕੋਈ ਦੁਸ਼ਮਣੀ ਆ। ਫਿਰ ਤੁਸੀਂ ਇਹ ਕਹਿਣਾ ਕਿਉਂ ਡਰਦੇ ਹੋ ਕਿ ਸੱਥ ਐਨਐਸਯੂਆਈ ਨੂੰ ਸੱਥ ਨਾਲ ਮੁਹੱਬਤ ਹੋਗੀ? ਮੈਂ ਤਾਂ ਕਹਿੰਦਾ ਡਰੋ ਮਤ। ਮੈਂ ਤਾਂ ਕਹਿ ਰਿਹਾ ਅਸੀਂ ਖੁੱਲ ਕੇ ਬੋਲ ਰਹੇ ਹਾਂ। ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇਲੈਕਸ਼ਨ ਦੇ ਰਿਜ਼ਲਟ ਨੂੰ ਜਸਵੰਤ ਸਿੰਘ ਖਾਲੜਾ ਤੇ ਲਿਆ ਕੇ ਖਾਲੜਾ ਤੇ ਨਹੀਂ, ਮੈਂ ਸੱਥ ਕਹਿ ਰਿਹਾ। ਹੁਣ ਮੈਂ ਕਹਿ ਰਿਹਾ ਐਨਐਸਯੂਆਈ ਨੂੰ ਸੱਥ ਨਾਲ ਮੁਹੱਬਤ ਹੋਗੀ, ਠੀਕ ਹੈ? ਐਨਐਸਯੂਆਈ ਨੂੰ ਸਾਰਿਆਂ ਨਾਲ ਮੁਹੱਬਤ ਹੋਗੀ, ਤੁਸੀਂ ਸੱਥ ਨੂੰ ਸੱਥ ਵਿੱਚ ਆ। ਚਲੋ ਮੈਂ ਥੋੜਾ ਜਿਹਾ ਇਹਦੇ ਤੇ ਤੁਹਾਨੂੰ ਥਿਊਰਾਈਜ਼ ਕਰਦੇ ਹਾਂ। ਸੈਕੰਡ ਵਰਲਡ ਵਾਰ ਦੇ ਟਾਈਮ ਜਦੋਂ ਪੂਰੇ ਸਿਖਰ ਦੇ ਉੱਤੇ ਹਿਟਲਰ ਭੰਨਦਾ ਆ ਰਿਹਾ, ਯੂਰਪ ਨੂੰ ਵੱਧ ਜਾਂਦਾ ਅੱਗੇ ਸਾਰੇ ਕਿਤੇ, ਜਦੋਂ ਫਰਾਂਸ ਦੇ ਉੱਤੇ ਕਬਜ਼ਾ ਕਰ ਲੈਂਦਾ ਹਿਟਲਰ, ਤਾਂ ਸਟਾਲਿਨ ਰੂਸ ਦੇ ਡਿਕਟੇਟਰ ਸੀਗੇ। ਸਟਾਲਿਨ ਜਿਹੜੇ ਕਾਮਰੇਡ ਸੀਗੇ, ਜਿਨ੍ਹਾਂ ਦੀ ਬਣ ਹੀ ਨਹੀਂ ਸਕਦੀ ਫਾਸਿਸਟਾਂ ਨਾਲ, ਜਿਨ੍ਹਾਂ ਦੀ ਫਾਸਿਸਟਾਂ ਨਾਲ ਪੜਿਆ, ਸਾਰਿਆਂ ਨੇ ਪੜਿਆ, ਪਰ ਲੇਕਿਨ ਜਿਹਨੂੰ ਤੁਸੀਂ ਮੈਂ ਸਭ ਨੂੰ ਪੜਿਆ, ਮੈਂ ਸਭ ਨੂੰ ਪੜਿਆ। ਸਟਾਲਿਨ ਦੀ ਰਾਜਨੀਤੀ ਮੈਂ ਤੇ ਖਾਲਿਸਤਾਨੀਆਂ ਨੂੰ ਵੀ ਪੜਦਾ, ਕਾਮਰੇਡਾਂ ਨੂੰ ਵੀ ਪੜਦਾ, ਪਰ ਸਟਾਲਿਨ ਨੂੰ ਤੁਸੀਂ ਮਤਲਬ ਪੜਦਾ। ਮੈਂ ਡਿਸਕਵਰੀ ਆਫ ਇੰਡੀਆ ਵੀ ਬਹੁਤ ਪਹਿਲੇ, ਨਹਿਰੂ ਜੀ ਦੀ ਡਿਸਕਵਰੀ ਆਫ ਇੰਡੀਆ ਬਹੁਤ ਪਹਿਲੇ ਦਿਨਾਂ ਚ। ਮੇਰਾ ਕਹਿੰਦਾ ਮਤਲਬ ਤੁਹਾਡਾ ਯੂਥ ਸਟਾਲਿਨ ਨੂੰ ਪੜ੍ਹ ਕੇ ਹੀ ਉਸ ਟਾਈਮ ਸਾਰਿਆਂ ਨੂੰ ਪੜਦਾ, ਜਿਹੜਾ ਤੁਹਾਡੀ ਰੈਵੋਲੂਸ਼ਨ ਸੀ। ਤੁਸੀਂ ਮੁੱਦੇ ਤੇ ਆਉਣੇ ਆ ਨਾ, ਮੁੱਦੇ ਤੇ ਆਉਣੇ ਆ। ਮੈਂ ਸਭ ਨੂੰ ਪੜਦਾ। ਮੈਂ ਡਿਸਕਵਰੀ ਆਫ ਪੰਜਾਬ ਇੰਡੀਆ, ਯਾਦਵਿੰਦਰ ਜੀ ਤੁਹਾਡੀ ਕਾਂਗਰਸ ਦੇ 90% ਲੋਕਾਂ ਨੇ ਡਿਸਕਵਰੀ ਆਫ ਇੰਡੀਆ ਨਹੀਂ ਪੜ੍ਹੀ। ਦਾਵਾ ਕਰਦਾ ਇਹ ਗੱਲ ਦਾ, ਬਿਲਕੁਲ ਪਤਾ ਲੱਗ ਜਾਂਦਾ ਕਾਂਗਰਸੀਆਂ ਦਾ ਸਟੇਜ ਤੋਂ ਬੋਲਦੇ ਆਂਦਾ, ਮੈਨੂੰ ਪਤਾ ਲੱਗ ਜਾਂਦਾ ਵੀ ਆਈਡੀਓਲੋਜੀ ਦੀ ਰਾਜਨੀਤੀ ਬੜੀ ਲੰਬੇ ਸਮੇਂ ਤੋਂ ਖਤਮ ਹੋ ਚੁੱਕੀ ਹੈ। ਚਲੋ ਹੁਣ ਮੈਂ ਮੁੱਦੇ ਤੇ ਆਉਣਾ। ਲੇਕਿਨ ਯਾਦਵਿੰਦਰ ਨੂੰ ਡੀਕੋਡ ਕਰਨਾ ਵੀ ਬੜਾ ਜ਼ਰੂਰੀ ਹੈ। ਯਾਦਵਿੰਦਰ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਡੀਕੋਡ ਕਰਦਾ, ਯਾਦਵਿੰਦਰ ਦੀ ਸ਼ੁਰੂਆਤ ਕਿੱਥੋਂ ਹੋਈ? ਚਲੋ ਮੈਂ ਮੁੱਦੇ ਤੇ ਆਉਣਾਗਾ। ਸੈਕੰਡ ਵਰਲਡ ਵਾਰ ਦੇ ਅੰਦਰ ਜਦੋਂ ਹਿਟਲਰ ਸਾਰਾ ਭੰਨਦਾ ਆ ਰਿਹਾ ਯੂਰਪ, ਫਰਾਂਸ ਦੇ ਉੱਤੇ ਕਬਜ਼ਾ ਹੋ ਜਾਂਦਾਗਾ। ਫਰਾਂਸ ਜਾਨੀ ਹਿਟਲਰ ਦੇ ਕਬਜ਼ੇ 'ਚ ਆ ਜਾਂਦਾਗਾ, ਜਰਮਨੀ ਦੇ ਕਬਜ਼ੇ 'ਚ ਆ ਜਾਂਦਾਗਾ। ਇੱਕ ਪਾਸੇ ਅਲਾਈਜ਼ ਫੋਰਸਸ ਨੇ, ਹਿਟਲਰ ਤੇ ਸਟਾਲਿਨ ਜਿਹੜੇ ਦੋ ਧੁਰੇ ਨੇ ਦੁਨੀਆ ਦੇ। ਜਿਵੇਂ ਤੁਹਾਡੀ ਮੁਹੱਬਤ ਹੋ ਗਈ ਸੱਤ ਤੇ ਐਨਐਸਯੂਆਈ ਦੀ, ਹਿਟਲਰ ਤੇ ਸਟਾਲਿਨ ਦੀ ਇੱਕ ਸੰਧੀ ਹੁੰਦੀ ਹੈ ਕਿ ਰੂਸ ਹਮਲਾ ਨਹੀਂ ਕਰੇਗਾ ਜਰਮਨੀ ਦੇ ਉੱਤੇ, ਤੇ ਜਰਮਨੀ ਹਮਲਾ ਨਹੀਂ ਕਰੇਗਾ ਰੂਸ ਤੇ। ਇਹਦੇ ਬਹੁਤ ਸਾਰੇ ਟੈਕਟੀਕਲ, ਹੁਣੇ ਟਾਈਮ ਨਹੀਂ ਹੈਗਾ ਇਸ ਇੰਟਰਵਿਊ 'ਚ, ਨਹੀਂ ਮੈਂ ਡਿਟੇਲ ਜਾਵਾਂ। ਫਿਰ ਇੱਕ ਅੱਗੇ ਆਉਣੇ ਆ ਜਦੋਂ ਫਿਰ ਸਟਾਲਿਨ, ਕਿਉਂਕਿ ਅਮਰੀਕਾ ਦੇ ਪੂਰਾ ਤੁਹਾਨੂੰ ਪਤਾ ਹੀ ਹੈ ਕਾਮਰੇਡਾਂ ਦੀ ਤਾਂ ਨਾ ਤੇ ਜਰਮਨੀ ਨਾਲ ਬਣਨੀ ਸੀ, ਨਾ ਹੀ ਅਮਰੀਕਾ ਤੋਂ ਮੰਨਦੀ ਸੀ। ਕੋਲਡ ਵਾਰ ਬਾਅਦ 'ਚ ਸ਼ੁਰੂ ਹੁੰਦੀ ਹੈਗੀ। ਉਦੋਂ ਬਾਅਦ ਤਿੰਨ ਵੱਡੇ ਲੀਡਰ ਜਿਹੜੇ ਆ, ਚਰਚਿਲ, ਰੂਜ਼ਵੈਲਟ ਤੇ ਸਟਾਲਿਨ, ਇਹ ਸੈਕੰਡ ਵਰਲਡ ਵਾਰ ਦੀਆਂ ਦੋ ਸਭ ਤੋਂ ਵੱਡੀਆਂ ਫੋਟੋਆਂ ਇਹ ਨੇਗੀਆਂ। ਹਾਂਜੀ, ਉਹ ਤਿੰਨੇ ਇੱਕ ਫਰੇਮ 'ਚ ਬੈਠੇ ਨੇ ਜਦੋਂ ਸਟਾਲਿਨ ਦੇ ਖਿਲਾਫ ਲੜਦੇ ਨੇ। ਸੌਰੀ, ਆਪਣਾ ਸਟਾਲਿਨ ਹੋਰੀ ਜਦੋਂ ਖਿਲਾਫ ਲੜਦੇ ਨੇ, ਯਾਨੀ ਕਿ ਸਟਾਲਿਨ ਹੋਰੀ ਹੀ ਜਿੱਤਦੇ ਨੇ ਬੇਸਿਕਲੀ ਜਰਮਨੀ ਜਾ ਕੇ, ਕਿ ਵੈਸਟ ਦਾ ਮੀਡੀਆ ਉਹਨੂੰ ਹੋਰ ਤਰੀਕੇ ਨਾਲ ਦਿਖਾਉਂਦਾ ਹੈਗਾ। ਤਾਂ ਮੈਂ ਇਹ ਕਹਿ ਰਿਹਾ, ਇਤਿਹਾਸ 'ਚ ਇਹੀਆਂ ਸੰਧੀਆਂ ਹੁੰਦੀਆਂ ਨੇ ਜਿੱਥੇ ਵਿਚਾਰਧਾਰਾਵਾਂ ਵੱਖ-ਵੱਖ ਹੁੰਦੀਆਂ। ਤਾਂ ਹੀ ਕਹਿੰਦੇ ਨਾ ਰਾਜਨੀਤੀ 'ਚ ਕੋਈ ਪੱਕਾ ਦੋਸਤ ਨਹੀਂ ਹੁੰਦਾ, ਪੱਕਾ ਦੁਸ਼ਮਣ ਨਹੀਂ ਹੁੰਦਾ ਹੈਗਾ। ਇਹ ਹਵਾਲਿਆਂ ਨਾਲ ਹੀ ਕਿਹਾ ਜਾਂਦਾ। ਅੱਧੇ ਲੋਕ ਬੋਲਣ ਲੱਗ ਜਾਂਦੇ ਨੇ ਸੁਣ ਕੇ, ਉਹਨਾਂ ਨੂੰ ਪਤਾ ਨਹੀਂ ਕਹਾਣੀਆਂ ਕੀ ਨੇਗੀਆਂ। ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ ਹੈਗਾ ਕਿ ਉਸ ਤਰ੍ਹਾਂ ਦਾ, ਕਿਉਂਕਿ ਜਦੋਂ ਰਾਹੁਲ ਗਾਂਧੀ ਮੁਹੱਬਤ ਦੀ ਦੁਕਾਨ ਦੀ ਗੱਲ ਕਰ ਰਹੇ ਆ, ਬਿਯੋਂਡ ਪਾਰਟੀ ਲਾਈਨਸ, ਬਿਯੋਂਡ ਆਈਡੀਓਲੋਜੀਜ਼, ਅੱਜ ਦੇਸ਼ ਦੇ ਅੰਦਰ ਇਹ ਸਮਝੌਤੇ ਹੋ ਸਕਦੇ ਨੇ ਜਿਵੇਂ ਕਾਂਗਰਸ ਤੇ ਸੱਥ ਦਾ ਜਾਂ ਐਨਐਸਯੂ ਤੇ ਸੱਥ ਦਾ? ਇਹ ਬਹੁਤ, ਤਾਂ ਹੀ ਮੈਂ ਡੀਪ ਲੈ ਕੇ ਗਿਆ ਥੋੜਾ। ਵਾਕ ਦੀ ਟਾਕ ਵਾਲੀ ਗੱਲ ਹੁੰਦੀ ਆ। ਅਗਰ ਰਾਹੁਲ ਗਾਂਧੀ ਜੀ ਅੱਜ ਜੋ ਉਹਨਾਂ ਨੇ ਮੈਸੇਜ ਦਿੱਤਾ, ਕਿਉਂਕਿ ਤਾਂ ਐਕਟਿਵਿਸਟਾਂ ਨੂੰ ਮਿਲ ਰਹੇ ਨੇ। ਮੈਂ ਉਹ ਕਹਿ ਰਿਹਾ ਹਾਂ। ਉਹ ਤਾਂ ਸਭ ਤਾਂ ਕਹਿੰਦੇ ਵੀ ਜਿਹੜਾ ਬੀਜੇਪੀ ਦੇ ਐਂਟੀ ਹੈ ਉਹ ਛੱਡਣ ਵਾਲਾ। ਔਰ ਸ਼ਾਇਦ ਜਿਸ ਦਿਨ ਉਹਨਾਂ ਨੇ ਮੋਦੀ ਜੀ ਨੂੰ ਜੱਫੀ, ਸੱਥ ਵੀ ਮੈਂ ਤਾਂ ਕਹਿੰਦਾ ਸੱਥ ਵੀ ਤਾਂ ਬੀਜੇਪੀ ਦੇ ਐਂਟੀ ਹੈ। ਜਿਸ ਦਿਨ ਮੋਦੀ ਜੀ ਨੂੰ ਉਹਨਾਂ ਨੇ ਜੱਫੀ ਪਾਈ ਸੀ ਪਾਰਲੀਮੈਂਟ ਦੇ ਵਿੱਚ, ਔਰ ਜਿਸ ਦਿਨ ਰਾਹੁਲ ਗਾਂਧੀ ਜੀ ਤਮਿਲਨਾਡੂ 'ਚ ਪ੍ਰਿਯੰਕਾ ਗਾਂਧੀ ਆਪਣੇ ਫਾਦਰ ਦੇ, ਹਾਂ, ਉਹਨਾਂ ਨੂੰ ਮਾਫ ਕਰ ਦਿੰਦੇ ਨੇ ਵੀ ਸਾਡਾ ਕੋਈ ਤੁਹਾਡੇ ਨਾਲ ਕੋਈ ਵਾਰਤਾਲਾਪ ਨਹੀਂ ਆ। ਸੋ ਰਾਹੁਲ ਗਾਂਧੀ ਨੂੰ ਅਗਰ ਤੁਸੀਂ ਗੱਲ ਕਰ ਰਹੇ ਹੋ, ਅਗਰ ਇਕੱਲੇ ਰਾਹੁਲ ਗਾਂਧੀ ਦੀ, ਰਾਹੁਲ ਗਾਂਧੀ ਨਹੀਂ, ਮੈਂ ਇਸ ਰੈਫਰੈਂਸ ਨਾਲ ਪੁੱਛ ਰਿਹਾ। ਜਿਸ ਦਿਨ ਉਹ ਹਰਮੰਦਰ ਸਾਹਿਬ ਜਾਂਦੇ ਆ, ਔਰ ਜਿਸ ਦਿਨ ਰਾਹੁਲ ਗਾਂਧੀ ਪੰਜਾਬ ਦੀ ਅਗਰ ਤੁਸੀਂ ਗੱਲ ਕਰੋਗੇ, ਜਿਸ ਦਿਨ ਆ ਕੇ ਉਹ ਮੇਰੇ ਹਿਸਾਬ ਨਾਲ ਇੱਕ ਟਾਈਮ ਦੇ ਵਿੱਚ ਆ ਕੇ ਇਹ ਗੱਲ ਦੇ ਉੱਤੇ, ਡਿਸਕਸ਼ਨ ਦੇ ਉੱਤੇ, ਡਿਬੇਟ ਦੇ ਉੱਤੇ 84 ਤੋਂ ਲੈ ਕੇ 92 ਤੱਕ 95 ਤੱਕ ਜਿਹੜੀ ਅਟਰੋਸਿਟੀਜ਼ ਹੋਈਆਂ ਵਾ, ਜਿਹੜੇ ਨੌਜਵਾਨ ਮਰੇ ਆ,
ਭਾਵੇਂ ਪੁਲਿਸ ਦੇ ਹੱਥੋਂ ਮਰੇ, ਚਾਹੇ ਕੋਈ ਹਿੰਦੂ ਆ, ਚਾਹੇ ਕੋਈ ਹਿੰਦੂ ਮਰੇ, ਚਾਹੇ ਕੁਝ ਮਿਲੀਟੈਂਟਸ ਨੇ ਕਿਸੇ ਧਰਮ ਦੇ ਨਾਮ ਤੇ ਮਰਿਆ। ਜਿਸ ਦਿਨ ਜਾ ਕੇ ਇੱਕ ਸੁਸਾਇਟੀ ਦੇ ਵਿੱਚ ਇਸ 'ਤੇ ਓਪਨ ਡਾਇਲੋਗ ਦੇ ਵਿੱਚ ਜਾ ਕੇ ਅਗਰ ਰੀਕਨਸੀਲੀਏਸ਼ਨ ਨਹੀਂ ਹੁੰਦੀ, ਰੀਕਨਸੀਲੀਏਸ਼ਨ, ਔਰ ਜਿਸ ਦਿਨ ਜਾ ਕੇ ਜਦ ਤੱਕ ਤੁਸੀਂ ਇਹਨਾਂ ਇਸ਼ੂਜ਼ ਨੂੰ ਓਪਨਲੀ ਨਹੀਂ ਐਡਰੈਸ ਕਰ ਪਾਵਾਂਗੇ, ਉਸ ਦਿਨ ਤੱਕ ਸ਼ਾਇਦ ਮੁਹੱਬਤ ਦੀ ਦੁਕਾਨ ਪੰਜਾਬ ਦੇ ਵਿੱਚ ਨਹੀਂ ਖੋਲ੍ਹ ਪਾਵਾਂਗੇ। ਇਹ ਇੱਕ ਸੱਚ ਹੈਗਾ ਵਾ, ਇਹਨੂੰ ਅਸੀਂ ਤੁਹਾਨੂੰ ਲੱਗਦਾ ਉਹ ਡਾਇਲੋਗ ਕਰਨ ਦੀ ਲੋੜ ਆ ਜੋ ਹਾਂਜੀ 84 ਤੋਂ ਲੈ ਕੇ ਜਾਂ ਕਿ 78 ਤੋਂ ਲੈ ਕੇ 95 ਤੱਕ ਜੋ ਪੰਜਾਬ 'ਚ ਹੋਇਆ, ਜੋ ਹੋਇਆ ਸਭ ਕੁਛ ਹੀ ਕਹਿੰਦੇ ਆਪਾਂ, ਕੋਈ ਨਹੀਂ, ਚਾਹੇ ਉਹ ਸਿੱਖ ਭਾਈਚਾਰੇ ਨਾਲ ਹੋਇਆ, ਚਾਹੇ ਹਿੰਦੂ ਭਾਈਚਾਰੇ ਨਾਲ ਹੋਇਆ, ਚਾਹੇ ਕੁਛ ਵੀ ਹੋਇਆ। 84 ਤੋਂ ਕਿ ਤੁਸੀਂ 78 ਤੋਂ ਹੀ ਕਹਿ ਲਓ। ਮੈਂ ਉਹੀ ਕਹਿ ਰਿਹਾ 78 ਤੋਂ ਲੈ ਕੇ। ਤੁਸੀਂ ਅਗਰ 84 ਤੇ ਆਉਂਦੇ ਤਾਂ 84 ਚ ਐਂ ਲੱਗਦਾ 84 ਤਾਂ ਬਿਲਡ ਹੀ 78 ਤੋਂ ਹੋਇਆਗਾ। ਉਹ 78 ਤੋਂ ਬਿਲਡ ਹੋਇਆ ਸਾਰਾ ਕੁਝ। ਭਾਵੇਂ ਤੁਹਾਨੂੰ ਲੱਗਦਾ ਉੱਤੇ ਡਾਇਲੋਗ ਖੁੱਲ੍ਹਾ ਡਾਇਲੋਗ ਹੋਣ ਦੀ ਲੋੜ ਹੈ ਉਹਦੇ ਤੇ ਜਦੋਂ ਕਾਂਗਰਸੀ ਡਰ ਜਾਂਦੇ ਆ ਨਾ 84 ਦੇ ਨਾਮ ਦੇ ਉੱਤੇ, ਸਾਨੂੰ ਐਡਮਿਟ ਕਰਨਾ ਚਾਹੀਦਾ ਵੀ ਉਹ ਇੱਕ ਹਿਸਟੋਰੀਕਲ ਬਲੰਡਰ ਸੀ, ਉਹਨੂੰ ਕਿਸੇ ਹੋਰ ਤਰੀਕੇ ਨਾਲ ਡੀਲ ਕੀਤਾ ਜਾ ਸਕਦਾ ਸੀ, ਔਰ ਰਾਹੁਲ ਗਾਂਧੀ ਨੂੰ ਉਹਦੀ ਸਜ਼ਾ ਨਹੀਂ ਦੇਣੀ ਚਾਹੀਦੀ। ਰਾਹੁਲ ਗਾਂਧੀ ਜਿਹੜਾ ਮੁਹੱਬਤ ਦੀ ਦੁਕਾਨ ਦੀ ਗੱਲ ਕਰ ਰਿਹਾ, ਜਿਹੜਾ ਹਰ ਜਗ੍ਹਾ ਜਾ ਕੇ ਕਿਸੇ ਨੂੰ ਜੱਫੀ ਪਾਉਣ ਦੀ ਗੱਲ ਕਰ ਰਿਹਾ, ਆਪਣੇ ਪਿਓ ਦੇ ਕਾਤਲਾਂ ਨੂੰ ਮਾਫ ਕਰਨ ਦੀ ਗੱਲ ਕਰ ਰਿਹਾ। ਮੈਨੂੰ ਲੱਗਦਾ ਮੇਨ ਚੀਜ਼ ਡਾਇਲੋਗ, ਅਗਰ ਇਸ ਤੇ ਡਾਇਲੋਗ ਹੋਊਗਾ ਤਾਂ ਰਾਹ ਨਿਕਲਣਗੇ, ਜਿਹੜਾ ਨਹੀਂ ਹੋਇਆ ਕਦੇ। ਜਿਹੜਾ ਡਾਇਲੋਗ ਬੜੇ ਲੰਬੇ ਸਮੇਂ ਤੋਂ ਕੋਈ ਛੇੜਨ ਤੋਂ ਵੀ ਡਰਦਾ, ਕੋਈ ਗੱਲ ਕਰਨ ਤੋਂ ਵੀ ਡਰਦਾ, ਅਗਰ ਗਲਤੀ ਹੋਈ ਆ ਤੇ ਉਹਦੀ ਮਾਫੀ ਮੰਗਣ 'ਚ ਕੋਈ ਹਰਜ ਨਹੀਂ, ਔਰ ਅਗਰ ਅਗਲਾ ਗਲਤ ਆ ਤੇ ਉਹਦੇ ਨਾਲ ਬਹਿ ਕੇ ਉਹਨੂੰ ਸਮਝਾਉਣ ਦੇ ਵਿੱਚ, ਯਾਰ ਨਹੀਂ ਬਾਈ ਜੀ ਆਹ ਫੈਕਟਸ ਆ, ਆਹ ਅਸਲੀਅਤ ਆ, ਇਹਦੇ ਬਾਰੇ ਆਪਾਂ ਡਾਇਲੋਗ ਕਰੀਏ। ਕੀ ਇਹ ਡਾਇਲੋਗ ਇੰਨੀ ਮੈਚੁਰਿਟੀ ਹੈ ਜਾਂ ਇੰਨੀ ਸੈਂਸਿਟੀਵਿਟੀ ਹੈ ਤੁਹਾਡੀ ਐਨਐਸਯੂ ਦੇ ਕਿਸੇ ਲੀਡਰ 'ਚ, ਜਿਵੇਂ ਹੁਣ ਸੱਥ ਇੱਕ ਪਾਸੇ ਹੈਗੇ ਨਾ, ਉਹ ਦੂਜੀ ਧਾਰਾ ਦੀ ਹੈ, ਕੀ ਇਹ ਸੰਭਵ ਹੈਗਾ ਕਿ ਉੱਥੇ ਇਹ ਗੱਲਾਂ ਹੁਣ ਉਹਨਾਂ ਦੀਆਂ ਆਪਸ 'ਚ, ਜਾਂ ਉੱਥੇ ਜੇ ਇਸ ਲੈਵਲ ਦੀ ਮੈਚੁਰਿਟੀ ਨਹੀਂ ਹੈਗੀ ਪੀਯੂ ਦੇ ਅੰਦਰ? ਇਹ ਸ਼ਾਇਦ ਯੂਨੀਵਰਸਿਟੀਜ਼ 'ਚ ਇਹ ਮੈਚੁਰਿਟੀ ਹੁੰਦੀ ਆ, ਇਹ ਯੂਨੀਵਰਸਿਟੀਜ਼ 'ਚ ਹੀ ਆ ਜਿੱਥੇ ਇਹ ਡਾਇਲੋਗ ਖੁੱਲ੍ਹ ਜਾਂਦੇ ਆ। ਇਹ ਸ਼ਾਇਦ ਤੁਸੀਂ ਕਿਤੇ ਹੋਰ ਇਹ ਡਾਇਲੋਗ ਜਿਹੜਾ ਵਾ ਉਹ ਲੜਾਈ ਵਿੱਚ ਬਦਲ ਜਾਂਦਾ। JNU 'ਚ ਵਰਸਸ ਆ ਬਨਾਮ, ਤੁਸੀਂ JNU 'ਚੋਂ ਪੜ੍ਹੇ ਹੋ, JNU ਦੀ ਖੂਬਸੂਰਤੀ ਉਹਦਾ ਡਾਇਲੋਗ ਆ। ਪੰਜਾਬ ਯੂਨੀਵਰਸਿਟੀ 'ਚ ਵੀ ਇਹ ਡਾਇਲੋਗ ਖੋਲ੍ਹਣ ਦੀ ਲੋੜ ਆ, ਹਰ ਮੁੱਦੇ ਦੇ ਉੱਤੇ ਖੁੱਲ੍ਹੀ ਚਰਚਾ ਹੋਵੇ। ਅਗਰ ਇਸ ਯੂਨੀਵਰਸਿਟੀ 'ਚ ਵਾਇਲੈਂਸ ਘਟਦਾ ਆ, ਮੈਨੂੰ ਉਮੀਦ ਜਗਦੀ ਆ ਵੀ ਸ਼ਾਇਦ ਇੱਥੇ ਡਾਇਲੋਗ ਦੇ ਰਾਹ ਖੁੱਲ੍ਹ ਰਹੇ ਆ ਬੱਚਿਆਂ ਦੇ, ਔਰ ਇੱਥੇ ਹੀ ਰਿਸਰਚ ਹੁੰਦੀ ਆ, ਇੱਥੇ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰਿਸਰਚ ਪੇਪਰ ਛਾਪੇ ਜਾਣ, ਜਿਹੜੇ ਸ਼ਾਇਦ ਬੱਚਿਆਂ ਨੇ ਪੜ੍ਹਨੇ ਸ਼ੁਰੂ ਕਰਤੇ, ਡਾਇਲੋਗ ਬੰਦ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੇ ਵਾਇਲੈਂਸ ਤੱਕ ਤਾਂ ਸੋਸਾਇਟੀ ਹਮੇਸ਼ਾ ਵਾਇਲੈਂਸ 'ਚ ਉਦੋਂ ਆਉਂਦੀ ਹੈ, ਜਿਵੇਂ ਕਹਿੰਦੇ ਗਾਲ ਆ। ਗਾਲ ਕੀ ਹੈ? ਜਦੋਂ ਬੰਦੇ ਕੋਲ ਭਾਸ਼ਾ ਮੁੱਕ ਜਾਂਦੀ ਹੈ ਉਹ ਗਾਲ ਕੱਢਦਾ। ਇਹ ਬਹੁਤ ਹੀ ਬਰੀਕ ਜਿਹੜੇ ਸਾਹਿਤਕਾਰ ਨੇ ਦੁਨੀਆ ਦੇ, ਉਹ ਕਹਿੰਦੇ ਆ ਬਹੁਤ ਸੋਹਣੀ ਕਿ ਜਦੋਂ ਤੁਹਾਡੀ ਭਾਸ਼ਾ ਮੁੱਕ ਜਾਂਦੀ ਹੈ ਫਿਰ ਤੁਸੀਂ ਗਾਲ ਕੱਢਦੇ ਹੋਗੇ, ਜਾਂ ਤੁਹਾਡੀ ਸੋਚ ਖਤਮ ਹੋ ਜਾਂਦੀ ਹੈ, ਫਿਰ ਤੁਸੀਂ ਗਾਲ ਕੱਢਦੇ ਹੋ। ਉਸੇ ਤਰੀਕੇ ਨਾਲ ਵਾਇਲੈਂਸ ਹੈਗਾ ਕਿ ਵਾਇਲੈਂਸ ਤੱਕ ਵੀ ਤੁਸੀਂ ਉਦੋਂ ਪਹੁੰਚਦੇ ਹੋ ਜਦੋਂ ਸਾਰੇ ਰਾਹ ਬੰਦ, ਜਦੋਂ ਡਾਇਲੋਗ ਬੰਦ ਹੋ ਜਾਂਦਾ ਹੈਗਾ। ਚਾਹੇ ਜਿਹੜੇ ਮਰਜ਼ੀ ਵਿਚਾਰਧਾਰਾ ਹੋਵੇ, ਚਾਹੇ ਜਿਹੜਾ ਮਰਜ਼ੀ ਪਾਵਰਫੁਲ ਹੋ ਜੇ, ਕੋਈ ਵੀ ਧਾਰਾ ਪਾਵਰਫੁਲ ਹੋ ਸਕਦੀ ਹੈ ਕਦੇ ਵੀ, ਇਹ ਤਾਂ ਦੁਨੀਆ ਦਾ ਇਤਿਹਾਸ ਆ। ਪਰ ਉਹ ਜਿਵੇਂ ਜੋ ਅਸੀਂ ਹਿਟਲਰ ਦੇ ਦੌਰ 'ਚ ਦੇਖ ਲਿਆ, ਜੋ ਅਸੀਂ ਦੁਨੀਆ ਦੀ ਹਿਸਟਰੀ 'ਚ ਦੇਖ ਲਿਆ, ਵਾਇਲੈਂਸ ਘੱਟੋ ਘੱਟ ਜਿਹਦਾ ਮਰਜ਼ੀ ਜੋ ਆਈਡੀਆ ਹੋਊ ਆਪਦਾ ਆਈਡੀਆ ਵੀ ਵਧਾਉਂਦਾ ਰਹੇ ਅੱਗੇ, ਕੋਈ ਮਸਲਾ ਨਹੀਂ, ਉਹ ਵਾਇਲੈਂਸ ਤੱਕ ਨਾ ਪਹੁੰਚੇ, ਮਤਲਬ ਦੁਨੀਆ ਦਾ ਨਰਸੰਹਾਰ ਨਾ ਹੋਵੇ। ਮੈਂ ਯੂਨੀਵਰਸਿਟੀ ਦੇ ਵਾਇਲੈਂਸ ਦੇ ਵਿੱਚ ਵੀ ਹਿੱਸੇ 'ਚ ਰਿਹਾ। ਮੈਂ ਯੂਨੀਵਰਸਿਟੀ ਦਾ ਉਹ ਪੀਰੀਅਡ ਹੀ ਉਹ ਸੀ, ਤੁਹਾਡੇ ਵਾਲਾ ਪੀਰੀਅਡ ਉਹ ਸੀ ਜੀ, ਤੋਂ ਬਹੁਤ ਵੱਡੇ ਪੱਧਰ ਤੇ ਬੜੇ ਵੱਡੇ ਪੱਧਰ ਤੇ ਗੈਂਗਸਟਰ ਵੀ ਨਿਕਲੇ। ਔਰ ਮੈਂ ਅੱਜ ਦੀ ਯੂਨੀਵਰਸਿਟੀ ਦੇ ਹਾਲਾਤ ਵੀ ਵੇਖਦਾ, ਪਿਛਲੇ 6 ਸਾਲਾਂ ਸ਼ਾਇਦ ਕੋਈ ਮੇਜਰ ਪਰਚਾ ਵੀ ਨਹੀਂ ਹੋਇਆ, 7-8 ਸਾਲਾਂ ਤੋਂ ਹੋ ਗਏ। ਚੰਗੀ ਗੱਲ ਆ। ਸੋ ਮੈਨੂੰ ਇਹ ਲੱਗਦਾ ਵੀ ਇਹ ਯੂਨੀਵਰਸਿਟੀ ਇੱਕ ਚੰਗੇ ਪਾਸੇ ਨੂੰ ਵੱਧ ਰਹੀ ਆ। ਔਰ ਜਿਹੜੀ ਤੁਸੀਂ ਗੱਲ ਕਰਦੇ ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ, ਜਿੱਥੇ ਫੇਸਬੁੱਕ 'ਤੇ ਗਾਲੋ ਗਾਲੀ, ਇੱਕ ਦੂਜੇ ਨੂੰ ਕਮੈਂਟਬਾਜ਼ੀ, ਇਸ ਯੂਨੀਵਰਸਿਟੀ ਦੇ ਵਿੱਚ ਤਾਂ ਹੀ ਯੂਨੀਵਰਸਿਟੀਆਂ 'ਚੋਂ ਕਿਉਂ ਲੀਡਰ ਲੱਭਦੇ ਆ, ਕਿਉਂ ਆਪਾਂ ਚਾਹੁੰਦੇ ਹਾਂ ਵੀ ਯੂਨੀਵਰਸਿਟੀ 'ਚ ਬੱਚਾ +2 ਤੋਂ ਬਾਅਦ ਹੀ ਪਹੁੰਚਦਾ, ਫਿਰ ਗ੍ਰੈਜੂਏਟ ਤੋਂ ਬਾਅਦ ਪਹੁੰਚਦਾ। ਸੋ ਇਹ ਯੂਨੀਵਰਸਿਟੀ ਹੀ ਪੰਜਾਬ ਦੀ ਇੱਕ, ਮੈਂ ਕਹਿੰਦਾ, ਆਤਮਾ ਨੂੰ ਸੰਭਾਲ ਕੇ ਔਰ ਪੰਜਾਬ ਦੀ ਇੰਟਲੈਕਟ ਨੂੰ, ਇਹ ਯੂਨੀਵਰਸਿਟੀਆਂ ਹੀ ਅੱਗੇ ਲੈ ਕੇ ਆਉਂਦੀ। ਅੱਜ ਪੰਜਾਬ ਦੀ ਇੰਟਲੈਕਚੁਅਲ ਕਪੈਸਿਟੀ ਖਤਮ ਹੋ ਰਹੀ, ਜਿਹੜਾ ਸਭ ਤੋਂ ਵੱਡਾ ਤਰਾਸ਼ਦੀ ਆ ਨਾ, ਇਹ ਨਹੀਂ ਆ ਆਈਲੈਟਸ ਤੋਂ ਬਾਅਦ ਜਦੋਂ ਬੱਚਾ ਬਾਹਰ ਚੱਲ ਜਾਂਦਾ ਔਰ ਯੂਨੀਵਰਸਿਟੀਆਂ ਤੱਕ ਪਹੁੰਚ ਨਹੀਂ ਰਿਹਾ, ਤਾਂ ਹੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ 'ਚ ਪੰਜਾਬ ਦੇ ਬੱਚਿਆਂ ਦੀ ਤਾਦਾਦ ਸਭ ਤੋਂ ਘੱਟ ਹੀ ਜਾ ਰਹੀ ਹੈ। ਹਰਿਆਣੇ ਦੇ ਬੱਚੇ ਆ ਰਹੇ ਆ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਯਾਦਵਿੰਦਰ ਜੀ, ਮੈਂ ਸਿਰਫ ਉਹਦੇ ਵਿੱਚ ਇੰਨਾ ਕੁ ਐਡ ਕਰਨਾ ਚਾਹੂੰਗਾ ਵੀ ਯੂਨੀਵਰਸਿਟੀਜ਼ ਰਾਹ ਵਿਖਾਉਂਦੀਆਂ ਵਾ। ਇਸ ਇਲੈਕਸ਼ਨ ਨੇ ਵੀ ਇੱਕ ਮੈਸੇਜ ਦਿੱਤਾ ਵਾ, ਇੱਕ ਰਾਹ ਦਿਖਾਇਆ ਵਾ ਲੜਨ ਦਾ, ਔਰ ਇੱਕ ਰਾਹ ਵਿਖਾਇਆ ਵਾ BJP ਦੀ ਸਰਕਾਰ ਨੂੰ ਔਰ ਆਮ ਆਦਮੀ ਦੀ ਸਰਕਾਰ ਨੂੰ, ਜਿਹੜੀਆਂ ਹੰਕਾਰੀਆਂ ਪਈਆਂ ਸੀ
NSU ਨੇ ਤੁਸੀਂ ਖੁਦ ਕਿਹਾ, ਤੁਸੀਂ ਤਾਂ ਕਿਹਾ ਵੀ NSU ਦਾ ਦਾਅ ਲੱਗ ਗਿਆ ਕਿਉਂਕਿ ਕੋਈ NSU ਨੇ ਕਾਊਂਟ ਹੀ ਨਹੀਂ ਕਰ ਰਿਹਾ ਸੀ ਵੀ NSU ਸ਼ਾਇਦ ਜਿੱਤ ਜੂਗੀ। ਸਾਰੇ ਕਹਿੰਦੇ ਤੀਜੇ ਤੇ ਆਊਗੀ ਜਾਂ ਚੌਥੇ ਤੇ ਆਊਗੀ। ਵੈਸੇ ਆਈਬੀ ਦੀ ਰਿਪੋਰਟ ਇਹ ਸੀਗੀ, ਆਈਬੀ ਵਾਲੇ ਕਹਿ ਰਹੇ ਸੀ NSU ਅੱਗੇ। ਆਈਬੀ ਦੀ ਰਿਪੋਰਟ ਸੀਗੀ, ਅਸੀਂ ਵੀ ਆਈਬੀ ਤਾਂ ਨਹੀਂ ਹੈਗੇ ਲੇਕਿਨ ਸਾਨੂੰ ਆਪਣੇ ਤੇ ਵੀ ਵਿਸ਼ਵਾਸ ਸੀ। ਆਈਬੀ ਤਾਂ ਹਰ ਇਲੈਕਸ਼ਨ ਤੋਂ ਪਹਿਲਾਂ ਕੁਛ ਨਾ ਕੁਛ ਕਹਿੰਦੀ ਆ। ਉੱਥੇ ਜੋ ਫਾਰਮੂਲਾ ਚੱਲ ਪਿਆ, ਗਲਤੀ ਵੀ ਹੋ ਜਾਂਦੀ ਨੇ ਆਈਬੀ ਦੀ ਰਿਪੋਰਟਾਂ ਦੇ ਉੱਤੇ ਤਾਂ ਇਲੈਕਸ਼ਨ ਨਹੀਂ ਦਿਸਾ। ਲੇਕਿਨ ਮੇਰਾ ਕਹਿਣ ਦਾ ਮਤਲਬ ਆ, ਹੰਕਾਰੀਆਂ ਸਰਕਾਰਾਂ ਨੂੰ ਬੱਚਿਆਂ ਨੇ ਮੈਸੇਜ ਦਿੱਤਾ, ਜ਼ੋਰ ਜ਼ਬਰ ਦੇ ਖਿਲਾਫ, ਸਟੂਡੈਂਟਸ ਵਰਸਸ ਸਰਕਾਰ ਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਬੱਚਿਆਂ ਨੇ ਸਾਰੇ ਨਾਰਥ ਇੰਡੀਆ 'ਚ ਮੈਸੇਜ ਦਿੱਤਾ। ਚਲੋ ਮੈਂ ਲਾਸਟ ਸਵਾਲ ਕਰਦਾ ਤੁਹਾਨੂੰ। ਮੇਰਾ ਰॉ ਦੇ ਫਾਰਮਰ ਚੀਫ ਨੇ ਦੁੱਲੜ ਸਾਹਿਬ, ਉਹਨਾਂ ਨਾਲ ਮੈਂ ਕਈ ਇੰਟਰਵਿਊ ਕੀਤੇ ਤੇ ਪਿਛਲੀ ਚੋਣਾਂ 'ਚ ਮੈਂ ਇੱਕ ਉਹਨਾਂ ਨਾਲ ਇੰਟਰਵਿਊ ਕੀਤਾ। ਉਹਨਾਂ ਨੇ ਉਸ ਇੰਟਰਵਿਊ 'ਚ ਕਿਹਾ ਦੁੱਲੜ ਸਾਹਿਬ ਨੇ ਕਿ ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋਗੇ ਕਿ ਤੁਸੀਂ ਇੱਕ ਟੈਕਟੀਕਲ ਸਪੋਰਟ BJP ਨੂੰ ਬਾਹਰ ਰੱਖਣ ਲਈ ABVP ਨਹੀਂ ਆਉਣੀ ਚਾਹੀਦੀ, ਇਹ ਤੁਹਾਡਾ ਮੇਨ ਏਜੰਡਾ ਸੀਗਾ ਕਨਈਆ ਕੁਮਾਰ ਦਾ ਜਾਂ ਤੁਹਾਡਾ। ਤੁਸੀਂ ਟੈਕਟੀਕਲ ਸਪੋਰਟਸ ਕੀਤੀਆਂ ਨੇ, ਜਿਵੇਂ ਹਿਟਲਰ ਸਟਾਲਿਨ ਨੂੰ ਕਰਿਆ, ਸਟਾਲਿਨ ਹਿਟਲਰ ਜਾਂ ਫਿਰ ਤਿੰਨੇ ਰੂਜ਼ਵੈਲਟ ਚਰਚਿਲ ਤੇ ਉਹ ਫਿਰ ਸਟਾਲਿਨ ਦੇ ਖਿਲਾਫ। ਚਲੋ ਠੀਕ ਹੈ, ਉਹ ਵੀ ਹੋ ਗਿਆ। ਉਹਨਾਂ ਨੇ ਕਿਹਾ ਕਿ ਜੇ ਪੰਜਾਬ 'ਚ ਜਿਵੇਂ ਦੁਨੀਆ ਦੇ ਅੰਦਰ ਐ ਹੁੰਦਾ ਹੈਗਾ, ਦੁਨੀਆ 'ਚ ਨਾ ਲੰਬਾ ਸਮਾਂ ਕਦੇ ਹੱਦਾਂ ਰਹਿੰਦੀਆਂ ਨੇ, ਉਵੇਂ ਜਿਵੇਂ ਹੁੰਦੀਆਂ ਨੇ ਬਦਲਦੀਆਂ ਰਹਿੰਦੀਆਂ ਨੇ ਦੁਨੀਆ ਦੀਆਂ ਹੱਦਾਂ। 50-100 ਸਾਲ ਦੀ ਹਿਸਟਰੀ ਕੱਢ ਕੇ ਦੇਖੋ ਤੁਸੀਂ, 100 ਸਾਲ ਦੇ ਅੰਦਰ ਪੂਰੀ ਦੁਨੀਆ ਦੀਆਂ ਹੱਦਾਂ ਸਰਹੱਦਾਂ ਬਦਲ ਜਾਂਦੀਆਂ ਨੇ। ਯਾਨੀ ਕੋਈ ਪੋਲੀਟੀਕਲ ਡਾਇਨਾਮਿਕਸ ਐ ਬਦਲਦੇ ਨੇ, ਯਾਨੀ ਕੋਈ ਪੋਲੀਟੀਕਲ ਇਰਾਹੀ ਜੀ ਆਉਂਦੀ ਹੈਗੀ, ਜਿਵੇਂ ਹਿਟਲਰ ਵਾਲੀ ਸੀ ਸੈਕੰਡ ਵਰਲਡ ਵਾਰ ਵਾਲੀ, ਪੂਰੀ ਦੁਨੀਆ ਦਾ ਨਕਸ਼ਾ ਹੀ ਬਦਲ ਗਿਆ ਸੀਗਾ, ਹੈ ਨਾ। ਤਾਂ ਦੁਨੀਆ ਦਾ ਨਕਸ਼ਾ ਹੀ ਬਦਲਦਾ ਰਹਿੰਦਾ ਹੈਗਾ। ਅਤੇ ਹੁਣ ਅਸੀਂ ਦੇਖ ਰਹੇ ਹਾਂ ਦੇਸ਼ 'ਚ ਜਿਹੜੇ ਸ਼ਿਵ ਸੈਨਾ ਕਦੇ ਖੜੀ ਵੀ ਨਹੀਂ ਹੋ ਸਕਦੀ ਸੀ ਕਾਂਗਰਸ ਦੇ ਨਾਲ ਜਾਂ ਲਿਬਰਲ ਪੋਲੀਟਿਕਸ ਦੇ ਨਾਲ, ਉਹ ਨਾਲ ਖੜੀ ਹੈਗੀ। ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਇੰਡੀਆ ਦੇ ਦੌਰ 'ਚ ਕਿਸ ਤਰ੍ਹਾਂ ਦੇ ਅਲਾਇੰਸ ਬਣ ਰਹੇ ਨੇ। ਦੁੱਲੜ ਸਾਹਿਬ ਨੇ ਕਿਹਾ ਸੀਗਾ ਕਿ ਐਂ ਕਿਉਂ ਸੰਭਵ ਨਹੀਂ ਗਾ ਕਿ ਇਹ ਦੋਵਾਂ ਦੀ ਰਾਜਨੀਤੀ ਹੈ ਜਿਹੜੀ, ਕਹਿੰਦੇ ਸੀ ਇੱਕ ਦੌਰ ਇਹ ਰਿਹਾ ਕਿ ਕਾਂਗਰਸ ਹਰ ਦੇ ਘਰੇ, ਕਾਂਗਰਸੀ ਦੇ ਘਰੇ ਚਿੱਟੀ ਪੱਗ ਹੁੰਦੀ ਸੀ, ਅਕਾਲੀ ਦੇ ਘਰੇ ਚਿੱਟੀ ਪੱਗ ਹੁੰਦੀ ਸੀ, ਅਤੇ ਕਾਂਗਰਸੀ ਦੇ ਨੀਲੀ ਹੁੰਦੀ ਸੀ, ਨੀਲੀਆਂ ਚਿੱਟੀਆਂ ਪੱਗਾਂ ਉਹਨਾਂ ਦੀਆਂ, ਜਾਂ ਉਹਦੇ 'ਚ ਨਿਕਲਦੇ ਐਂ ਹੋਇਆ, ਹੈ ਨਾ। ਇਕੱਠੇ ਵੀ ਰਹੇ, ਬਾਦਲ ਸਾਹਿਬ ਵੀ ਤੁਹਾਨੂੰ ਪਤਾ ਕਾਂਗਰਸ ਤੋਂ ਲੜੇ ਹੋਏ ਨੇ ਇੱਕ ਵਾਰ। ਕਦੇ ਸੰਭਵ ਹੈ ਜਿਵੇਂ ਤੁਸੀਂ ਕਹਿ ਰਹੇ ਹੋਗੇ ਕਿ ਜੇ ਇੱਕ ਰਾਜਨੀਤੀ 'ਚ ਦੋ ਚੀਜ਼ਾਂ ਹੁੰਦੀਆਂ, ਇੱਕ ਪ੍ਰਾਇਮਰੀ ਕੰਟਰਾਡਿਕਸ਼ਨ ਹੁੰਦੀ ਹੈ, ਇੱਕ ਸੈਕੰਡਰੀ ਹੁੰਦੀ ਹੈ। ਤੁਸੀਂ ਪ੍ਰਾਇਮਰੀ ਕੰਟਰਾਡਿਕਸ਼ਨ 'ਤੇ ਫੋਕਸ ਕਰਦੇ ਹੋਗੇ, ਸੈਕੰਡਰੀ ਨੂੰ ਛੱਡ ਦਿੰਦੇ ਹੋਗੇ। ਜੇ ਤੁਸੀਂ ਸੈਕੰਡਰੀ 'ਤੇ ਫੋਕਸ ਕਰ ਦੋਗੇ ਤਾਂ ਤੁਸੀਂ ਡੀਰੀਅਲ ਹੋ ਜਾਓਗੇ। ਜਿਵੇਂ ਤੁਹਾਡੀ ਰਾਜਨੀਤੀ ਦੇ ਤੁਹਾਡੀ ਪਾਰਟੀ ਦੇ ਕੁਛ ਲੀਡਰ ਅੱਜ ਕੱਲ੍ਹ, ਹੈ ਨਾ, ਸੈਕੰਡਰੀ ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਕਰ ਰਹੇ ਨੇ, ਪ੍ਰਾਇਮਰੀ 'ਤੇ ਘੱਟ ਕਰ ਰਹੇ ਨੇ। ਤਾਂ ਉਹਨਾਂ ਨੇ ਕਿਹਾ ਸੀ ਅਕਾਲੀ ਦਲ 'ਤੇ ਜੇ ਕਿਤੇ ਕਾਂਗਰਸ ਦਾ ਅਲਾਇੰਸ ਹੋ ਜਾਏ ਪੰਜਾਬ 'ਚ, ਤੁਸੀਂ ਕਦੇ ਮੈਂ ਤਾਂ ਕਹਿੰਦਾ ਰਾਜਨੀਤੀ 'ਚ ਕੁਛ ਵੀ ਸੰਭਵ ਹੁੰਦਾ ਗਾ। ਕੋਈ ਨਹੀਂ ਕਹਿ ਰਿਹਾ ਸੀਗਾ ਸ਼ਿਵ ਸੈਨਾ ਕਦੇ ਐਂ ਹੋ ਸਕਦਾ ਗਾ, ਜਾਂ ਜਿਵੇਂ ਤੁਸੀਂ ਕਹਿੰਦੇ ਹੋ ਸੱਥ ਨੂੰ ਇੱਕ ਟੈਕਨੀਕਲ ਸਪੋਰਟ ਆ ਗਈ, ਉਹ ਵੀ ਅਕਾਲੀ ਰਾਜਨੀਤੀ ਦਾ ਹੀ ਇੱਕ ਜੇ ਕਈ ਐਕਸਟੈਂਸ਼ਨ 'ਚੋਂ ਨਿਕਲਿਆ ਹੋਇਆ ਇੱਕ ਸਾਰਾ ਮਸਲਾ ਗਾ, ਜੇ ਆਪਾਂ ਪਿੱਛੇ ਜਾਵਾਂਗੇ ਉਹਨਾਂ ਦੇ ਬੈਕਗਰਾਊਂਡ 'ਚ ਪੜਾਂਗੇ। ਦੇਖੋ, ਡਾਰਵਿਨਸ ਥਿਊਰੀ ਸਰਵਾਈਵਲ ਆਫ ਦੀ ਫਿਟੈਸਟ ਆਪਾਂ ਸਾਰਿਆਂ ਨੂੰ ਪਤਾ ਹੋਗਾ। ਸਰਵਾਈਵਲ ਦੀ ਲੜਾਈ ਦੇ ਵਿੱਚ ਕਈ ਵਾਰ ਰਾਜਨੀਤੀ 'ਚ ਆਪਾਂ ਆਈਡੀਓਲੋਜੀ 'ਚ ਇੰਨਾ ਖੁੱਭ ਜਾਈਦਾ, ਕਈ ਵਾਰ ਸਰਵਾਈਵਲ ਦੀ ਲੜਾਈ ਬਣ ਜਾਂਦੀ। ਜਿਵੇਂ ਐਤਕੀ ਇੰਡੀਆ ਅਲਾਇੰਸ ਜਿਹੜਾ ਵਾ, ਉਹ ਸਰਵਾਈਵਲ ਦੀ ਲੜਾਈ ਆ ਮੇਰੇ ਹਿਸਾਬ ਨਾਲ, ਉਹ ਦੇਸ਼ ਦੇ ਸਰਵਾਈਵਲ ਦੀ ਲੜਾਈ ਆ। ਔਰ ਉਹਦੇ ਵਿੱਚ ਸਾਰਿਆਂ ਨੇ ਕੌੜੇ ਘੁੱਟ ਪੀ ਕੇ, ਔਰ ਸਭ ਤੋਂ ਵੱਧ ਕੌੜੇ ਘੁੱਟ ਉਹਦੇ ਵਿੱਚ ਕਾਂਗਰਸ ਪੀ ਰਹੀ ਆ। ਮਹਾਰਾਸ਼ਟਰ ਵਿੱਚ ਸਾਨੂੰ ਨੁਕਸਾਨ ਹੋ ਰਿਹਾ, ਪੰਜਾਬ 'ਚ ਤੁਸੀਂ ਵੇਖੋ ਕਿੰਨਾ ਰੌਲਾ ਪਿਆ ਅਲਾਇੰਸ ਨੂੰ ਲੈ ਕੇ, ਬਿਹਾਰ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਯੂਪੀ 'ਚ ਸਾਨੂੰ ਸੀਟਾਂ ਬਹੁਤ ਘੱਟ ਲੜਨ ਨੂੰ ਮਿਲਣ ਜਾ ਰਹੀਆਂ, ਕਿਉਂਕਿ ਅਸੀਂ ਕੌੜੇ ਘੁੱਟ ਹਰ ਜਗ੍ਹਾ ਪੀਣੇ ਪੈ ਰਹੇ ਆ। ਆਮ ਆਦਮੀ ਪਾਰਟੀ ਵਰਗੀ ਪਾਰਟੀ ਨੂੰ ਵੀ ਅਕੋਮੋਡੇਟ ਕਰਨ ਵਾਸਤੇ ਅਰਵਿੰਦ ਕੇਜਰੀਵਾਲ ਜਿਹੜਾ ਇੱਕ ਲੋਕ ਸਭਾ MP ਨਾਲ ਬਰਾਬਰ ਜਾ ਕੇ ਬੈਠ ਜਾਂਦਾ ਉੱਥੇ, ਔਰ ਕਾਂਗਰਸ ਪਾਰਟੀ ਹੁਣ ਤਾਂ ਉਹਨਾਂ ਦੇ 10-11 ਹੋ ਗਏ ਸਾਰੇ ਵਿਧਾਨ ਰਾਜ ਸਭਾ ਵਾਲੇ ਪਾ ਕੇ, ਨਹੀਂ ਰਾਜ ਸਭਾ ਵਾਲੇ ਪਾ ਕੇ। ਆਪਾਂ ਲੋਕ ਸਭਾ ਦੀ ਗੱਲ ਕਰੀਏ, ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਆ ਨਾ, ਰਾਜ ਸਭਾ ਤਾਂ ਬਾਅਦ ਦੀ ਗੱਲ ਆ, ਉਹ ਤਾਂ ਸਰਕਾਰਾਂ ਦੀ ਗੱਲ ਆ ਵੀ ਉਹ ਕਿੰਨੇ MP ਕਿਵੇਂ। ਲੋਕ ਸਭਾ ਦੀ ਅਗਰ ਵਿੱਚ ਵੇਖੀਏ, ਇੱਕ MP ਵਾਲਾ ਬੰਦਾ ਔਰ ਜਿਹੜੇ ਨਹੀਂ ਆ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬੜੇ ਲੰਬੇ ਸਮੇਂ ਤੋਂ, ਪੁਰਾਣੇ ਸਮੇਂ ਤੋਂ ਤੁਸੀਂ ਅਗਰ ਵੇਖੋਗੇ, ਜਦੋਂ ਅਫਰੀਕਾ ਤੋਂ ਓਰੀਜਨ ਤੋਂ ਆਪਾਂ ਗੱਲ ਕਰਦੇ ਹਾਂ, ਜਦੋਂ ਕਿਵੇਂ ਬੰਦਾ ਕਿੱਡਾ ਵੱਡਾ ਸੀਗਾ, ਹੌਲੀ ਹੌਲੀ ਛੋਟਾ ਹੁੰਦਾ ਗਿਆ, ਦਿਮਾਗ ਦੇ ਉੱਤੇ ਵੱਡੇ ਵੱਡੇ ਡਾਇਨਾਸੌਰਸ ਦੇ ਟਾਈਮ ਤੋਂ ਲੈ ਕੇ ਐਕਸਟਿੰਕਟ ਹੁੰਦੇ ਗਏ, ਵੱਡੇ ਵੱਡੇ ਜਾਨਵਰ ਸੀ ਮੈਮਥ ਦੇ ਟਾਈਮ ਦੇ ਉੱਤੇ, ਕਿੰਨੇ ਜਾਨਵਰ ਖਤਮ ਹੁੰਦੇ ਗਏ, ਤਾਕਤਾਂ ਵੱਡੀਆਂ ਵੱਡੀਆਂ ਖਤਮ ਹੋਈਆਂ, ਹਿਟਲਰ ਦੇ ਰਾਜ ਖਤਮ ਹੋ ਗਏ, ਸਾਰਿਆਂ ਦੇ ਰਾਜ ਖਤਮ ਹੋ ਗਏ। ਅਗਰ ਤੁਸੀਂ ਵੇਖੋ ਬੰਦੇ ਦਾ ਵੀ ਸਾਈਜ਼ ਬਹੁਤ ਉੱਥੇ ਤੱਕ ਆਇਆ। ਸੋ ਇਹ ਸਰਵਾਈਵਲ ਦੀ ਲੜਾਈ ਉਵੇਂ ਰਾਜਨੀਤੀ ਵਿੱਚ ਆ। ਰਾਜਨੀਤੀ ਨੂੰ ਅਗਰ ਤੁਸੀਂ ਇਹਨੂੰ ਰੂਲ ਆਊਟ ਨਹੀਂ ਕਰ ਸਕਦੇ ਕਦੇ, ਕਾਂਗਰਸ ਤੇ ਅਕਾਲੀ ਦਲ ਵੀ ਸੇਮ ਪੇਜ ਤੇ ਹੋ ਸਕਦਾ। ਪੰਜਾਬ ਅਗਰੇ ਰੀਕਨਸਿਲੀਏਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਤਾਂ ਕਹਿ ਰਿਹਾ 84 ਵਾਲੀਆਂ ਗੱਲਾਂ ਡਿੱਕਾ ਹੋਣਗੀਆਂ ਦੋਨਾਂ ਦੇ ਰਾਜਨੀਤੀ ਦੇ ਵਿੱਚ। ਮੈਂ ਤਾਂ ਇਹ ਗੱਲ ਕਰਦਾ, ਅਗਰ ਨਿਤਿਸ਼ ਤੇ ਲਾਲੂ ਇਕੱਠੇ ਹੋਏ, ਮਾਇਆਵਤੀ ਤੇ ਅਖਿਲੇਸ਼ ਇਕੱਠੇ ਹੋਏ, ਮੈਨੂੰ ਤਾਂ ਨਹੀਂ ਲੱਗਦਾ ਵੀ ਮੇਰੇ ਟਾਈਮ ਦੇ ਵਿੱਚ ਅਸੀਂ ਕਦੀ ਆਮ ਆਦਮੀ ਪਾਰਟੀ ਨਾਲ, ਮੈਨੂੰ ਤਾਂ ਇਹ ਲੱਗਦਾ ਸੀ 24 ਦੇ ਵਿੱਚ ਆ ਸਾਲ ਦੇ ਅੰਦਰ ਅੰਦਰ ਉਹ ਸਾਡੇ ਨਾਲ ਹੋ ਰਿਹਾ। ਸੋ ਮੈਂ ਐਜ਼ ਅ ਸਟੂਡੈਂਟ ਆਫ ਪੋਲੀਟਿਕਸ
ਮੈਂ ਐਡਾ ਵਿਦਵਾਨ ਨਹੀਂ ਹੈਗਾ ਵੀ ਮੈਂ ਇਹਨੂੰ ਰੂਲ ਆਊਟ ਕਰਦਾ ਜਾਂ ਮੈਂ ਇਹਨੂੰ ਕਹਿੰਦਾ ਇਹ ਹੋ ਹੀ ਨਹੀਂ ਸਕਦਾ। ਮੇਰੀ ਹਾਲੇ ਉਮਰ ਨਹੀਂ ਆ ਜਿੰਨਾ ਇਹਨਾਂ ਪਾਰਟੀਆਂ ਦੇ ਇਤਿਹਾਸ ਆ, ਔਰ ਇੰਨੇ ਸਮੇਂ ਤੋਂ ਲੜਦੇ ਆ ਰਹੀਆਂ। ਲਾਲੂ ਨਿਤਿਸ਼ ਤੁਸੀਂ ਵੇਖ ਲਓ ਕਿੰਨੇ, ਸ਼ਿਵ ਸੈਨਾ ਕਾਂਗਰਸ ਤੋਂ ਵੱਡਾ ਐਗਜ਼ਾਮਪਲ ਕੋਈ ਨਹੀਂ ਹੈਗਾ। ਸ਼ਿਵ ਸੈਨਾ ਮਤਲਬ ਬਿਲਕੁਲ ਅੱਜ ਵੀ ਆਪਣਾ ਇਹਨਾਂ ਦੇ ਆਈਡੀਅਲੋਗ ਦੇ ਉੱਤੇ, ਜਿਹੜੇ ਇਹਨਾਂ ਦੇ ਬੀਜੇਪੀ ਦੇ ਵੀ ਆਈਡੀਅਲੋਗ, ਔਰ ਜਿਹਨੂੰ ਸ਼ਿਵ ਸੈਨਾ ਵੀ ਆਪਣਾ ਆਈਡੀਅਲੋਗ ਮੰਨਦੀ ਆ, ਉਹਦੇ ਉੱਤੇ ਹਰ ਵਾਰ ਬਹਿਸ ਖੜੀ ਹੋ ਜਾਂਦੀ ਹੈ ਜਦੋਂ ਰਾਹੁਲ ਗਾਂਧੀ ਉਹਨਾਂ ਦੇ ਉੱਤੇ ਆ ਕੇ ਬਿਆਨ ਦੇ ਜਾਂਦੇ ਉੱਥੇ ਮਹਾਰਾਸ਼ਟਰ ਵਿੱਚ। ਸਾਵਰਕਰ ਦੇ ਉੱਤੇ ਮੈਂ ਆਈਡੀਅਲੋਗ ਦੀ ਮੈਂ ਤੁਹਾਨੂੰ ਉਹਨਾਂ ਦੀ ਗੱਲ ਕਰ ਰਿਹਾ ਵੀ ਸਾਵਰਕਰ ਦੇ ਉੱਤੇ ਅਲਾਇੰਸ। ਹੁਣ ਸਟਾਲਿਨ ਨੇ ਥੋੜੇ ਦਿਨ ਪਹਿਲਾਂ ਸਨਾਤਨ ਧਰਮ ਤੇ ਇੱਕ ਬਿਆਨ ਦੇ ਦਿੱਤਾ ਗਿਆ। ਤੁਸੀਂ ਵੇਖੋ ਰਾਜਨੀਤੀ ਦੇ ਵਿੱਚ ਕਿਸੇ ਵੀ ਟਾਈਮ ਕਿਵੇਂ ਆ, ਉਹਦੇ ਅੰਦਰ ਕਾਰਨ ਇਹ ਰਿਹਾ ਵਾ, ਸੰਭਾਵਨਾਵਾਂ ਹੈਗੀਆਂ ਨੇ ਜਾਂ ਤੁਸੀਂ ਕਹਿੰਦੇ ਮੇਰੀ ਇੰਨੀ ਬੁੱਧੀ ਕੰਮ ਨਹੀਂ ਕਰਦੀ। ਮੈਨੂੰ ਸਿਰਫ ਇੱਕ ਬੰਦੇ ਤੇ ਵਿਸ਼ਵਾਸ, ਡਰਦੇ ਹੋ ਵੀ ਕਿਤੇ ਪਾਰਟੀ ਨਾ ਕਹੇ ਵੀ ਮੈਨੂੰ ਡਰ ਵਾਲੀ ਕੋਈ ਗੱਲ ਨਹੀਂ। ਮੈਨੂੰ ਰਾਹੁਲ ਗਾਂਧੀ ਤੇ ਵਿਸ਼ਵਾਸ ਆ। ਅੱਜ ਵੀ ਅਗਰ ਕੋਈ ਬੰਦਾ ਕੰਸਿਸਟੈਂਟਲੀ ਲੜਾਈ ਲੜ ਰਿਹਾ ਬੜੇ ਲੰਬੇ ਸਮੇਂ ਤੋਂ RSS ਦੀ ਰਾਜਨੀਤੀ ਦੇ ਖਿਲਾਫ, ਬੀਜੇਪੀ ਦੀ ਨਹੀਂ, ਉਹ ਬੀਜੇਪੀ ਨੂੰ ਤਾਂ ਮੰਨਦੇ, ਕਹਿੰਦੇ RSS ਦੀ ਲੜਾਈ ਦੇ ਨਾਲ ਅਗਰ ਕੋਈ ਕੰਸਿਸਟੈਂਟਲੀ ਲੜਾਈ ਲੜ ਰਿਹਾ ਤੇ ਉਹ ਰਾਹੁਲ ਗਾਂਧੀ ਲੜ ਰਿਹਾ। ਔਰ ਇਸ ਕਰਕੇ ਲੱਗਦਾ ਵੀ ਉਹ ਲੀਡਰਾਂ ਦੇ ਹਿਸਾਬ ਦੇ ਨਾਲ, ਮੇਰੇ ਹਿਸਾਬ ਨਾਲ ਕਈ ਵਾਰ ਪਾਰਟੀਜ਼ ਦੀ ਉਹਨਾਂ ਨੇ, ਵੈਸੇ RSS ਦਾ ਪਿਆਰ, RSS ਨਾਲ ਪਿਆਰ ਵੀ ਬਹੁਤ ਰਿਹਾ ਹੈਗਾ। ਨਹਿਰੂ ਦੇ ਟਾਈਮ 'ਚ ਵੀ ਰਿਹਾ, ਜਦੋਂ ਚਾਈਨਾ ਨਾਲ ਵਾਰ ਹੋ ਰਹੀ ਸੀਗੀ, ਨਹਿਰੂ ਜੀ ਨੇ ਸਪੈਸ਼ਲੀ ਕਿਹਾ ਸਾਡੀ ਪਰੇਡ 'ਚ ਪਾਰਟਿਸਿਪੇਟ ਕਰੋ। ਬੜੇ ਲੋਕਾਂ ਦਾ RSS ਨਾਲ ਪਿਆਰ ਰਿਹਾ। ਲਾਲ ਕ੍ਰਿਸ਼ਨ ਅਡਵਾਨੀ ਜੀ ਦਾ ਜੋ ਰੋਲ ਰਿਹਾ ਵਾ, ਬੀਜੇਪੀ ਅੱਜ ਇਹਦੇ ਤੇ ਗੱਲ ਕਰਦੀ ਆ, ਜੋ ਇਹਨਾਂ ਨੇ ਬਾਰ-ਬਾਰ ਇਹ ਗੱਲਾਂ ਕੱਢੀਆਂ ਵਾ। ਸੋ ਇਹ ਹਿਸਟਰੀ ਨੂੰ ਯਾਦਵਿੰਦਰ ਜੀ ਤੁਸੀਂ ਜਿਵੇਂ ਮਰਜ਼ੀ, ਜਿਵੇਂ ਤੁਸੀਂ ਸ਼ੁਰੂ 'ਚ ਤੁਹਾਡੀ ਪਹਿਲੀ ਲਾਈਨ ਸੀ, ਇਤਿਹਾਸ ਨੂੰ ਬਦਲਣ ਵਾਸਤੇ ਵੀ ਕਈ ਵਾਰ ਆਪਾਂ ਕਈ ਗੱਲਾਂ, ਇਤਿਹਾਸ ਵੀ ਬਦਲੇ ਜਾਂਦੇ ਆ, ਵਰਤਮਾਨ ਵੀ ਬਦਲਿਆ ਜਾਂਦਾ। ਔਰ ਇਹ ਸਸਟੇਨ ਕਰੂ NSGO ਹੁਣ PU 'ਚ ਕਿਤੇ ਅਗਲੇ ਸਾਲ ਨੂੰ ਫਿਰ ਪਤਾ ਨਹੀਂ ਕਿਹੜੇ ਰਾਜੇ ਦੀ ਪ੍ਰਜਾ ਆਣੀ ਆ। ਸੋ ਇਹ ਯੂਨੀਵਰਸਿਟੀ ਦੀ ਖੂਬਸੂਰਤੀ ਆ, ਇਹ ਛੇਤੀ ਪਲਟਾ ਵੀ ਮਰਾ ਦਿੰਦੀ ਆ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਅੱਜ ਤੱਕ ਪੁਰਾਣੇ ਸਮੇਂ ਦੇ ਵਿੱਚ ਤੋਂ ਲੈ ਕੇ ਅੱਜ ਤੱਕ NSUI ਹੀ ਆ ਜਿਹੜੀ ਕੰਸਿਸਟੈਂਟਲੀ 2-2 ਵਾਰ ਜਿੱਤਦੀ ਆਈ ਆ। ਕੋਈ ਹੋਰ ਪਾਰਟੀ ਅੱਜ ਤੱਕ ਨਹੀਂ ਜਿੱਤੀ। NSUI ਤੋਂ ਬਾਅਦ ਅਗਰ ਤੁਸੀਂ ਵੇਖੋਗੇ ਸੋਈ ਵੀ ਜਿੱਤ ਗਈ, SFS ਵੀ ਜਿੱਤ ਗਈ, CYSS ਵੀ ਜਿੱਤ ਗਈ, ਆਪਣਾ ਕੀ ਕਹਿੰਦੇ ਐਂ ਕਰਕੇ ਕਈ ਪਾਰਟੀਆਂ ਜਿੱਤ ਗਈਆਂ, ਲੇਕਿਨ ਕੰਸਿਸਟੈਂਟਲੀ ਕੋਈ ਪਾਰਟੀ 2 ਵਾਰ ਨਹੀਂ ਜਿੱਤੀ, ਉਹ NSUI ਹੀ ਜਿੱਤੀ ਆ। ਅਤੇ ਮੈਨੂੰ ਕੋਈ ਇਸ ਦੇ ਵਿੱਚ ਕਹਿਣ 'ਚ ਕੋਈ ਸੰਕੋਚ ਵੀ ਅਗਰ ਇਹ ਬੱਚੇ ਵਧੀਆ ਕੰਮ ਕਰਨਗੇ ਜੋ ਇਹਨਾਂ ਨੇ ਕਿਹਾ ਵਾ, ਜਤਿੰਦਰ ਜਿਹੜੇ ਪ੍ਰਧਾਨ ਬਣੇ ਆ, ਜਿਹੜਾ ਉਹਨਾਂ ਨੇ ਪਲਾਨ ਜਿਹੜਾ ਉਹਨਾਂ ਨੇ ਦਿੱਤਾ ਵਾ, ਅਗਰ ਉਹ ਇੰਪਲੀਮੈਂਟ ਕਰਨਗੇ, ਔਰ ਮਤਲਬ ਜਿਹੜੇ ਬਾਹਰਲੇ ਸਾਡੇ ਵਰਗੇ ਲੋਕ ਆ ਉਹ ਇੰਟਰਫੇਰੈਂਸ ਘੱਟ ਰੱਖਣਗੇ। ਹੁਣ ਇਹ ਨਹੀਂ ਨਾ ਵੀ ਹੁਣ ਕਾਂਗਰਸ ਜਿੱਤ ਗਈ ਅਤੇ ਹੁਣ ਮੰਤਰੀ ਤੇ ਲਿਆ ਅਸੀਂ ਉਹਨਾਂ ਨੂੰ ਹੀ ਬਿਠਾ ਕੇ ਉਹਨਾਂ ਦੇ ਪ੍ਰੋਗਰਾਮ ਕਰਾਈ ਚੱਲੀਏ ਉੱਥੇ, ਅਤੇ ਅਸੀਂ ਆਪਣੇ ਏਜੰਡੇ ਚਲਾ ਦਈਏ ਅਤੇ ਯੂਨੀਵਰਸਿਟੀ ਦੇ ਏਜੰਡੇ ਪਿੱਛੇ ਰਹਿ ਜਾਣ, ਯੂਨੀਵਰਸਿਟੀ ਦੇ ਬਿਲਡਿੰਗਾਂ ਦੇ ਏਜੰਡੇ ਪਿੱਛੇ ਰਹਿ ਜਾਣ, ਅਸੀਂ ਉੱਥੇ ਲਿਆ ਕੇ ਲੀਡਰਾਂ ਨੂੰ ਗਲੋਰੀਫਾਈ ਕਰਨ ਲੱਗ ਪਈਏ। ਅਗਰ ਅਸੀਂ ਸਟੂਡੈਂਟਸ ਵਰਸਸ ਸਰਕਾਰ ਗੱਲ ਕੀਤੀ ਆ, ਸਾਨੂੰ ਵਾਕ ਦੀ ਟਾਕ ਕਰਨਾ ਪਊਗਾ। ਸਾਨੂੰ ਲਿਆ ਕੇ ਉੱਥੇ ਵੱਡੇ ਲੀਡਰ ਨਹੀਂ ਬਿਠਾਉਣੇ ਪੈਣਗੇ, ਸਾਨੂੰ ਸਟੂਡੈਂਟਸ ਨੂੰ ਅੱਗੇ ਰੱਖਣਾ। ਸੱਚ ਦਾ ਫਿਊਚਰ ਕੀ ਹੈਗਾ? ਮੈਂ ਕੌਣ ਹੁੰਦਾ ਫਿਊਚਰ ਦੱਸਣਾ? ਮੈਨੂੰ ਮੇਰਾ ਫਿਊਚਰ ਬਾਰੇ ਪਤਾ ਹੋਵੇ ਤਾਂ ਮੈਂ ਇਹਨਾਂ ਪਾਰਟੀਆਂ ਦੇ ਫਿਊਚਰ ਬਾਰੇ ਕੀ ਕਹਿ ਸਕਦਾ। ਮੈਨੂੰ ਮੇਰੇ ਆਪ ਦਾ ਫਿਊਚਰ ਦੇ ਬਾਰੇ ਨਹੀਂ ਮੈਨੂੰ ਕਲੈਰਿਟੀ ਹੈਗੀ। ਮੈਨੂੰ ਤੁਹਾਡੇ ਕਿਸੇ ਨੂੰ ਵੀ ਫਿਊਚਰ ਬਾਰੇ ਕੀ ਕਲੈਰਿਟੀ? ਹਾਂ, ਪਲਾਨ ਜ਼ਰੂਰ ਆ। ਮੈਨੂੰ ਇਹ ਲੱਗਦਾ ਵੀ ਸੱਥ ਵਾਲਿਆਂ ਦੇ ਬਾਰੇ ਪੁੱਛ ਰਿਹਾ ਮੈਂ ਤਾਂ ਤੁਹਾਨੂੰ, ਆਪਦੇ ਬਾਰੇ ਤੁਹਾਨੂੰ ਮੈਂ, ਤੁਸੀਂ ਮੈਨੂੰ ਸੱਥ ਦੇ ਵਿੱਚ ਮੈਨੂੰ ਜ਼ਿਆਦਾ ਪਤਾ ਵੀ ਨਹੀਂ ਆ ਹਾਲੇ ਉਹਨਾਂ ਦੀ ਕੀ ਕੰਬੀਨੇਸ਼ਨਸ ਆ ਥੱਲੇ, ਕਿਵੇਂ ਸੱਥ ਮਤਲਬ ਪ੍ਰੋਮੀਨੈਂਸ 'ਚ ਆਈ ਜਾਂ ਕੀ ਹੋਇਆ। ਮੈਨੂੰ ਤਾਂ ਸਿਰਫ ਇੰਨਾ ਪਤਾ ਚੱਲਿਆ ਸੀ ਵੀ ਸੱਥ ਉਹਨਾਂ ਦਾ ਗਰੁੱਪ ਇੱਕ ਚੰਗੇ ਬੱਚੇ, ਜਿਵੇਂ ਉਹਨਾਂ ਦੇ ਵੀ ਵੱਡੇ ਡਿਪਾਰਟਮੈਂਟਾਂ 'ਚ ਉਹਨਾਂ ਨੇ BDS 'ਚ ਉਹਨਾਂ ਦੇ ਬੱਚੇ ਹੈਗੇ ਆ, ਉਹ ਇੱਕ ਵੱਡਾ ਡਿਪਾਰਟਮੈਂਟ ਆ। ਹੁਣ ਕਈ ਵਾਰ ਕੀ ਹੁੰਦਾ ਵੀ ਛੋਟੇ ਡਿਪਾਰਟਮੈਂਟ 'ਚ ਆਪਾਂ ਬੰਦਾ ਕੈਂਡੀਡੇਟ ਦੇ ਬਹੁਤ ਬ੍ਰਿਲੀਅੰਟ ਹੁੰਦਾ, ਔਰ ਉੱਧਰੋਂ ਦੂਜੇ ਪਾਸੋਂ UIT ਜਾਂ UILS 'ਚੋਂ ਕੈਂਡੀਡੇਟ ਆਉਂਦਾ, ਉਹ ਸਿੱਧੀ 1000 ਵੋਟ ਪਲਟ ਕੇ ਮਾਰਦਾ। ਜਿਵੇਂ ਪਿਛਲੀ ਵਾਰ CYSS ਦਾ ਕੈਂਡੀਡੇਟ ਸੀ, ਉਹਨੇ ਸਿੱਧੀ 1000 ਵੋਟ ਇੱਕ ਹੀ ਡਿਪਾਰਟਮੈਂਟ 'ਚੋਂ ਲਿੱਤੀ, ਬਾਕੀ ਡਿਪਾਰਟਮੈਂਟਾਂ 'ਚ ਘੱਟ ਰਹਿ ਗਈ। ਡੈਮੋਕ੍ਰੇਸੀ ਦਾ ਇਹ ਵੀ ਨੁਕਸਾਨ ਆ ਨਾ, ਇਸ ਖਾਸ ਕਰਕੇ ਇੱਥੇ। ਹੁਣ UIT ਇੱਕ ਵੱਡਾ ਡਿਪਾਰਟਮੈਂਟ ਆ, 1700-1800 ਵੋਟ ਐਤਕੀ ਪੋਲ ਹੋਈ। ਹੁਣ ਅਗਰ ਉੱਥੋਂ ਹੀ ਇੱਕ ਡਿਪਾਰਟਮੈਂਟ 'ਚੋਂ ਇੱਕ ਬੰਦਾ 1200 ਵੋਟ ਲੈ ਲੇ ਅਤੇ ਬਾਕੀ ਸਾਰੇ ਤੁਸੀਂ 15-20 ਡਿਪਾਰਟਮੈਂਟ ਵੀ ਜਿੱਤ ਜਾਓ, ਉਹ ਲੀਡ ਹੀ ਨਹੀਂ ਕਵਰ ਹੁੰਦੀ। ਸੋ ਇਹ ਯੂਨੀਵਰਸਿਟੀ ਦੇ ਵਿੱਚ ਆਪਣੇ ਕੰਬੀਨੇਸ਼ਨਸ। ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਆਪਣੀ ਗੱਲਬਾਤ ਰੱਖਣ ਲਈ ਬਹੁਤ ਧੰਨਵਾਦ। ਥੈਂਕ ਯੂ।